ਭਾਗੀਰਥ ਇੱਕ ਦਿਨ ਅਚਾਨਕ ਕਾਰ ਲੈ ਕੇ ਊਸ਼ਾ ਦੇ ਪਿੰਡ ਪਹੁੰਚ ਗਿਆ। ਮਾਸਟਰ ਮਦਨ ਲਾਲ ਨੇ ਉਹਦੀ ਰਸਮੀ ਆਓ ਭਗਤ ਕੀਤੀ, ਚਾਹ ਪਾਣੀ ਵੀ ਪਿਲਾਇਆ। ਕੀ ਹਾਲ ਹੈ ਸਾਰੇ ਪਰਿਵਾਰ ਦਾ? ਭਾਗੀਰਥ ਨੇ ਇੱਧਰ ਉੱਧਰ ਝਾਕ ਕੇ ਆਪ ਹੀ ਗੱਲ ਕੀਤੀ। ਹਰੀਸ਼ ਚੰਡੀਗੜ੍ਹ ਪ੍ਰੋਫੈਸਰ ਲੱਗ ਗਿਆ ਹੈ। ਇੱਕ ਪ੍ਰੋਫੈਸਰ ਲੜਕੀ ਨਾਲ ਹੀ ਉਹਨੇ ਵਿਆਹ ਕਰ ਲਿਆ। ਮੇਘ ਉਹਦੇ ਕੋਲ ਹੀ ਰਹਿ ਕੇ IAS ਦੀ ਤਿਆਰੀ ਕਰ ਰਿਹਾ, ਮਾਸਟਰ ਮਦਨ ਲਾਲ ਨੇ ਦੱਸਿਆ। ਊਸ਼ਾ? ਭਾਗੀਰਥ ਨੂੰ ਆਪ ਹੀ ਪੁੱਛਣਾ ਪਿਆ। ਅੱਗੇ ਨਾਲੋਂ ਬਹੁਤ ਠੀਕ ਹੈ। ਹਰੀਸ਼ ਦੇ ਘਰੋਂ ਲੜਕੀ ਉਹਦਾ ਬਹੁਤ ਖਿਆਲ ਰੱਖਦੀ ਹੈ। ਇਸ ਸਾਲ BA ਦੇ ਇਮਤਿਹਾਨ 'ਚੋਂ ਫਸਟ ਆਈ ਹੈ, ਮਾਸਟਰ ਮਦਨ ਲਾਲ ਨੇ ਗੰਭੀਰਤਾ ਨਾਲ ਦੱਸਿਆ। ਅੱਛਾ, ਮੈਂ ਚੱਲਦਾ, ਆਖ ਭਾਗੀਰਥ ਉੱਠ ਖੜਾ ਹੋਇਆ। ਮਾਸਟਰ ਮਦਨ ਲਾਲ ਨੇ ਕੁਝ ਨਹੀਂ ਆਖਿਆ, ਨਾ ਕੋਈ ਗਿਲਾ ਕੀਤਾ, ਨਾ ਉਲਾਂਭਾ ਦਿੱਤਾ ਅਤੇ ਨਾ ਹੀ ਕੋਈ ਪਿਆਰ ਸਨੇਹ ਜਤਾਇਆ। ਭਾਗੀਰਥ ਨਾਲ ਜਿਵੇਂ ਉਹਨਾਂ ਦਾ ਕੋਈ ਵਾਸਤਾ ਹੀ ਨਾ ਹੋਵੇ, ਇਹ ਜਿਵੇਂ ਪਹਿਲਾਂ ਵਾਲਾ ਮਾਸਟਰ ਮਦਨ ਲਾਲ ਹੀ ਨਾ ਹੋਵੇ। ਵਾਪਸ ਆਉਂਦਿਆਂ ਭਾਗੀਰਥ ਨੂੰ ਅਜੀਬ ਲੱਗ ਰਿਹਾ ਸੀ ਕਿ ਲੋਕ ਕਿਵੇਂ ਬਦਲ ਜਾਂਦੇ ਨੇ। ਮੇਘ IAS ਦੀ ਤਿਆਰੀ ਕਰ ਰਿਹਾ ਹੈ, ਮਾਸਟਰ ਮਦਨ ਲਾਲ ਦਾ ਮੁੰਡਾ IAS ਦੀ ਤਿਆਰੀ ਕਰ ਰਿਹਾ ਹੈ। ਗੱਲ ਭਾਗੀਰਥ ਨੂੰ ਹਾਸੋਹੀਣੀ ਲੱਗੀ। ਕੱਲ੍ਹ ਨੂੰ ਉਹ ਤੇਰਾ ਅਫਸਰ ਬਣ ਕੇ ਵੀ ਆ ਸਕਦਾ ਹੈ। ਉਹਦੀ ਇਹ ਸੋਚ ਸੀ ਜਿਵੇਂ ਕਿਸੇ ਨੇ ਉਹਨੂੰ ਮਾਂ ਭੈਣ ਦੀ ਗਾਲ ਕੱਢ ਦਿੱਤੀ ਹੋਵੇ। ਸਾਲਾ, ਉਹਨੇ ਕੌੜਾ ਥੁੱਕ ਅੰਦਰ ਨਿਘਾਰਦਿਆਂ ਗਾਲ ਦਾ ਜਵਾਬ ਜਿਵੇਂ ਗਾਲ 'ਚ ਦਿੱਤਾ। ਉੱਥੇ ਹੀ ਉਹਨੇ ਕਾਰ ਚੰਡੀਗੜ੍ਹ ਨੂੰ ਮੋੜ ਲਈ। ਦੁਪਹਿਰ ਢਲੀ। ਡਰਾਈਵਰ ਨੇ ਉਹਨੂੰ ਚੰਡੀਗੜ੍ਹ ਦੇ ਅਰੋਮਾ ਹੋਟਲ 'ਚ ਬੈਠੇ ਨੂੰ ਹਰੀਸ਼ ਦੇ ਘਰ ਦਾ ਪਤਾ ਕਾਲਜ ਤੋਂ ਜਦੋਂ ਲਿਆ ਕੇ ਦਿੱਤਾ ਤਾਂ ਉਹਦਾ ਇੱਕ ਮਨ ਹੋਇਆ, ਮੈਂ ਉਹਦੇ ਕੀ ਕਰਨ ਜਾਣਾ, ਵਾਪਸ ਹੀ ਚੱਲਦੇ ਹਾਂ। ਪਰ ਪਤਾ ਨਹੀਂ ਕੀ ਸੋਚ ਕੇ ਉਹਨੇ ਡਰਾਈਵਰ ਨੂੰ ਪਤੇ ਵਾਲੀ ਚਿੱਟ ਦਿੰਦਿਆਂ ਚੱਲਣ ਲਈ ਆਖਿਆ। ਘਰ ਲੱਭਣ 'ਚ ਬਹੁਤੀ ਮੁਸ਼ਕਿਲ ਨਹੀਂ ਸੀ ਹੋਈ। ਘੱਟ ਆਬਾਦ 35 ਸੈਕਟਰ ਵਿੱਚ ਖੁੱਲ੍ਹੀ ਜਿਹੀ ਥਾਂ 'ਚ ਪਾਇਆ ਇਹ ਛੋਟਾ ਜਿਹਾ ਘਰ ਸੀ। ਘਰ ਦੇ ਆਲੇ ਦੁਆਲੇ ਖੁੱਲ੍ਹੀ ਥਾਂ ਵਿੱਚ ਕਾਫੀ ਸਾਰੇ ਫੁੱਲ ਬੂਟੇ ਲੱਗੇ ਹੋਏ ਸਨ। ਕਾਰ ਸੜਕ ਦੇ ਕੰਢੇ ਬਾਹਰ ਹੀ ਖੜੀ ਕਰ ਲੋਹੇ ਦਾ ਫਾਟਕ ਖੋਲ੍ਹ ਕੇ ਭਾਗੀਰਥ ਜਦੋਂ ਅੰਦਰ ਗਿਆ ਤਾਂ ਧੁੱਪੇ ਸਵੀਟ ਪੀਸ ਦੇ ਫੁੱਲਾਂ ਲੱਦੇ ਬੂਟਿਆਂ ਕੋਲ ਬੈਠੀ ਜਗਜੀਤ ਕੁਝ ਪੜ੍ਹ ਰਹੀ ਸੀ। ਜਗਜੀਤ ਨੇ ਉਸ ਵੱਲ ਦੇਖਿਆ, ਕਿਤਾਬ ਰੱਖ ਕੇ ਉੱਠ ਖੜੀ ਹੋਈ। ਪ੍ਰੋਫੈਸਰ ਹਰੀਸ਼ ਦਾ ਮਕਾਨ ਇਹੀ ਹੈ? ਭਾਗੀਰਥ ਨੇ ਨਮਸਤੇ ਆਖਣ ਮਗਰੋਂ ਪੁੱਛਿਆ। ਹਾਂਜੀ, ਆਓ ਬੈਠੋ। ਉਹ ਆਪ ਤਾਂ ਅੱਜ ਪਿੰਡ ਗਏ ਨੇ, ਜਗਜੀਤ ਨੇ ਕੋਲ ਹੀ ਪਈ ਦੂਜੀ ਕੁਰਸੀ ਵੱਲ ਇਸ਼ਾਰਾ ਕਰਕੇ ਆਖਿਆ। ਭਾਗੀਰਥ ਝਿਜਕਦਾ ਜਿਹਾ ਬਹਿ ਗਿਆ। ਮੇਰਾ ਨਾਂ ਜਗਜੀਤ ਹੈ, ਮੈਂ ਪ੍ਰੋਫੈਸਰ ਹਰੀਸ਼ ਹੋਰਾਂ ਦੀ ਮਿਸਿਜ਼ ਹਾਂ। ਜਗਜੀਤ ਨੇ ਆਪ ਹੀ ਦੱਸਿਆ। ਮੇਰਾ ਨਾਂ ਭਾਗੀਰਥ ਹੈ, ਮੈਂ ਲੁਧਿਆਣੇ ਤੋਂ ਆਇਆ। ਓ ਭਾਗੀਰਥ ਭਾਈ ਸਾਹਿਬ, ਅੱਛਾ ਬੈਠੋ, ਪਹਿਲਾਂ ਮੈਂ ਚਾਹ ਲਿਆਵਾਂ, ਆਖਦੀ ਜਗਜੀਤ ਭਾਗੀਰਥ ਦੇ ਕੁਝ ਵੀ ਹੋਰ ਆਖਣ ਤੋਂ ਪਹਿਲਾਂ ਅੰਦਰ ਨੂੰ ਚਲੀ ਗਈ। ਕੁਝ ਪਲਾਂ ਮਗਰੋਂ ਜਦੋਂ ਚਾਹ ਦੇ ਕੱਪ ਤੇ ਬਿਸਕਿਟਾਂ ਦੀ ਪਲੇਟ ਟਰੇ 'ਚ ਰੱਖੀ ਉਹ ਪਰਤੀ ਤਾਂ ਭਾਗੀਰਥ ਉਖੜਿਆ ਆਲੇ ਦੁਆਲੇ ਝਾਕ ਰਿਹਾ ਸੀ। ਊਸ਼ਾ ਦੀਦੀ ਤੇ ਮੇਘ ਵੀ ਉਹਨਾਂ ਦੇ ਨਾਲ ਹੀ ਗਏ ਨੇ ਪਿੰਡ ਨੂੰ। ਮਾਂ ਦੀਆਂ 2-3 ਚਿੱਠੀਆਂ ਆਈਆਂ ਸੀ, ਜਗਜੀਤ ਨੇ ਬਿਸਕਿਟਾਂ ਵਾਲੀ ਪਲੇਟ ਉਹਦੇ ਅੱਗੇ ਕਰਦਿਆਂ ਦੱਸਿਆ। ਅੱਜ ਕਿਸੇ ਕੰਮ ਆਏ ਸੀ ਚੰਡੀਗੜ੍ਹ? ਜਗਜੀਤ ਨੇ ਆਪ ਹੀ ਗੱਲ ਤੋਰੀ ਤੇ ਜਿਵੇਂ ਭਾਗੀਰਥ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਦਾ ਮੌਕਾ ਵੀ ਦਿੱਤਾ। ਨਹੀਂ, ਇੱਧਰ ਹੀ ਆਇਆ, ਭਾਗੀਰਥ ਨੇ ਆਖਿਆ। ਉਸ ਬਹੁਤ ਤਿੱਖੀ ਨਜ਼ਰ ਵਾਲੀ ਔਰਤ ਤੋਂ ਸੱਚ ਛੁਪਾਉਣਾ ਭਾਗੀਰਥ ਤੋਂ ਬਣ ਨਾ ਆਇਆ। ਕਿਵੇਂ ਆਏ? ਜਗਜੀਤ ਨੇ ਸਿੱਧਾ ਸਵਾਲ ਕੀਤਾ। ਸੋਚਿਆ ਊਸ਼ਾ ਦਾ ਪਤਾ ਕਰ ਆਵਾਂ, ਭਾਗੀਰਥ ਨੇ ਥੱਕੇ ਰਾਹੀ ਵਾਂਗ ਆਖਿਆ। ਬਹੁਤ ਛੇਤੀ ਪਤਾ ਕਰਨ ਆ ਗਏ। 2 ਸਾਲ ਤਾਂ ਮੈਨੂੰ ਵੀ ਵਿਆਹੀ ਨੂੰ ਹੋ ਗਏ। ਜਗਜੀਤ ਨੇ ਵਿਅੰਗ ਨਾਲ ਮੁਸਕਰਾਉਂਦਿਆਂ ਆਖਿਆ। ਕੁਝ ਕਾਰਨ ਸਨ। ਇਹੀ ਕਿ ਜਦੋਂ ਤੁਸੀਂ ਬਿਮਾਰ ਸੀ ਉਹਦੀ ਲੋੜ ਸੀ, ਅਤੇ ਜਦੋਂ ਉਹ ਬਿਮਾਰ ਹੋ ਗਈ ਤੁਹਾਨੂੰ ਹੋਰ ਔਰਤ ਚਾਹੀਦੀ ਸੀ। ਜਗਜੀਤ ਨੇ ਗੱਲ ਟੋਕ ਕੇ ਆਖਿਆ। ਹੋਰ ਔਰਤ ਚਾਹੀਦੀ ਹੁੰਦੀ ਤਾਂ ਮੈਂ ਹੁਣ ਤੱਕ ਪ੍ਰਾਪਤ ਕਰ ਲਈ ਹੁੰਦੀ। ਉਹਦਾ ਪਤਾ ਕਰਨ ਲਈ ਕਾਹਦੇ ਲਈ ਆਉਂਦਾ? ਭਾਗੀਰਥ ਨੇ ਆਖਿਆ। ਪਤਾ ਤਾਂ ਇਸ ਗੱਲ ਦਾ ਵੀ ਕਰਨ ਆਏ ਹੋ ਸਕਦੇ ਹੋ ਕਿ ਊਸ਼ਾ ਮਰ ਗਈ ਕਿ ਜਿਉਂਦੀ ਹੈ ਅਜੇ। ਜਗਜੀਤ ਨੇ ਤਲਖ ਹੋ ਕੇ ਆਖਿਆ। ਭਾਗੀਰਥ ਨੂੰ ਲੱਗਿਆ ਇੰਨੀ ਤਲਖ ਤਾਂ ਕਦੇ ਊਸ਼ਾ ਵੀ ਨਹੀਂ ਸੀ ਹੋਈ। ਤੁਸੀਂ ਤਾਂ ਮੇਰੇ ਨਾਲ ਨਾਰਾਜ਼ ਲੱਗਦੇ ਹੋ, ਭਾਗੀਰਥ ਨੇ ਕਾਹਲਾ ਪੈਂਦਿਆਂ ਆਖਿਆ। ਨਾਰਾਜ਼ ਹੋਣ ਵਾਲੀ ਤਾਂ ਗੱਲ ਹੈ। ਫੁੱਲ ਵਰਗੀ ਕੁੜੀ ਨੂੰ ਤੁਸੀਂ ਬਰਬਾਦ ਕਰਕੇ ਰੱਖ ਦਿੱਤਾ। ਤੁਸੀਂ ਉਹਨੂੰ ਸਿਰਫ ਮੁਫਤ ਦੀ ਨੌਕਰਾਣੀ ਸਮਝ ਲਿਆ ਸੀ, ਜਿਹਨੂੰ ਜਦੋਂ ਜੀ ਕਰੇ ਘਰੋਂ ਕੱਢ ਦਿਓ। ਮੈਂ ਘਰੋਂ ਨਹੀਂ ਸੀ ਕੱਢੀ, ਆਪ ਨਾਰਾਜ਼ ਹੋ ਕੇ ਆ ਗਈ ਸੀ, ਭਾਗੀਰਥ ਦੱਸ ਰਿਹਾ ਸੀ। ਇਸ ਲਈ ਕਿ ਦੂਜੇ ਵਿਆਹ ਦੀ ਇਜਾਜ਼ਤ ਮੰਗ ਰਹੇ ਸੀ ਤੁਸੀਂ। ਮੈਂ ਕਰਵਾ ਤਾਂ ਨਹੀਂ ਸੀ ਰਿਹਾ ਉਸੇ ਵੇਲੇ। ਤੁਹਾਡੇ ਮਨ 'ਚ ਇਹ ਗੱਲ ਆਈ ਕਿਵੇਂ, ਜਿਵੇਂ ਔਰਤ ਨਾ ਹੋ ਕੇ ਇੱਕ ਵਸਤ ਹੋਵੇ? ਜਗਜੀਤ ਦੀਆਂ ਗੱਲਾਂ ਦਾ ਭਾਗੀਰਥ ਕੋਲ ਕੋਈ ਜਵਾਬ ਨਹੀਂ ਸੀ। ਹੁਣ ਕੀ ਹਾਲ ਹੈ ਊਸ਼ਾ ਦਾ? ਭਾਗੀਰਥ ਨੇ ਪੁੱਛਿਆ ਤੇ ਨਾਲ ਹੀ ਉਹਨੂੰ ਖਿਆਲ ਆਇਆ
ਇਹੋ ਜਿਹੀਆਂ ਸਭ ਔਰਤਾਂ ਨਾਲੋਂ ਊਸ਼ਾ ਕਿੰਨੀ ਚੰਗੀ ਹੈ। ਏਡੀ ਤਲਖ ਤਾਂ ਉਹਨੂੰ ਮੈਂ ਜਾਨੋਂ ਵੀ ਮਾਰ ਦਿੰਦਾ ਤਾਂ ਵੀ ਨਹੀਂ ਸੀ ਹੋਣੀ। ਸਿਹਤ ਤਾਂ ਠੀਕ ਹੈ, ਮਨ ਅੰਦਰਲੀ ਟੁੱਟ ਭੱਜ ਠੀਕ ਹੋਣ ਨੂੰ ਅਜੇ ਵਕਤ ਲੱਗੇਗਾ। ਇਸੇ ਲਈ ਉਹ ਅਜੇ ਕੋਈ ਵੀ ਫੈਸਲਾ ਕਰਨ ਦੇ ਯੋਗ ਨਹੀਂ। ਇਸੇ ਲਈ ਅਸੀਂ ਉਹਨੂੰ ਕਿਸੇ ਗੱਲ ਬਾਰੇ ਵੀ ਕੁਝ ਨਹੀਂ ਆਖਦੇ। ਜਗਜੀਤ ਨੇ ਦੱਸਿਆ। ਕੀ ਫੈਸਲਾ? ਭਾਗੀਰਥ ਨੇ ਜਿਵੇਂ ਚੌਂਕ ਕੇ ਪੁੱਛਿਆ। ਫੈਸਲਾ ਉਹਦੀ ਜ਼ਿੰਦਗੀ ਬਾਰੇ, ਉਹਦੇ ਭਵਿੱਖ ਬਾਰੇ। ਉਹਨੇ ਸਿਰਫ ਤੁਹਾਡੇ ਫੈਸਲੇ ਹੀ ਤਾਂ ਨਹੀਂ ਪ੍ਰਵਾਨ ਕਰ ਲੈਣੇ ਹੁੰਦੇ। ਪਰ ਜਗਜੀਤ ਭੈਣ ਜੀ, ਇਹ ਕਿਉਂ ਭੁੱਲਦੇ ਹੋ ਕਿ ਮੇਰੀ ਪਤਨੀ ਹੈ? ਪਤਨੀ ਸੀ। ਉਹ ਕਿਵੇਂ? ਜਦੋਂ ਪਤੀ ਪਤਨੀ ਨੂੰ ਪਤਨੀ ਵਾਲੇ ਹੱਕ ਨਹੀਂ ਦਿੰਦਾ, ਉਹਦੇ ਉਸ ਉੱਪਰੋਂ ਪਤੀ ਵਾਲੇ ਅਧਿਕਾਰ ਵੀ ਖਤਮ ਹੋ ਜਾਂਦੇ ਨੇ। ਕੀ ਊਸ਼ਾ ਤੁਹਾਡੀ ਇਹ ਗੱਲ ਮੰਨਦੀ ਹੈ? ਮੈਂ ਦੱਸਿਆ ਨਾ, ਅਸੀਂ ਊਸ਼ਾ ਨੂੰ ਅਜੇ ਕਿਸੇ ਗੱਲ ਬਾਰੇ ਵੀ ਕੁਝ ਨਹੀਂ ਆਖਦੇ। ਅਜੇ ਉਹ ਇਸ ਯੋਗ ਹੀ ਕਿੱਥੇ ਹੈ ਕਿ ਕਿਸੇ ਗੱਲ ਬਾਰੇ ਵੀ ਠੀਕ ਤਰ੍ਹਾਂ ਸੋਚ ਸਕੇ। 5 ਸਾਲਾਂ 'ਚ ਜਿਹੜੀ ਉਹਦੀ ਸੋਚਣ ਸ਼ਕਤੀ ਤੁਸੀਂ ਨਸ਼ਟ ਕਰ ਦਿੱਤੀ ਹੈ, ਉਹਨੂੰ ਮੈਂ ਨਸ਼ਟ ਕਰ ਦਿੱਤੀ ਹੈ? ਭਾਗੀਰਥ ਗੱਲ ਟੋਕ ਕੇ ਬੋਲਿਆ। ਹਾਂ, ਮੈਂ ਉਹਦੇ ਭਰਾਵਾਂ ਤੋਂ ਅੰਦਾਜ਼ਾ ਲਗਾ ਸਕਦੀ ਹਾਂ ਊਸ਼ਾ ਦੀਦੀ ਕਿਹੋ ਜਿਹੀ ਹੋਏਗੀ। ਹੁਣ ਤਾਂ ਉਹ ਇੱਕ ਖੰਡਰ ਹੈ, ਇੱਕ ਉਜਾੜ, ਇੱਕ ਪਤਝੜ। ਸੁਣਿਆ ਉਹ ਤਾਂ BA 'ਚੋਂ ਫਸਟ ਆਈ ਹੈ। ਭਾਗੀਰਥ ਤਿੱਖੀ ਬੁੱਧੀ ਵਾਲੀ ਔਰਤ ਦੀਆਂ ਗੱਲਾਂ ਵਿੱਚ ਉਲਝ ਕੇ ਪਤਾ ਨਹੀਂ ਕੀ ਗੱਲਾਂ ਕਰੀ ਜਾ ਰਿਹਾ ਸੀ। ਇਸ ਲਈ ਕਿ ਆਪਣੇ ਆਪ ਨੂੰ ਭੁੱਲਣ ਲਈ ਪੜ੍ਹਦੀ ਹੈ ਅਤੇ ਪੜ੍ਹਨ ਕਰਕੇ ਫਸਟ ਆਈ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ? ਭਾਗੀਰਥ ਨੇ ਜਿਵੇਂ ਹਥਿਆਰ ਸੁੱਟਣ ਵਾਂਗ ਪੁੱਛਿਆ। ਇਹੀ ਕਿ MA ਕਰਕੇ ਉਹ ਨੌਕਰੀ ਕਰ ਲਏ। ਫਿਰ ਉਹ ਸੋਚ ਲਵੇ ਉਹਨੂੰ ਜ਼ਿੰਦਗੀ 'ਚ ਕੀ ਚਾਹੀਦਾ ਹੈ। ਇੱਕ ਬਿਮਾਰ ਜ਼ਹਿਨੀਅਤ ਵਾਲਾ ਭਾਗੀਰਥ ਜਾਂ ਕੋਈ ਹੋਰ? ਤੁਸੀਂ ਤਾਂ ਮੈਨੂੰ ਕਮਿਊਨਿਸਟ ਵਿਚਾਰਾਂ ਦੇ ਲੱਗਦੇ ਹੋ। ਨਹੀਂ ਤਾਂ ਔਰਤਾਂ ਜੇ ਸੈਲਫ ਰਿਸਪੈਕਟ ਨਾਲ ਜਿਉਣਾ, ਆਪਣੇ ਫਰਜ਼ਾਂ ਅਤੇ ਹੱਕਾਂ ਨੂੰ ਪਹਿਚਾਨਣ ਨਾਲ ਜਿਉਣਾ ਕਮਿਊਨਿਜ਼ਮ ਹੈ ਤਾਂ ਮੈਂ ਜ਼ਰੂਰ ਕਮਿਊਨਿਸਟ ਹਾਂ। ਕੀ ਊਸ਼ਾ ਵੀ ਇਉਂ ਹੀ ਸੋਚਦੀ ਹੈ? ਮੈਂ ਦੱਸਿਆ ਨਾ, ਅਜੇ ਉਹ ਸੋਚਣ ਜੋਗੀ ਹੋਈ ਕਿੱਥੇ। ਚਾਹੁੰਦੇ ਜ਼ਰੂਰ ਹਾਂ ਉਹ ਸੋਚਣ ਜੋਗੀ ਹੋ ਜਾਏ, ਪਰ ਮੈਂ ਤਾਂ ਉਹਨੂੰ ਲੈਣ ਆਇਆ। ਭਾਗੀਰਥ ਨੇ ਆਪਣਾ ਹੱਕ ਜਤਲਾਇਆ। ਉਹ ਨਹੀਂ ਜਾਏਗੀ, ਉਹ ਅਜੇ ਬਿਮਾਰ ਹੈ। ਮੈਂ ਆਪੇ ਇਲਾਜ ਕਰਾ ਲਾਂਗਾ। ਪਹਿਲੇ ਆਪ ਤੇ ਠੀਕ ਹੋ ਲਓ। ਮੈਂ ਤੇ ਠੀਕ ਹਾਂ, ਰਾਜੀ ਹਾਂ। ਹਾਂ, ਬਿਮਾਰ ਮਨ ਵਾਲਾ ਆਦਮੀ ਆਪਣੇ ਆਪ ਨੂੰ ਬਿਮਾਰ ਸਮਝਣ ਜੋਗਾ ਵੀ ਕਿੱਥੇ ਹੁੰਦਾ ਹੈ। ਮੈਂ ਭਾਵੇਂ ਬਿਮਾਰ ਹਾਂ ਜਾਂ ਰਾਜੀ ਹਾਂ, ਉਹਦਾ ਪਤੀ ਹਾਂ ਅਤੇ ਉਹਨੂੰ ਆਪਣੇ ਘਰ ਲੈ ਜਾਣ ਦਾ ਅਧਿਕਾਰ ਰੱਖਦਾ। ਭਾਗੀਰਥ ਨੇ ਜ਼ਰਾ ਤਲਖ ਹੋ ਕੇ ਆਖਿਆ। ਨਹੀਂ, ਉਹ ਨਹੀਂ ਜਾਏਗੀ। ਅਸੀਂ ਨਹੀਂ ਭੇਜਾਂਗੇ। ਜਗਜੀਤ ਨੇ ਸਖਤ ਹੋ ਕੇ ਜਵਾਬ ਦਿੱਤਾ। ਠੀਕ ਹੈ, ਨਾ ਭੇਜੋ। ਮੈਂ ਕੋਰਟ 'ਚ ਅਰਜ਼ੀ ਦਿਆਂਗਾ। ਦੇਖਾਂਗਾ ਤੁਸੀਂ ਕਿਵੇਂ ਨਹੀਂ ਭੇਜਦੇ। ਆਖਦਾ ਭਾਗੀਰਥ ਉੱਠ ਖੜ੍ਹਾ ਹੋਇਆ। ਜ਼ਰੂਰ ਦਿਓ। ਅਸੀਂ ਵੀ ਸੋਚਦੇ ਸੀ ਤੁਸੀਂ ਹੁਣ ਤੱਕ ਕੋਰਟ 'ਚ ਅਰਜ਼ੀ ਕਿਉਂ ਨਹੀਂ ਦਿੱਤੀ। ਜਿਸ ਦਿਨ ਊਸ਼ਾ ਦੀਦੀ ਨੂੰ ਘਰੋਂ ਕੱਢਿਆ ਸੀ, ਉਸ ਦਿਨ ਵੀ ਤਾਂ ਤੁਸੀਂ ਇਹੀ ਆਖਦੇ ਸੀ ਕੋਰਟ 'ਚ ਅਰਜ਼ੀ ਦਿਓਗੇ। ਜਗਜੀਤ ਨੇ ਖੜੀ ਹੁੰਦੀ ਨੇ ਆਖਿਆ। ਭਰਿਆ ਪੀਤਾ ਭਾਗੀਰਥ ਗੇਟ ਲੰਘ ਕੇ ਸੜਕ 'ਤੇ ਪਹੁੰਚ ਗਿਆ। ਕਾਰ 'ਚ ਬੈਠ ਕੇ ਡਰਾਈਵਰ ਨੂੰ ਆਖਿਆ, ਚੱਲ। ਕਿਸ ਪਾਸੇ ਵੱਲ ਚੱਲਾਂ ਸਾਹਿਬ? ਡਰਾਈਵਰ ਨੇ ਪੁੱਛਿਆ। ਜਹੰਨਮ ਵੱਲ, ਭਾਗੀਰਥ ਬੋਲਿਆ। ਅਗਲੇ ਦਿਨ ਆਪਣੇ ਪਿੰਡੋਂ ਆ ਕੇ ਜਦੋਂ ਸਾਰੇ ਜਣੇ ਖਾਣੇ ਦੀ ਮੇਜ਼ 'ਤੇ ਬੈਠੇ ਰੋਟੀ ਖਾ ਰਹੇ ਸਨ ਤਾਂ ਜਗਜੀਤ ਨੇ ਸਹਿਜ ਭਾਅ ਨਾਲ ਦੱਸਿਆ, ਤੁਹਾਡੇ ਪਿੰਡੋਂ ਭਾਗੀਰਥ ਭਾਈ ਸਾਹਿਬ ਆਏ ਸਨ। ਊਸ਼ਾ ਦਾ ਗਰਾਹੀ ਤੋੜਦਿਆਂ ਹੱਥ ਜ਼ਰਾ ਕੁ ਕੰਬਿਆ ਤੇ ਹਰੀਸ਼ ਨੇ ਚੌਂਕ ਕੇ ਉਸ ਵੱਲ ਦੇਖਿਆ। ਕੀ ਆਖਦਾ ਸੀ? ਮੇਘ ਨੇ ਪੁੱਛਿਆ। ਆਖਦਾ ਨਹੀਂ, ਆਖੀਦਾ ਵੱਡੇ ਜੀਜਾ ਜੀ ਨੇ, ਜਗਜੀਤ ਨੇ ਟੋਕਿਆ। ਜੀਜਾ ਜੀ ਨਹੀਂ, ਉਹ ਤਾਂ ਸਿਰਫ PCS ਅਫਸਰ ਹੈ। ਤਾਂ ਹੀ ਤਾਂ ਦਿਮਾਗ ਖਰਾਬ ਹੋਇਆ ਪਿਆ। ਅਫਸਰ ਵੀ ਤਾਂ ਬੰਦੇ ਹੀ ਹੁੰਦੇ ਨੇ, ਹਰੀਸ਼ ਬੋਲਿਆ। ਸਾਰੇ ਅਫਸਰ ਬੰਦੇ ਨਹੀਂ ਨਾ ਹੁੰਦੇ। ਛੱਡੋ ਬਹਿਸ, ਦੱਸੋ ਕਿਵੇਂ ਆਏ ਸਨ ਭਾਗੀਰਥ ਸਾਹਿਬ? ਹਰੀਸ਼ ਨੇ ਜਗਜੀਤ ਨੂੰ ਪੁੱਛਿਆ ਤੇ ਨਾਲ ਹੀ ਊਸ਼ਾ ਵੱਲ ਝਾਕਿਆ ਜੋ ਚੁੱਪਚਾਪ ਨੀਵੀਂ ਪਾਈ ਰੋਟੀ ਖਾ ਰਹੀ ਸੀ। ਆਖਦੇ ਸਨ ਊਸ਼ਾ ਦੀਦੀ ਨੂੰ ਲੈਣ ਆਇਆ। ਊਸ਼ਾ ਉਹਦੀ ਗੁਲਾਮ ਹੋ ਗਈ? ਜਦੋਂ ਜੀ ਕੀਤਾ ਧੱਕੇ ਮਾਰ ਕੇ ਕੱਢਤੀ ਤੇ ਜਦੋਂ ਜੀ ਕੀਤਾ ਲੈਣ ਆ ਗਿਆ। ਮੇਘ ਗੁੱਸੇ ਨਾਲ ਬੋਲਿਆ। ਤੁਸੀਂ ਕੀ ਆਖਿਆ? ਹਰੀਸ਼ ਨੇ ਜਗਜੀਤ ਨੂੰ ਪੁੱਛਿਆ। ਮੈਂ ਆਖਿਆ ਅਜੇ ਨਹੀਂ ਜਾ ਸਕਦੀ ਊਸ਼ਾ ਦੀਦੀ। MA ਕਰਕੇ ਨੌਕਰੀ ਕਰਕੇ ਆਪਣੇ ਬਾਰੇ ਸੋਚਣ ਜੋਗੀ ਹੋ ਕੇ ਦੇਖੇਗੀ ਉਹਨੇ ਤੁਹਾਡੇ ਨਾਲ ਰਹਿਣਾ ਹੈ ਜਾਂ ਨਹੀਂ। ਫਿਰ ਆਖਣ ਲੱਗੇ ਮੈਂ ਕੋਰਟ 'ਚ ਅਰਜ਼ੀ ਦੇਵਾਂਗਾ ਅਤੇ ਦੇਖਾਂਗਾ ਤੁਸੀਂ ਕਿਵੇਂ ਨਹੀਂ ਤੋਰਦੇ। ਕੋਰਟ ਤਾਂ ਜਿਵੇਂ ਉਹਦੇ ਪਿਓ ਦਾ ਹੈ ਬਈ ਜੋ ਆਖੂ ਕਰਾ ਲਓ। ਮੈਂ ਤਾਂ ਆਖਿਆ ਸੀ ਭਾਬੀ ਜੀ 4 ਬੰਦੇ ਲੈ ਕੇ ਪੁੱਛ ਲੈਂਦੇ ਹਾਂ ਸਾਲੇ ਨੂੰ, ਨਹੀਂ ਤਾਂ ਵੇਲੇ ਕੁ ਵੇਲੇ ਘੇਰ ਕੇ 4 ਛੇਤਰ ਲਾ ਦਿੰਦੇ ਹਾਂ, ਆਪੇ ਆਜੂ ਦਿਮਾਗ ਟਿਕਾਣੇ। ਮੇਘ ਗੁੱਸੇ ਨਾਲ ਆਖ ਰਿਹਾ ਸੀ। ਸਿਰਫ ਆਪਣੇ ਕੰਮਾਂ ਵੱਲ ਧਿਆਨ ਦਿਆ ਕਰ, ਹਰੀਸ਼ ਨੇ ਮੇਘ ਨੂੰ ਝਾੜ ਪਾਈ। ਊਸ਼ਾ ਛੇਤੀ ਰੋਟੀ ਖਾ ਕੇ ਹੱਥ ਧੋ ਕੇ ਆਪਣੇ ਕਮਰੇ 'ਚ ਚਲੀ ਗਈ। ਹਰੀਸ਼ ਤੇ ਜਗਜੀਤ ਨੂੰ ਹੁਣ ਜਿਵੇਂ ਕੋਈ ਗੱਲ ਨਹੀਂ ਸੀ ਔੜ ਰਹੀ।
ਰੋਟੀ ਖਾ ਕੇ ਮੇਘ ਆਪਣੇ ਕਿਸੇ ਦੋਸਤ ਵੱਲ ਚਲਾ ਗਿਆ ਤੇ ਹਰੀਸ਼ ਪਿੰਡ ਜਾਣ ਕਰਕੇ ਐਤਵਾਰ ਦੇ ਬਚੇ ਅਖਬਾਰ ਪੜ੍ਹਨ ਲੱਗ ਪਿਆ। ਜਗਜੀਤ ਨੇ ਮੇਜ਼ ਤੋਂ ਭਾਂਡੇ ਚੁੱਕੇ, ਮੇਜ਼ ਸਾਫ਼ ਕੀਤਾ, ਟੌਮੀ ਨੂੰ ਰੋਟੀ ਪਾਈ, ਫਿਰ ਕੱਪੜੇ ਬਦਲੇ, ਮੂੰਹ ਹੱਥ ਧੋਤਾ। ਮੂੰਹ ਉੱਪਰ ਕੋਲਡ ਕਰੀਮ ਮਲਦੀ ਆਪਣੇ ਸੌਣ ਵਾਲੇ ਕਮਰੇ ਵੱਲ ਜਾਂਦੀ ਨੇ ਵੇਖਿਆ ਊਸ਼ਾ ਮੰਜੇ ਤੇ ਪਈ ਚੁੱਪਚਾਪ ਛੱਤ ਵੱਲ ਵੇਖ ਰਹੀ ਸੀ। ਜਗਜੀਤ ਨੇ ਊਸ਼ਾ ਨੂੰ ਤਾਂ ਕੁਝ ਨਾ ਆਖਿਆ, ਪਰ ਅੱਜ ਚੋਖੀ ਰਾਤ ਤੀਕ ਉਹਨੂੰ ਨੀਂਦ ਨਾ ਆਈ। ਸੋਚਦੀ ਰਹੀ, ਊਸ਼ਾ ਦੀਦੀ ਦੇ ਹਾਣ ਦੀਆਂ ਕੁੜੀਆਂ ਅਜੇ ਤੱਕ ਕੁਆਰੀਆਂ ਫਿਰਦੀਆਂ ਨੇ ਤੇ ਇਹ ਇਸ ਉਮਰੇ ਕਿਹੜੇ ਵਕਤਾਂ ਨੂੰ ਫੜੀ ਗਈ। ਜੇ ਇਹਦੇ ਕਿਧਰੇ ਇੱਕ ਬੱਚਾ ਹੋ ਜਾਂਦਾ ਫਿਰ ਸ਼ਾਇਦ ਸਭ ਕੁਝ ਇਉਂ ਨਾ ਹੁੰਦਾ, ਪਰ ਨਹੀਂ, ਇਹ ਵੀ ਸ਼ਾਇਦ ਮੇਰਾ ਭਰਮ ਹੀ ਹੈ। ਪਰ ਮੈਂ ਕਹਿੰਦੀ ਹਾਂ, ਜਿਹੜਾ ਆਦਮੀ ਇੱਕ ਵਾਰੀ ਧੱਕੇ ਦੇ ਕੇ ਘਰੋਂ ਕੱਢ ਦੇਵੇ ਉਹਦੇ ਮੁੜ ਕੇ ਤੁਸੀਂ ਮੱਥੇ ਕਿਵੇਂ ਲੱਗ ਸਕਦੇ ਹੋ? ਇਦੋਂ ਤਾਂ ਬੰਦਾ ਮੰਗ ਕੇ ਖਾ ਲੇ। ਜੇ ਕਦੇ ਹਰੀਸ਼ ਹੋਰੀ ਮੇਰੇ ਨਾਲ ਇਉਂ ਕਰਨ, ਮੈਂ ਸੋਚਦੀ ਉਲਝ ਜੀ ਗਈ ਤੇ ਸੋਚਦੀ ਪਤਾ ਨਹੀਂ ਕਦੋਂ ਸੌਂ ਗਈ। ਅੱਧੀ ਕੁ ਰਾਤ ਉਹਨੂੰ ਅਜੀਬ ਭੌਜਲ ਜਿਹਾ ਵਿਖਾਈ ਦਿੱਤਾ, ਜਿਵੇਂ ਪਿੰਡ ਉਹਦਾ ਸਹੁਰਾ ਕਿਸੇ ਟਰੱਕ ਹੇਠ ਆ ਗਿਆ ਹੁੰਦਾ ਤੇ ਬੜੀਆਂ ਸੱਟਾਂ ਲੱਗੀਆਂ। ਡਰ ਕੇ ਉਹਦੀ ਜਾਗ ਖੁੱਲ੍ਹ ਗਈ। ਉਹ ਹਰੀਸ਼ ਵੱਲ ਝਾਕੀ। ਉਹ ਅੱਖਾਂ ਬੰਦ ਕਰੀ ਪਿਆ ਸੀ, ਪਰ ਉਹਨੂੰ ਪਤਾ ਸੀ ਉਹ ਸੁੱਤਾ ਨਹੀਂ ਸੀ ਹੋਇਆ। ਸੁੱਤਿਆਂ ਤਾਂ ਉਹਦੀਆਂ ਅੱਖਾਂ ਜ਼ਰਾ ਖੁੱਲ੍ਹੀਆਂ ਹੁੰਦੀਆਂ ਨੇ। ਉੱਠ ਕੇ ਬਾਥਰੂਮ ਗਈ। ਮੁੜੀ ਆਉਂਦੀ ਨੇ ਦੇਖਿਆ ਊਸ਼ਾ ਉਸੇ ਤਰ੍ਹਾਂ ਉਸੇ ਥਾਂ ਮੰਜੇ 'ਤੇ ਪਈ ਛੱਤ ਵੱਲ ਝਾਕੀ ਜਾ ਰਹੀ ਸੀ। ਊਸ਼ਾ ਦੀਦੀ, ਜਗਜੀਤ ਨੇ ਉਹਦੇ ਵੱਲ ਦੇਖਦਿਆਂ ਬੈਠਦਿਆਂ ਹਾਕ ਮਾਰੀ। ਊਸ਼ਾ ਤਰਬਕੀ। ਕਿੰਨੇ ਵੱਜ ਗਏ? ਉਹਨੇ ਭਾਬੀ ਤੋਂ ਪੁੱਛਿਆ। ਸੁੱਤੇ ਨਹੀਂ ਅੱਜ? ਭਾਗੀਰਥ ਭਾਈ ਸਾਹਿਬ ਯਾਦ ਆ ਰਹੇ ਨੇ? ਜਗਜੀਤ ਨੇ ਆਪਣੇ ਜਾਣੋਂ ਮਜ਼ਾਕ ਕੀਤਾ। ਹਾਂ, ਊਸ਼ਾ ਨੇ ਆਖਿਆ। ਉਹ ਵੀ ਤੁਹਾਨੂੰ ਯਾਦ ਕਰ ਰਹੇ ਹੋਣੇ ਨੇ, ਤਦੀ ਤਾਂ ਆਖਦੇ ਨੇ ਦਿਲਾਂ ਨੂੰ ਦਿਲਾਂ ਨਾਲ ਰਾਹ ਹੁੰਦੇ ਨੇ। ਜਗਜੀਤ ਨੇ ਫਿਰ ਮਜ਼ਾਕ ਕੀਤਾ। ਮੈਨੂੰ ਤੁਸੀਂ ਕਿਸੇ ਦੂਰ ਸ਼ਹਿਰ ਵਿੱਚ ਐਮਏ ਕਰਨ ਨਹੀਂ ਭੇਜ ਸਕਦੇ? ਉਹਨੇ ਜਿਵੇਂ ਬਹੁਤ ਪਰੇਸ਼ਾਨ ਹੋ ਕੇ ਪੁੱਛਿਆ। ਇੱਥੇ ਸਾਡੇ ਕੋਲ ਕੋਈ ਔਖ ਹੈ? ਪਿੰਡ ਮਾਂ ਤੇ ਪਾਪਾ ਜੀ ਆਖਣਗੇ ਸ਼ਾਇਦ ਭਰਜਾਈ ਨੇ ਚੰਗੀ ਨਹੀਂ ਰੱਖੀ। ਨਹੀਂ ਭਾਬੀ ਜੀ, ਇੱਥੇ ਮੈਨੂੰ ਉਹ ਜਿਉਣ ਨਹੀਂ ਦੇਣਗੇ। ਕੌਣ? ਭਾਗੀਰਥ? ਉਹਦੀ ਕੀ ਮਜਾਲ ਹੈ, ਤੁਹਾਡੀ ਹਵਾ ਕੰਨੀ ਵੀ ਝਾਕ ਜੇ। ਅਸੀਂ ਮਰ ਤਾਂ ਨਹੀਂ ਗਏ। ਉਹ ਮੈਨੂੰ ਮਰਵਾ ਦੇਣਗੇ। ਊਸ਼ਾ ਨੇ ਜਦੋਂ ਆਖਿਆ, ਜਗਜੀਤ ਦਾ ਜਿਵੇਂ ਤਰਾਹ ਨਿਕਲ ਗਿਆ। ਕੋਈ ਬੰਦਾ ਇਉਂ ਵੀ ਕਰ ਸਕਦਾ ਹੈ? ਉਹਨੇ ਕਦੇ ਸੋਚਿਆ ਨਹੀਂ ਸੀ, ਪਰ ਊਸ਼ਾ ਦੇ ਆਖਣ 'ਤੇ ਉਹ ਪਰੇਸ਼ਾਨ ਜੀ ਹੋ ਗਈ। ਫਿਰ ਹੌਸਲਾ ਕਰਕੇ ਬੋਲੀ, ਕਿਸੇ ਨੂੰ ਮਰਵਾਉਣਾ ਐਡਾ ਆਸਾਨ ਨਹੀਂ ਹੁੰਦਾ। ਨਾਲੇ ਮਰਵਾ ਕੇ ਆਪ ਕੀ ਫਿਰ ਪਤਾਲ 'ਚ ਉਤਰ ਜੂਗਾ। ਜਾਣਦਾ ਨਹੀਂ, ਮੇਘ ਨੂੰ ਸਾਰੇ ਖਾਨਦਾਨ ਦੇ ਸੀਰਮੇ ਪੀ ਜੂ। ਮੈਂ ਨਹੀਂ ਚਾਹੁੰਦੀ ਮੇਰੇ ਪਿੱਛੇ ਕੁਝ ਵੀ ਹੋਵੇ। ਮੈਨੂੰ ਤੁਸੀਂ ਕਿਧਰੇ ਦੂਰ ਪੜ੍ਹਨ ਭੇਜ ਦਿਓ, ਨਹੀਂ ਤਾਂ ਮੈਂ ਉੱਥੇ ਉਹਨਾਂ ਦੇ ਕੋਲ ਹੀ ਚਲੀ ਜਾਂਦੀ ਹਾਂ। ਜੋ ਹੋਊ ਦੇਖੀ ਜਾਊ। ਜਗਜੀਤ ਹੈਰਾਨ ਹੋ ਕੇ ਊਸ਼ਾ ਵੱਲ ਝਾਕੀ। ਫਿਰ ਉਹਦਾ ਮੋਢਾ ਥਪਥਪਾਉਂਦੀ ਬੋਲੀ, ਪੜ੍ਹਨ ਜਿੱਥੇ ਆਖੇਂਗੀ ਭੇਜ ਦਿਆਂਗੇ, ਪਰ ਸਾਡੇ ਜਿਉਂਦਿਆਂ ਮਜਾਲ ਨਹੀਂ ਕੋਈ ਤੇਰੀ ਹਵਾ ਕੰਨੀ ਵੀ ਝਾਕ ਜੇ। ਰੱਬ ਕਰੇ ਕੱਲ੍ਹ ਨੂੰ ਮੇਘ IAS ਕਰ ਗਿਆ, ਦੇਖੀ ਇਹੀ ਭਾਗੀਰਥ ਜੇ ਹੱਥ ਨਾ ਬੰਨ੍ਹਦਾ ਫਿਰੇ। ਪਰ ਹੁਣ ਉਹ ਲੈਣ ਕਾਹਦੇ ਲਈ ਆਏ ਸੀ ਇੰਨੇ ਸਾਲਾਂ ਮਗਰੋਂ? ਸੋਚਦਾ ਉਹ ਮੁਫਤ ਦੀ ਨੌਕਰਾਣੀ ਮਿਲੇ ਕੀ ਮਾੜੀ ਹੈ। ਬਾਕੀ ਫਸਲੀ ਬਟੇਰਿਆਂ ਦੇ ਮਗਰ ਫਿਰ ਕੇ ਵੀ ਚਾਅ ਲਾ ਲਿਆ ਹੋ। ਤੇ ਨਾਲੇ ਹੁਣ ਤੂੰ ਠੀਕ ਜੋ ਹੋ ਗਈ ਹੈ। ਜੇ ਮਰ ਜਾਂਦੀ ਹੋਰ ਵਿਆਹ ਕਰਵਾ ਲੈਂਦਾ। ਭਾਬੀ ਜੀ, ਇਉਂ ਕਿਉਂ ਹੈ ਕਿ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਮਾਪੇ ਲੜਕੀ ਕਿਸੇ ਨੂੰ ਦੇ ਛੱਡਦੇ ਨੇ ਵੀ ਇਹਦਾ ਜੋ ਮਰਜ਼ੀ ਕਰ। ਇਸ ਲਈ ਕਿ ਪਹਿਲੇ ਕੁੜੀਆਂ ਨੇ ਕਦੇ ਇਉਂ ਸੋਚਿਆ ਹੀ ਨਹੀਂ ਸੀ ਕਿ ਇਹ ਕਿਉਂ ਹੈ। ਮੈਂ ਵੀ ਤਾਂ ਕੁੜੀ ਹੋਈ ਹਾਂ, ਮੇਰੇ ਨਾਲ ਕੋਈ ਭਲਾ ਜੋ ਮਰਜ਼ੀ ਕਰ ਸਕਦਾ ਹੈ। ਹਰੀਸ਼ ਬਾਈ ਤਾਂ ਉਂਝ ਹੀ ਬਹੁਤ ਚੰਗਾ ਹੈ। ਜਾਣਦੇ ਊਸ਼ਾ ਦੀਦੀ, ਆਦਮੀ ਕੋਈ ਚੰਗਾ ਨਹੀਂ ਹੁੰਦਾ, ਚੰਗਾ ਬਣਾਉਣਾ ਪੈਂਦਾ ਹੈ। ਰੱਬ, ਰਾਜਾ ਤੇ ਮਾਲਕ ਤਿੰਨੇ ਇੱਕੋ ਮਿੱਟੀ ਦੇ ਬਣੇ ਨੇ। ਇਸੇ ਲਈ ਤੰਗ ਆ ਕੇ ਰੱਬ ਤੇ ਰਾਜੇ ਦਾ ਲੋਕਾਂ ਫਾਹਾ ਵੱਢ ਦਿੱਤਾ ਹੈ ਤੇ ਬਾਕੀ ਰਹਿ ਗਿਆ ਮਾਲਕ। ਵਕਤ ਨਾਲ ਉਹਦਾ ਵੀ ਇੰਤਜ਼ਾਮ ਹੋ ਜਾਊ। ਨਹੀਂ ਭਾਬੀ ਜੀ, ਇਸ ਗੱਲ ਦਾ ਕੁਝ ਨਹੀਂ ਹੋ ਸਕਦਾ, ਊਸ਼ਾ ਨੇ ਉਦਾਸ ਜਿਹੀ ਆਵਾਜ਼ 'ਚ ਆਖਿਆ। ਹੋ ਸਕਦਾ ਜੇ ਔਰਤਾਂ ਤਕੜੀਆਂ ਹੋਣ। ਸਿਰਫ ਇੱਕ ਗੱਲ ਕਰਨ ਦੀ ਲੋੜ ਹੈ ਕਿ ਉਹ ਆਪਣਾ ਮੁੱਲ ਆਦਮੀ ਤੋਂ ਪਾਉਣ ਦੀ ਥਾਂ ਆਪਣਾ ਮੁੱਲ ਆਪ ਪਾਉਣਾ ਸਿੱਖਣ। ਊਸ਼ਾ ਹੈਰਾਨ ਹੋਈ ਭਾਬੀ ਦੀਆਂ ਗੱਲਾਂ ਸੁਣਦੀ ਰਹੀ। ਸੌਂ ਜਾਓ ਹੁਣ। ਬਾਥਰੂਮ ਵੱਲ ਜਾਂਦੇ ਹਰੀਸ਼ ਨੇ ਊਸ਼ਾ ਤੇ ਜਗਜੀਤ ਨੂੰ ਆਖਿਆ। ਅੱਛਾ ਦੀਦੀ, ਗੁੱਡ ਨਾਈਟ। ਆਖ ਜਗਜੀਤ ਉੱਠ ਕੇ ਆਪਣੇ ਕਮਰੇ 'ਚ ਚਲੀ ਗਈ। ਊਸ਼ਾ ਨੇ ਉੱਠ ਕੇ ਬਾਹਰ ਬੰਦ ਕੀਤਾ, ਲਾਈਟ ਬੁਝਾਈ ਤੇ ਹਨੇਰੇ ਵੱਲ ਬਿੱਟ ਝਾਕਦੀ
ਆਪਣੇ ਮੰਜੇ ਉੱਤੇ ਆ ਕੇ ਪੈ ਗਈ। ਜਗਜੀਤ ਹੋਰਾਂ ਲੋਕਾਂ ਨੂੰ ਦੱਸਿਆ ਕਿ ਊਸ਼ਾ ਨੂੰ ਸ਼ਾਂਤੀ ਨਿਕੇਤਨ ਪੜ੍ਹਨ ਭੇਜਿਆ ਹੈ ਤੇ ਉਹਨੂੰ ਚੁੱਪਚਾਪ ਦਿੱਲੀ ਦਾਖਲ ਕਰਵਾ ਦਿੱਤਾ ਸੀ ਅੰਗਰੇਜ਼ੀ ਦੀ ਐਮਏ ਕਰਨ ਲਈ। ਦਿੱਲੀ ਜਿਵੇਂ ਉਹ ਇੱਕ ਹੋਰ ਹੀ ਸੰਸਾਰ 'ਚ ਆ ਗਈ ਸੀ। ਤਰ੍ਹਾਂ ਤਰ੍ਹਾਂ ਦੇ ਫੈਸ਼ਨ, ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ, ਤਰ੍ਹਾਂ ਤਰ੍ਹਾਂ ਦੇ ਕੱਪੜੇ, ਵਾਲਾਂ ਦੇ ਸਟਾਈਲ, ਲੋਸ਼ਨ, ਕਰੀਮਾਂ, ਪਾਊਡਰ, ਸੈਂਟ, ਸੁਗੰਧਾਂ ਤੇ ਸਭ ਤੋਂ ਵੱਧ ਆਪਣੇ ਚਿਹਰੇ ਉੱਪਰ ਇੱਕ ਨਕਲੀ ਚਿਹਰਾ, ਹੱਸਦਾ ਮੁਸਕਰਾਉਂਦਾ ਤੇ ਚੰਗਾ ਲੱਗਣ ਵਾਲਾ ਚਿਹਰਾ ਲਗਾਈ ਰੱਖਣਾ ਉੱਥੋਂ ਦੀਆਂ ਲੜਕੀਆਂ ਲਈ ਮਰਜ਼ੀ ਨਹੀਂ ਮਜਬੂਰੀ ਬਣ ਗਿਆ ਹੋਇਆ ਸੀ। ਕਾਹਦੇ ਲਈ? ਕਿਸੇ ਬੰਦੇ ਨੂੰ ਜਿੱਤਣ ਲਈ, ਕਿਸੇ ਬੰਦੇ ਨੂੰ ਗਵਾ ਨਾ ਦੇਣ ਲਈ। ਊਸ਼ਾ ਸੋਚਦੀ ਤੇ ਉਹ ਸਭ ਕੁੜੀਆਂ ਊਸ਼ਾ ਨੂੰ ਖੇਡਾਂ ਦੀਆਂ ਲੱਗਣ ਲੱਗ ਜਾਂਦੀਆਂ। ਕੁਝ ਹੁਸ਼ਿਆਰ ਲੜਕੀਆਂ ਨੇ ਉਹਨੂੰ ਵਿਚਾਰੀ ਨਵੀਂ ਪੇਂਡੂ ਸਧਾਰਨ ਸਮਝ ਹਮਦਰਦੀ ਵਜੋਂ ਟ੍ਰਿਕਸ ਆਫ ਦਾ ਟ੍ਰੇਡ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਉਹ ਤੋਂ ਸੀਨੀਅਰ ਉਹਦੇ ਨਾਲ ਕਮਰੇ ਵਾਲੀ ਪੰਮੀ ਨੇ ਦੱਸਿਆ ਕਿ ਅੱਜ ਕੱਲ੍ਹ ਕਿਹੜੇ ਰੰਗਾਂ ਦਾ ਫੈਸ਼ਨ ਹੈ, ਦਰਜੀ ਕਿਹੜਾ ਚੰਗਾ ਹੈ, ਇੰਪੋਰਟਡ ਕਾਸਮੈਟਿਕਸ ਦੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇ, ਵਾਲ ਕਿੱਥੋਂ ਸੈੱਟ ਕਰਵਾਈਦੇ ਨੇ, ਮੇਕਅਪ ਕਿਵੇਂ ਕਰੀਦਾ ਤੇ ਖਾਸ ਮੌਕਿਆਂ ਉੱਤੇ ਸੈਂਟ ਕਿਹੜਾ ਲਗਾਈਦਾ। ਨਾਲ ਇਹ ਵੀ ਸਮਝਾਇਆ ਸ਼ੁਰੂ 'ਚ ਕਿਸੇ ਲੜਕੇ ਨਾਲ ਲੇਟ ਨਾਈਟ ਪਾਰਟੀਆਂ ਉੱਪਰ ਇਕੱਲੇ ਨਹੀਂ ਜਾਈਦਾ। ਪਹਿਲੇ ਖੋਲ੍ਹਿਆ ਕੋਲਡ ਡਰਿੰਕ ਨਹੀਂ ਪੀਦਾ, ਖਬਰੇ ਅਗਲਾ ਵਿੱਚ ਕੀ ਪਾ ਲਿਆਵੇ। ਕਾਰ ਵਿੱਚ ਕਿਸੇ ਤੋਂ ਲਿਫਟ ਨਹੀਂ ਲਈਦੀ, ਕੀ ਪਤਾ ਅਗਲਾ ਕਿੱਥੇ ਲੈ ਜਾਵੇ। ਕਿਸੇ ਤੋਂ ਵੱਡਾ ਪ੍ਰੈਜ਼ੈਂਟ ਨਹੀਂ ਲਈਦਾ, ਕਿਉਂਕਿ ਮੁਫਤ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ। ਕਿਧਰੇ ਵੀ ਜਾਓ ਕਮਰੇ 'ਚ ਲਿਖ ਕੇ ਰੱਖ ਜਾਓ ਕਿੱਥੇ ਤੇ ਕਿਹਦੇ ਨਾਲ ਜਾ ਰਹੇ ਹੋ। ਤੇ ਸਭ ਤੋਂ ਵੱਧ ਗੱਲ, ਕੁਝ ਜ਼ਰੂਰੀ ਸਮਾਨ ਹਮੇਸ਼ਾ ਆਪਣੇ ਪਰਸ 'ਚ ਰੱਖੀਦਾ, ਨਹੀਂ ਤਾਂ ਨਵੀਆਂ ਆਈਆਂ ਕੁੜੀਆਂ ਵਿਚਾਰੀਆਂ ਅਕਸਰ ਫਸ ਜਾਂਦੀਆਂ ਨੇ। ਇੱਕ ਵਾਰੀ ਬੰਦਾ ਇੱਥੋਂ ਦੇ ਤੌਰ ਤਰੀਕਿਆਂ ਤੋਂ ਜਾਣੂ ਹੋ ਜਾਏ ਫਿਰ ਕੋਈ ਡਰ ਨਹੀਂ। ਜਿੱਥੇ ਮਰਜ਼ੀ ਜਾਓ, ਜਿਹਦੇ ਨਾਲ ਮਰਜ਼ੀ ਜਾਓ, ਜਿੰਨੇ ਚਿਰ ਲਈ ਮਰਜ਼ੀ ਜਾਓ। ਸਗੋਂ ਸਾਲਿਆਂ ਦਾ ਜਿੰਨਾ ਬਹੁਤਾ ਬੁੱਧੂ ਬਣਾਓ ਓਨਾ ਹੀ ਚੰਗਾ। ਬਸ ਇੱਕ ਗੱਲ ਯਾਦ ਰੱਖੋ, ਕਿਸੇ ਨਾਲ ਵਿਆਹ ਦਾ ਵਾਅਦਾ ਨਾ ਕਰੋ, ਫਿਰ ਤਾਂ ਸਾਲਾ ਅਗਲਾ ਆਪਣੀ ਵਸਤ ਸਮਝ ਕੇ ਹੀ ਤੁਹਾਨੂੰ ਵਰਤਣ ਲੱਗ ਜਾਂਦਾ। ਨਾਲੇ ਵਿਆਹ ਵੀ ਕਿਸੇ ਨੇ ਨਹੀਂ ਕਰਵਾਉਣਾ ਹੁੰਦਾ, ਸੋ ਇਸ ਚੱਕਰ 'ਚ ਹੀ ਨਾ ਪਾਓ। ਵਿਆਹ ਵੇਲੇ ਤਾਂ ਸਾਲੇ ਆਖਦੇ ਨੇ ਕੋਰੀ ਕੁੜੀ ਚਾਹੀਦੀ ਹੈ। ਸੋ ਐਸ਼ ਨਾਲ ਜੀਓ, ਭੁੱਲ ਜਾਓ ਸਭ ਗਮ ਅਗਲੇ ਪਿਛਲੇ। ਪਰ ਹਾਂ, ਡਰਿੰਕ ਦੀ ਆਦਤ ਨਾ ਪਾਓ। ਕਦੇ ਵਿੱਚ ਨਾਗਾ ਪਾ ਦਿਓ, ਨਹੀਂ ਤਾਂ ਛੁੱਟੀਆਂ 'ਚ ਘਰ ਜਾ ਕੇ ਬੁਰਾ ਹਾਲ ਹੁੰਦਾ, ਫਿਰ ਗੋਲੀਆਂ ਖਾਣੀਆਂ ਪੈਂਦੀਆਂ ਨੇ। ਹਾਂ, ਇੱਕ ਜ਼ਰੂਰੀ ਗੱਲ ਹੋਰ, ਪਹਿਲੇ ਸਾਲ ਪੇਪਰ ਛੱਡ ਦਿਓ, ਘਰਦਿਆਂ ਨੂੰ ਲਿਖ ਦਿਓ ਬਿਮਾਰ ਹੋ ਗਈ ਸੀ। ਅਗਲੇ ਸਾਲ ਨੰਬਰ ਵੀ ਚੰਗੇ ਆ ਜਾਣਗੇ ਤੇ ਇਉਂ ਇੱਕ ਸਾਲ ਹੋਰ ਡ੍ਰੀਮਲੈਂਡ ਵਿੱਚ ਗੁਜ਼ਾਰੋ। ਇੱਕ ਸਭ ਤੋਂ ਜ਼ਰੂਰੀ ਗੱਲ ਤਾਂ ਰਹਿ ਹੀ ਗਈ ਹੈ ਕਿ ਭਾਵੇਂ ਕਿਸੇ ਨਾਲ ਵੀ ਜਾਓ, ਕਦੇ ਪੈਸੇ ਆਪ ਨਾ ਖਰਚੋ। ਆਪ ਪੈਸੇ ਖਰਚਣਾ ਐਟੀਕੇਟ ਦੇ ਉਲਟ ਹੈ ਤੇ ਨਾਲੇ ਅਗਲੇ ਨੂੰ ਪਤਾ ਲੱਗ ਜਾਂਦਾ ਹੈ ਤੁਸੀਂ ਇਸ ਸ਼ਹਿਰ 'ਚ ਨਵੇਂ ਆਏ ਹੋ। ਬਾਕੀ ਹੋਰ ਬਹੁਤ ਕੁਝ ਆਪੇ ਹੌਲੀ ਪਤਾ ਲੱਗ ਜਾਏਗਾ। ਤਦ ਹੀ ਤਾਂ ਕਿਸੇ ਨੇ ਆਖਿਆ ਹੈ, ਤੇ ਠੀਕ ਹੀ ਆਖਿਆ ਹੈ, ਕਿ ਤੁਸੀਂ ਜਦੋਂ ਦਿੱਲੀ ਆਉਂਦੇ ਹੋ ਤਾਂ ਕੋਈ ਹੋਰ ਹੁੰਦੇ ਹੋ, ਜਦੋਂ ਦਿੱਲੀ ਤੋਂ ਜਾਂਦੇ ਹੋ ਤਾਂ ਕੋਈ ਹੋਰ ਹੁੰਦੇ ਹੋ। ਇਸੇ ਨੂੰ ਤਾਂ ਆਖਦੇ ਨੇ ਐਜੂਕੇਸ਼ਨ, ਪੰਮੀ ਨੇ ਮੁੜ ਦੱਸਿਆ ਸੀ। ਊਸ਼ਾ ਨੇ ਸਭ ਕੁਝ ਸੁਣਿਆ ਤੇ ਸੁਣ ਕੇ ਮਨ ਵਿੱਚ ਹੱਸ ਛੱਡਿਆ। 2 ਮਹੀਨੇ ਹੋ ਗਏ ਸਨ ਉਹਨੂੰ ਇੱਥੇ ਆਇਆ, ਪਰ ਉਹ ਯੂਨੀਵਰਸਿਟੀ, ਲਾਇਬ੍ਰੇਰੀ, ਹੋਸਟਲ ਤੇ ਆਪਣੇ ਕਮਰੇ ਤੱਕ ਹੀ ਸੀਮਤ ਸੀ। ਕਿਸੇ ਚੀਜ਼ ਦੀ ਬਾਜ਼ਾਰੋਂ ਲੋੜ ਹੁੰਦੀ ਤਾਂ ਉਹ ਚਪੜਾਸੀ ਨੂੰ ਜ਼ਰਾ ਵੱਧ ਪੈਸੇ ਦੇ ਕੇ ਮੰਗਵਾ ਲੈਂਦੀ। ਬਸ ਕਦੇ ਉਹ ਕੁੜੀਆਂ ਨਾਲ ਫਿਲਮ ਦੇਖਣ ਜਾਂਦੀ ਸੀ ਤੇ ਉੱਥੋਂ ਹੀ ਪਰਤਦੀ ਉਹ 1-2 ਵੱਡੀਆਂ ਕਿਤਾਬਾਂ ਦੀਆਂ ਦੁਕਾਨਾਂ ਵੱਲ ਵੀ ਜਾ ਆਉਂਦੀ। ਅੱਗੇ ਪਿੱਛੋਂ ਕਿਤਾਬੀ ਕੀੜਾ, ਐਬਨੋਰਮਲ, ਕਿਸੇ ਗਰੀਬ ਫੈਮਿਲੀ ਦੀ ਤੇ ਬੈਕਵਰਡ ਹੋਣ ਦੇ ਫਤਵੇ ਉਹਨੂੰ ਮਿਲਦੇ ਰਹੇ। ਕੁਝ ਕੁੜੀਆਂ ਨੇ ਉਹਦੇ ਘਬਰਾਉਣ ਬਾਰੇ, ਉਹਦੇ ਘਰ-ਬਾਰ ਬਾਰੇ ਵੀ ਜਾਣਨਾ ਚਾਹਿਆ ਤਾਂ ਉਹਨੇ ਬਿਨਾਂ ਝਿਜਕ ਆਪਣੇ ਪਿੰਡ ਦਾ ਪਤਾ ਤੇ ਆਪਣੇ ਪਿਓ ਦਾ ਨਾਂ ਤੇ ਉਹਨਾਂ ਦੇ ਮਾਸਟਰ ਹੋਣ ਬਾਰੇ ਦੱਸ ਦਿੱਤਾ। ਹੁਣ ਉਹਦੇ ਵਿਹਾਰ ਦੀ ਪੈਂਟਾਂ ਪਾਉਂਦੀਆਂ, ਕੱਟੇ ਵਾਲਾਂ ਵਾਲੀਆਂ, ਫਟਾਫਟ ਅੰਗਰੇਜ਼ੀ ਬੋਲਦੀਆਂ ਕੁੜੀਆਂ ਨੂੰ ਜਿਵੇਂ ਪੂਰੀ ਤਰ੍ਹਾਂ ਸਮਝ ਆ ਗਈ। ਹੋਰ ਕੁਝ ਵੀ ਪੁੱਛਣ ਦੀ ਜਿਵੇਂ ਲੋੜ ਨਹੀਂ ਸੀ ਰਹਿ ਗਈ। ਊਸ਼ਾ ਦੀ ਮਿੱਠੀ ਸੂਰਤ ਤੇ ਸੀਰਤ ਕਾਰਨ ਬੋਲਚਾਲ ਅਜੇ ਵੀ ਕਾਇਮ ਸੀ, ਨਹੀਂ ਤਾਂ ਇੱਕ ਪੇਂਡੂ ਕੁੜੀ ਨਾਲ ਉਹਨਾਂ ਦਾ ਭਲਾ ਕੀ ਮੇਲ। ਉਹਨੂੰ ਪੇਂਡੂ ਤੋਂ ਸ਼ਹਿਰ ਬਣਾਉਣ ਦੇ ਯਤਨ ਉਹਨਾਂ ਨੇ ਪੂਰਨ ਭੰਨ ਛੱਡੇ ਨਹੀਂ ਸਨ। ਅਜੇ ਵੀ ਕਦੇ ਉਹਨਾਂ 'ਚੋਂ ਕੋਈ ਉਹਨੂੰ ਕਿਸੇ ਰੈਸਟੋਰਾਂ ਵਿੱਚ ਪਾਰਟੀ 'ਤੇ ਚੱਲਣ ਲਈ ਪੁੱਛ ਲੈਂਦੀ, ਕੋਈ ਨਵਾਂ ਹੇਅਰ ਸਟਾਈਲ ਬਣਾ ਕੇ ਦੱਸਣ ਲਈ ਆਖਦੀ ਤੇ ਕੋਈ ਸਿਗਰਟ 'ਚੋਂ 2 ਸੂਟੇ ਲਾ ਕੇ ਦੇਖਣ ਲਈ ਆਖਦੀ ਤੇ ਕੋਈ ਤਾਂ ਕਦੇ ਪੀ ਕੇ
ਲੋਰ ਚਾ ਕੇ ਆਖਦੀ, ਪੀਏਂਗੀ ਨਹੀਂ ਤਾਂ ਜੀਏਂਗੀ ਕਿਵੇਂ? ਪੀਊ ਬੇਟਾ ਪੀਊ। ਊਸ਼ਾ ਕਦੇ ਕਦੇ ਪਰੇਸ਼ਾਨ ਹੋ ਕੇ ਭਾਬੀ ਨੂੰ ਖਤ ਲਿਖਦੀ, ਭਾਬੀ ਜੀ ਮੇਰਾ ਜੀ ਕਰਦਾ ਮੈਂ ਫੇਰ ਮੁੜ ਕੇ 8-10 ਸਾਲਾਂ ਦੀ ਉਹ ਊਸ਼ਾ ਹੋਵਾਂ। ਪਿੰਡ ਦੇ ਸਕੂਲ 'ਚ ਪੜ੍ਹਦੀ ਮਾਸਟਰ ਮਦਨ ਲਾਲ ਦੀ ਧੀ ਊਸ਼ਾ, ਜਿਹੜੀ ਜਾਮਣਾਂ ਦੇ ਦਰਖਤ 'ਤੇ ਚੜ੍ਹ ਕੇ ਜਾਮਣਾਂ ਤੋੜ ਲਿਆਉਂਦੀ ਸੀ, ਮੁੰਡਿਆਂ ਤੋਂ ਅਖਰੋਟ ਜਿੱਤ ਲਿਆਉਂਦੀ ਸੀ, ਮਾਂ ਦੇ ਆਖੇ ਰੋਟੀ ਵੀ ਲਾ ਦਿੰਦੀ ਸੀ ਤੇ ਕੁੜੀਆਂ ਨਾਲ ਜਾ ਕੇ ਖੇਤੋਂ ਸਾਗ ਵੀ ਤੋੜ ਲਿਆਉਂਦੀ ਸੀ। ਇੱਕ ਵਾਰੀ ਪਤਾ ਕੀ ਹੋਇਆ, ਮੈਂ ਕੁੜੀਆਂ ਨਾਲ ਪਾਈਆ ਗੋੜੇ ਗੱਤਣ ਦੀ ਸ਼ਰਤ ਲਾ ਕੇ ਟਿੰਡਾਂ ਥਾਣੀ ਖੂਹ 'ਚ ਉਤਰ ਗਈ ਸੀ। ਹੇਠਾਂ ਜਾ ਕੇ ਜਦੋਂ ਮੈਂ ਪਾਣੀ ਵਿੱਚ ਝਾਕੀ, ਜਿਵੇਂ ਇੱਕ ਵੱਡੀ ਸਾਰੀ ਊਸ਼ਾ ਮੈਨੂੰ ਪਾਣੀ ਦੇ ਹੇਠਾਂ ਖੜੀ ਦਿਸੀ। ਮੈਂ ਸੁਣਿਆ ਹੋਇਆ ਸੀ ਕਿ ਇਹ ਸੰਸਾਰ ਤਾਂ ਇੱਕ ਸੁਪਨਾ ਹੈ, ਕਿਸੇ ਅਸਲੀ ਸੰਸਾਰ ਦਾ ਸੁਪਨਾ, ਤੇ ਅਸੀਂ ਸਾਰੇ ਬੰਦੇ ਪਰਛਾਵੇਂ ਆ, ਉਹਨਾਂ ਅਸਲੀ ਬੰਦਿਆਂ ਦੇ ਪਰਛਾਵੇਂ। ਉਸ ਘੜੀ ਮੈਨੂੰ ਲੱਗਿਆ ਪਾਣੀ ਦੇ ਹੇਠਾਂ ਜਿਹੜੀ ਊਸ਼ਾ ਖੜੀ ਹੈ ਉਹ ਅਸਲੀ ਹੈ, ਇਸੇ ਲਈ ਵੱਡੀ ਹੈ, ਤੇ ਮੈਂ ਸਿਰਫ ਉਹਦਾ ਪਰਛਾਵਾਂ, ਇਸੇ ਲਈ ਛੋਟੀ ਹਾਂ। ਮੈਂ ਉੱਚੀ ਦੇ ਕੇ ਆਖਿਆ, ਊਸ਼ਾ, ਤੇ ਉਸ ਤੋਂ ਵੀ ਉੱਚੀ ਡੂੰਘੀ ਆਵਾਜ਼ ਵਿੱਚ ਕਿਸੇ ਨੇ ਬਿਲਕੁਲ ਮੇਰੇ ਵਾਂਗ ਆਖਿਆ, ਊਸ਼ਾ। ਮੈਂ 2-3 ਆਵਾਜ਼ਾਂ ਹੋਰ ਮਾਰੀਆਂ ਤੇ ਹਰ ਵਾਰੀ ਮੇਰੀ ਆਵਾਜ਼ ਦੇ ਜਵਾਬ ਵਿੱਚ ਖੂਹ ਵਿੱਚੋਂ ਆਵਾਜ਼ ਪਰਤ ਕੇ ਆਈ, ਊਸ਼ਾ ਊਸ਼ਾ। ਉਹਦੇ ਪਿੱਛੋਂ ਇਹ ਗੱਲ ਮੈਨੂੰ ਭੁੱਲ ਗਈ ਸੀ ਤੇ ਮੈਂ ਸ਼ਰਤ ਲਾਉਣ ਵਾਲੀਆਂ ਸਾਰੀਆਂ ਕੁੜੀਆਂ ਤੋਂ ਪਾਈਆ ਸੂਤ ਕਤਵਾ ਕੇ ਮਾਂ ਨੂੰ ਖੁਸ਼ ਕਰ ਦਿੱਤਾ ਸੀ, ਪਰ ਮੈਂ ਉਹਨੂੰ ਇਹ ਨਹੀਂ ਸੀ ਦੱਸਿਆ ਕਿ ਮੈਂ ਖੂਹ ਵਿੱਚ ਉਤਰਨ ਦੀ ਸ਼ਰਤ ਲਾਈ ਸੀ। ਤੇ ਹੁਣ ਇਹਨਾਂ ਲੜਕੀਆਂ ਵੱਲ ਵੇਖ ਕੇ ਕਈ ਵਾਰੀ ਖਿਆਲ ਆ ਜਾਂਦਾ ਹੈ ਕਿ ਇਹ ਅਸਲੀ ਨੇ ਜਾਂ ਪਰਛਾਵੇਂ, ਤੇ ਮੈਨੂੰ ਲੱਗਦਾ ਉਹ ਜਿਹੜੀਆਂ ਅਸਲੀ ਨੇ ਉਹ ਕਿਧਰੇ ਹੋਰ ਨੇ। ਉਹ ਜੋ ਕੁਝ ਵੀ ਕਰਦੀਆਂ ਹੋਣਗੀਆਂ ਉਹਨਾਂ ਨੂੰ ਉਸ ਸਭ ਕਾਸੇ ਦੀ ਸਮਝ ਹੋਏਗੀ। ਇਹ ਜਿਹੜੀਆਂ ਸਿਰਫ ਪਰਛਾਵੇਂ ਨੇ, ਜੋ ਕੁਝ ਕਰਦੀਆਂ ਨੇ ਸਿਰਫ ਨਕਲ ਹੁੰਦਾ ਹੈ। ਪਰਛਾਵਿਆਂ ਕੋਲ ਨਾ ਆਪਣਾ ਦਿਲ ਹੁੰਦਾ ਹੈ, ਨਾ ਦਿਮਾਗ ਹੁੰਦਾ ਹੈ, ਤੇ ਨਾ ਹੀ ਆਪਣੀ ਕੋਈ ਮਰਜ਼ੀ ਹੁੰਦੀ ਹੈ। ਭਾਬੀ ਮੈਂ ਆਪ ਹੀ ਆਖਿਆ ਸੀ ਮੈਨੂੰ ਕਿਧਰੇ ਦੂਰ ਪੜ੍ਹਨ ਭੇਜ ਦਿਓ। ਹੁਣ ਲੱਗਦਾ ਭਗੀਰਥ ਦੇ ਘਰ ਰਹਿੰਦਿਆਂ ਤਾਂ ਇੱਕ ਡੰਡੀ ਪਿੰਡ ਵੱਲ ਨੂੰ ਜਾਂਦੀ ਪਿਛਲੀ ਬਾਰੀ ਵਿੱਚੋਂ ਦਿਸਦੀ ਹੁੰਦੀ ਸੀ, ਪਰ ਇੱਥੋਂ ਕੋਈ ਰਾਹ ਕਿਧਰੇ ਨੂੰ ਨਹੀਂ ਜਾਂਦਾ। ਬਸ ਸਾਰੇ ਰਾਹ ਤੁਹਾਡੇ ਵੱਲ ਨੂੰ ਤੁਰੇ ਆ ਰਹੇ ਨੇ। ਬਸ ਇੱਕੋ ਇੱਕ ਰਾਹਤ ਹੈ ਕਿ ਜਦੋਂ ਆਪਣੇ ਕਮਰੇ ਦਾ ਬੂਹਾ ਭੇੜ ਕੇ ਮੈਂ ਕੋਈ ਕਿਤਾਬ ਲੈ ਕੇ ਪੜ੍ਹਨ ਬੈਠ ਜਾਂਦੀ ਹਾਂ ਤਾਂ ਬਾਹਰਲੀ ਦੁਨੀਆ ਨੂੰ ਜਿਵੇਂ ਮੈਂ ਦਰਵਾਜ਼ੇ ਤੋਂ ਬਾਹਰ ਛੱਡ ਆਉਂਦੀ ਹਾਂ। ਤੂੰ ਜਾਣ ਨਹੀਂ ਸਕਦੀ ਭਾਬੀ, ਕਿਤਾਬਾਂ ਵੀ ਕਿੱਡੀ ਵੱਡੀ ਪਨਾਹ ਹੁੰਦੀਆਂ ਨੇ। ਅੱਜ ਜੋ ਯੂਨੀਵਰਸਿਟੀ ਆਪਣੇ ਡਿਪਾਰਟਮੈਂਟ ਨਹੀਂ ਸੀ ਗਈ, ਪ੍ਰੋਫੈਸਰ ਮੁਖਰਜੀ ਨੇ ਪੀਰੀਅਡ ਤੋਂ ਮਗਰੋਂ ਲਵਲੀ ਨੂੰ ਪੁੱਛਿਆ ਸੀ, ਅੱਜ ਊਸ਼ਾ ਨਹੀਂ ਆਈ? ਮੇਰੀ ਉਸ ਪਾਸ ਇੱਕ ਕਿਤਾਬ ਸੀ। ਨਹੀਂ ਸਰ, ਰਾਤੀ ਉਹ ਡਿਨਰ ਲੈਣ ਵੀ ਨਹੀਂ ਸੀ ਗਈ। ਸਵੇਰੇ ਮੈਂ ਪੁੱਛਿਆ ਤਬੀਅਤ ਤਾਂ ਠੀਕ ਹੈ, ਤਾਂ ਬੋਲੀ ਕਦੇ ਕਦੇ ਵਰਤ ਵੀ ਰੱਖਣਾ ਚਾਹੀਦਾ ਹੈ, ਤੇ ਮੈਨੂੰ ਲੱਗਦਾ ਅੱਜ ਉਹਨੇ ਪੜ੍ਹਾਈ ਦਾ ਵੀ ਵਰਤ ਰੱਖ ਲਿਆ। ਲਵਲੀ ਨੇ ਹੱਸ ਕੇ ਦੱਸਿਆ, ਵਿੱਚੋਂ ਭਾਵੇਂ ਉਹਨੂੰ ਇਹ ਚੰਗਾ ਨਹੀਂ ਸੀ ਲੱਗਿਆ ਕਿ ਮੁਖਰਜੀ ਊਸ਼ਾ ਬਾਰੇ ਏਡਾ ਕਿਉਂ ਕੰਸਰਨਡ ਫੀਲ ਕਰ ਰਿਹਾ। ਪ੍ਰੋਫੈਸਰ ਮੁਖਰਜੀ ਨੂੰ ਪਤਾ ਸੀ ਐਵੇਂ ਕਿਵੇਂ ਉਹ ਨਾ ਰੋਟੀ ਮਿਸ ਕਰਨ ਵਾਲੀ ਲੜਕੀ ਹੈ ਤੇ ਨਾ ਹੀ ਪੜ੍ਹਾਈ। ਜ਼ਰੂਰ ਕੋਈ ਗੱਲ ਹੋਣੀ ਹੈ, ਇਸੇ ਲਈ ਅੱਜ ਉਹ ਦੇਰ ਤੱਕ ਸਟਾਫ ਰੂਮ 'ਚ ਬੈਠਾ ਬਾਕੀ ਪ੍ਰੋਫੈਸਰਾਂ ਦੇ ਚਲੇ ਜਾਣ ਨੂੰ ਉਡੀਕਦਾ ਰਿਹਾ। ਮਗਰੋਂ ਉਹਨੇ ਹੋਸਟਲ ਟੈਲੀਫੋਨ ਕੀਤਾ, ਊਸ਼ਾ ਨੂੰ ਬੁਲਾਇਆ। ਕੀ ਗੱਲ ਊਸ਼ਾ, ਅੱਜ ਡਿਪਾਰਟਮੈਂਟ ਨਹੀਂ ਆਈ? ਉਹਨੇ ਪੁੱਛਿਆ। ਸਰ ਮਨ ਨਹੀਂ ਸੀ ਕਰਦਾ, ਨਾਲੇ 1-2 ਜ਼ਰੂਰੀ ਚਿੱਠੀਆਂ ਲਿਖਣੀਆਂ ਸਨ, ਊਸ਼ਾ ਨੇ ਦੱਸਿਆ। ਕੱਲ੍ਹ ਨੂੰ ਤਾਂ ਆਏਂਗੀ ਨਾ? ਪ੍ਰੋਫੈਸਰ ਮੁਖਰਜੀ ਪੁੱਛ ਰਿਹਾ ਸੀ। ਹਾਂ ਸਰ, ਪਰ ਤੁਸੀਂ ਕਿਉਂ ਪੁੱਛ ਰਹੇ ਹੋ? ਅੱਛਾ ਠੀਕ ਹੈ, ਆਖ ਪ੍ਰੋਫੈਸਰ ਮੁਖਰਜੀ ਨੇ ਬਿਨਾਂ ਉਹਦੀ ਗੱਲ ਦਾ ਜਵਾਬ ਦਿੱਤਿਆਂ ਟੈਲੀਫੋਨ ਦਾ ਰਿਸੀਵਰ ਰੱਖ ਦਿੱਤਾ। ਪਲ ਦੇ ਪਲ ਹੀ ਊਸ਼ਾ ਪ੍ਰੋਫੈਸਰ ਮੁਖਰਜੀ ਬਾਰੇ ਸੋਚਣ ਲੱਗੀ। ਪਹਿਲੀ ਵਾਰੀ ਉਹਨੂੰ ਲੱਗਿਆ ਜਿਵੇਂ ਪ੍ਰੋਫੈਸਰ ਮੁਖਰਜੀ ਸਾਰੀ ਜਮਾਤ ਨੂੰ ਨਹੀਂ, ਸਿਰਫ ਉਸੇ ਨੂੰ ਪੀਰੀਅਡ ਪੜ੍ਹਾ ਰਿਹਾ ਹੁੰਦਾ ਹੈ, ਤੇ ਜੇ ਉਹ ਗੈਰ ਹਾਜ਼ਰ ਹੋਵੇ ਤੇ 1-2 ਜ਼ਰੂਰੀ ਚਿੱਠੀਆਂ ਲਿਖਣੀਆਂ ਸਨ। ਪ੍ਰੋਫੈਸਰ ਮੁਖਰਜੀ ਨੂੰ ਊਸ਼ਾ ਦਾ ਇਹ ਫਿਕਰਾ ਅਜੀਬ ਲੱਗਾ ਸੀ। ਸ਼ਾਇਦ ਉਹ ਸੋਚਦਾ ਸੀ ਊਸ਼ਾ ਪਤਾ ਨਹੀਂ ਕਿਵੇਂ ਇਸ ਸਭ ਕਾਸੇ ਤੋਂ ਪਾਰ ਲੰਘ ਗਈ ਹੈ। ਉਸ ਸਭ ਕਾਸੇ ਤੋਂ ਜਦੋਂ ਕਿਸੇ ਇੱਕ ਮੂੰਹ 'ਚ ਕਈ ਮੂੰਹ ਰਲ ਜਾਂਦੇ ਨੇ, ਜਦੋਂ ਕਿਸੇ ਦੇ ਬੋਲਾਂ 'ਚ ਸੰਖ ਵਾਂਗ ਸਮੁੰਦਰ ਦੀਆਂ ਸੁਰਾਂ ਸਮਾਈਆਂ ਹੁੰਦੀਆਂ ਨੇ, ਜਦੋਂ ਕਿਸੇ ਦੀ ਹੋਂਦ ਰੱਬ ਦਾ ਬਦਲ ਦਿਸਦੀ ਹੈ। ਹੁਣ ਤੇ ਉਹ ਅਰਥਾਂ ਪ੍ਰਤੀਕਾਂ ਤੇ ਧੁੰਦ ਦੇ ਵਿੱਚ ਹੀ ਦੇਖ ਸਕਦੀ ਸੀ। ਇਸੇ ਲਈ ਪ੍ਰੋਫੈਸਰ ਮੁਖਰਜੀ ਨੂੰ ਲੱਗਦਾ ਸੀ ਵੇਦਾਂ 'ਚ ਜਿਸ ਊਸ਼ਾ ਦਾ ਜ਼ਿਕਰ ਹੈ ਉਹ ਊਸ਼ਾ ਸ਼ਾਇਦ ਇਹੀ ਸੀ। ਫਿਰ ਉਹਨੇ ਜ਼ਰੂਰੀ ਚਿੱਠੀਆਂ ਕਿਹਨੂੰ ਲਿਖਣੀਆਂ ਸਨ?
ਇੱਕ ਚਿੱਠੀ ਸ਼ਾਇਦ ਉਹਨੇ ਆਪਣੇ ਆਪ ਨੂੰ ਲਿਖਣੀ ਹੋਵੇ। ਹਾਂ, ਊਸ਼ਾ ਉਹਨਾਂ ਲੋਕਾਂ 'ਚੋਂ ਸੀ ਜਿਹੜੇ ਆਪਣੇ ਆਪ ਨੂੰ ਮੁਖਾਤਿਬ ਹੋ ਕੇ, ਤੇ ਦੂਜੀ ਚਿੱਠੀ ਮਾਂ ਨੂੰ, ਬਾਪ ਨੂੰ, ਭਰਾ, ਸਹੇਲੀ ਨੂੰ। ਪਰ ਇਹਨਾਂ 'ਚੋਂ ਕਿਸੇ ਨੂੰ ਵੀ ਚਿੱਠੀ ਜ਼ਰੂਰੀ ਚਿੱਠੀ ਤਾਂ ਨਹੀਂ ਹੁੰਦੀ। ਪਰ ਮੈਂ ਊਸ਼ਾ ਬਾਰੇ ਇੰਨਾ ਕਿਉਂ ਸੋਚ ਰਿਹਾ? ਇਹ ਸਿਰਫ ਇੱਕ ਵਿਦਿਆਰਥਣੀ ਤਾਂ ਹੈ। ਕੱਲ੍ਹ ਆਈ ਹੈ ਤੇ ਕੱਲ੍ਹ ਨੂੰ ਚਲੀ ਜਾਏਗੀ। ਫਿਰ ਕਦੇ ਵਰ੍ਹਿਆਂ ਮਗਰੋਂ ਕਿਸੇ ਰਾਹ ਖਹਿੜੇ, ਕਿਸੇ ਸਟੇਸ਼ਨ ਜਾਂ ਬੱਸ ਦੇ ਅੱਡੇ 'ਤੇ ਕਦੇ ਮਿਲੇਗੀ, ਆਖੇਗੀ ਸਰ। ਸ਼ਾਇਦ ਕਦੇ, ਹਾਂ ਜੇ ਕਦੇ ਮੈਂ ਨਾਵਲ ਲਿਖਿਆ, ਊਸ਼ਾ ਵਰਗੀ ਲੜਕੀ ਲੱਭੇਗੀ ਉਸ ਵਿੱਚੋਂ, ਜੋ MA ਕਰਕੇ ਰਿਸਰਚ ਕਰਨ ਲੱਗ ਜੇ। ਹੋਰ ਬਹੁਤਾ ਚਿਰ ਰਹਿ ਸਕਦੀ ਹੈ ਇੱਥੇ। ਪਰ ਮੈਨੂੰ ਕੀ? ਹਜ਼ਾਰਾਂ ਹੀ ਕੁੜੀਆਂ ਮੁੰਡੇ ਆਉਂਦੇ ਨੇ, ਮੈਨੂੰ ਕੀ? ਪ੍ਰੋਫੈਸਰ ਮੁਖਰਜੀ ਹੋਸਟਲ ਦੇ ਆਪਣੇ ਕਮਰੇ ਵੱਲ ਨੂੰ ਜਾਂਦਾ ਸੋਚੀ ਜਾ ਰਿਹਾ ਸੀ। ਪਰ ਊਸ਼ਾ ਨੇ ਪਾਪਾ ਦੀ ਉਸ ਜ਼ਰੂਰੀ ਚਿੱਠੀ ਦਾ ਜਵਾਬ ਦੇਣਾ ਸੀ, ਜਿਸ ਵਿੱਚ ਉਹਨਾਂ ਨੇ ਲਿਖਿਆ ਸੀ, ਬੇਟੀ ਕੱਲ੍ਹ ਭਗੀਰਥ ਸਾਹਿਬ ਫੇਰ ਆਏ ਸਨ, ਕਹਿੰਦੇ ਸਨ ਊਸ਼ਾ ਨੂੰ ਲੈਣ ਆਇਆ। ਬੇਟੀ, ਸ਼ਾਸਤਰਾਂ 'ਚ ਲਿਖਿਆ ਪਤੀ ਪਰਮੇਸ਼ਰ ਹੁੰਦਾ ਹੈ। ਆਖਰ ਤਾਂ ਤੇਰਾ ਉਹੀ ਘਰ ਹੈ। ਦੁੱਖ ਸੁੱਖ ਤਾਂ ਸਭ ਕਰਮਾਂ ਦੇ ਹੁੰਦੇ ਨੇ। ਮਾਂ ਤੇਰੀ ਬੜਾ ਫਿਕਰ ਕਰਦੀ ਏ। ਧੀਆਂ ਆਪਣੇ ਘਰ ਹੀ ਸੌਂਦੀਆਂ ਨੇ। ਭਗਵਾਨ ਦੀ ਕਿਰਪਾ ਹੋਈ ਹੈ, ਉਹ ਆਪ ਲੈਣ ਆਏ ਨੇ। ਮੈਂ ਤਾਂ ਲੋਕਾਂ 'ਚ ਮੂੰਹ ਵਿਖਾਉਣ ਜੋਗਾ ਨਹੀਂ ਸੀ। ਜਦੋਂ ਕੋਈ ਤੇਰੇ ਬਾਰੇ ਪੁੱਛਦਾ, ਮੈਨੂੰ ਜਾਣੀ ਜ਼ਮੀਨ ਵੇਲ ਨਾ ਦਿੰਦੀ। ਮੈਂ ਤੇਰੇ ਨਾਂ ਦੇ ਬੜੇ ਸੰਕਟ ਮੋਚਨ ਪਾਠ ਕੀਤੇ ਨੇ, ਤਾਂ ਕਿਤੇ ਜਾ ਕੇ ਭਗਵਾਨ ਨੇ ਉਹਦੀ ਬੁੱਧੀ ਫੇਰੀ ਏ। ਤੇ ਨਾਲ ਹੀ ਇੱਕ ਖਤ ਭਾਬੀ ਦਾ ਆਇਆ ਸੀ। ਲਿਖਿਆ ਸੀ, ਭਗੀਰਥ ਭਾਈ ਸਾਹਿਬ ਪਿੰਡ ਪਾਪਾ ਜੀ ਕੋਲ ਆਏ ਸੀ ਕਿ ਊਸ਼ਾ ਕਿੱਥੇ ਹੈ, ਭੇਜੋ, ਮੈਂ ਲੈਣ ਆਇਆ। ਉਹ ਇੰਨੇ 'ਚ ਹੀ ਖੁਸ਼ ਹੋ ਗਏ। ਆਖਦੇ ਸੀ ਊਸ਼ਾ ਨੂੰ ਆਪਣੇ ਘਰ ਭੇਜ ਦਈਏ। ਠੀਕ ਹੈ, ਪਰ ਊਸ਼ਾ ਦੀਦੀ, ਕੱਲ੍ਹ ਨੂੰ ਜੇ ਫੇਰ ਭਗੀਰਥ ਭਾਈ ਸਾਹਿਬ ਨੇ ਉਸੇ ਤਰ੍ਹਾਂ ਕੀਤਾ, ਫੇਰ ਜੇ ਸੋਚਣਾ ਪਵੇ, ਹੁਣੇ ਚੰਗੀ ਤਰ੍ਹਾਂ ਸੋਚ ਲੈ। ਚਾਹੁੰਦੀ ਤਾਂ ਮੈਂ ਵੀ ਹਾਂ ਤੇਰਾ ਆਪਣਾ ਘਰ ਹੋਵੇ, ਪਰ ਉੱਥੇ ਤੂੰ ਆਨਰ ਨਾਲ, ਡਿਗਨਿਟੀ ਨਾਲ ਰਹਿ ਸਕੇ। ਅੱਗੇ ਤੂੰ ਖੁਦ ਸੋਚ ਲੈ, ਤੇਰਾ ਮਨ ਕੀ ਆਖਦਾ ਹੈ। ਭਰਾ ਤੇਰੇ ਜੋ ਵੀ ਤੂੰ ਫੈਸਲਾ ਕਰੇਂਗੀ, ਤੇਰੇ ਨਾਲ ਖੜਨਗੇ। ਇੱਕ ਚਿੱਠੀ ਹਰੀਸ਼ ਦੀ ਸੀ। ਲਿਖਿਆ ਸੀ, ਲੱਗਦਾ ਭਗੀਰਥ ਸਾਹਿਬ ਦਾ ਦਿਮਾਗ ਟਿਕਾਣੇ ਆ ਗਿਆ। ਜੇ ਹਮੇਸ਼ਾ ਲਈ ਉਸ ਤੋਂ ਅਲੱਦਗੀ ਨਹੀਂ ਲੈਣੀ ਤਾਂ ਚੰਗਾ ਹੈ, ਹੁਣ ਸਮਝੌਤਾ ਕਰ ਲਿਆ ਜਾਵੇ, ਜਦੋਂ ਕਿ ਉਹ ਆਪ ਲੈਣ ਲਈ ਆਇਆ। ਅਜੇ ਸਾਡੇ ਦੇਸ਼ 'ਚ ਅਜਿਹੀ ਸਥਿਤੀ ਨਹੀਂ ਕਿ ਔਰਤ ਇਕੱਲੀ ਜੀ ਸਕੇ। ਮਾਂ ਆਖਦੀ ਹੈ, ਸਾਰੀ ਦੁਨੀਆ ਤੋਂ ਝੂਠੀਆਂ ਸੱਚੀਆਂ ਤੋਹਮਤਾਂ ਲਗਵਾਉਣ ਨਾਲੋਂ ਚੰਗਾ ਹੈ ਇੱਕ ਬੰਦੇ ਦੀਆਂ ਕੌੜੀਆਂ ਫਿੱਕੀਆਂ ਜਰ ਲਈਆਂ ਜਾਣ। ਮੈਨੂੰ ਪਹਿਲਾਂ ਹੀ ਪਤਾ ਸੀ, ਧੱਕੇ ਧੁੱਕੇ ਖਾ ਕੇ ਉਹ ਆਪੇ ਆਏਗਾ। ਭਾਬੀ ਤੇਰੀ ਥਿਓਰੈਟੀਕਲੀ ਤਾਂ ਬਹੁਤ ਠੀਕ ਹੈ, ਪਰ ਬੰਦੇ ਨੇ ਪ੍ਰੈਕਟੀਕਲੀ ਵੀ ਦੇਖਣਾ ਹੁੰਦਾ ਹੈ। ਅੱਗੇ ਤੇਰੀ ਮਰਜ਼ੀ ਹੈ। ਮੈਂ ਕੁਝ ਵੀ ਤੇਰੇ 'ਤੇ ਫੋਰਸ ਨਹੀਂ ਕਰਨਾ ਚਾਹੁੰਦਾ। ਇਸ ਮਹੀਨੇ ਪੈਸੇ ਕੁਝ ਘੱਟ ਭੇਜ ਸਕੇ ਹਾਂ। ਭਾਬੀ ਨੇ ਤਾਂ ਤੇਰੀ ਨੇ ਪੂਰੇ ਪੈਸੇ ਦਿੱਤੇ ਸੀ, ਪਰ ਵਿੱਚੋਂ ਇੱਕ ਚੰਦਾ ਦੇਣਾ ਪੈ ਗਿਆ, ਜਿਸ ਬਾਰੇ ਮੈਂ ਤੇਰੀ ਭਾਬੀ ਨੂੰ ਨਹੀਂ ਸੀ ਦੱਸਣਾ ਚਾਹੁੰਦਾ। ਅਗਲੀ ਵਾਰੀ ਕੁਝ ਵੱਧ ਭੇਜ ਦਿਆਂਗਾ। ਇੱਕ ਮੇਘ ਸੀ ਜਿਹਨੇ ਕੁਝ ਨਹੀਂ ਸੀ ਲਿਖਿਆ। ਇਹਨਾਂ ਚਿੱਠੀਆਂ ਦੇ ਉਹਨੇ ਆਪਣੇ ਮਨ 'ਚ ਕਿੰਨੇ ਹੀ ਜਵਾਬ ਲਿਖੇ ਤੇ ਫਾੜੇ। ਅਖੀਰ ਹਰੀਸ਼ ਨੂੰ ਇੰਨਾ ਹੀ ਲਿਖਿਆ, ਹਰੀਸ਼ ਵੀਰ, ਪਾਪਾ ਜੀ ਨੂੰ ਆਖ ਦੇ, ਰੱਬ ਦੇ ਵਾਸਤੇ ਮੈਨੂੰ MA ਪੂਰੀ ਕਰ ਲੈਣ ਦੇਣ, ਫਿਰ ਦੇਖੀ ਜਾਊਗੀ, ਹੋਰ ਸੋਚ ਲਾਂਗੇ। ਫਿਰ ਆਪ ਹੀ ਉਹਨੂੰ ਲੱਗਿਆ ਇਹ ਉਹਨਾਂ ਸਭ ਚਿੱਠੀਆਂ ਦਾ ਜਵਾਬ ਨਹੀਂ ਸੀ। ਇਹ ਤਾਂ ਉਹਨੇ ਟਾਲਿਆ ਸੀ, ਕੋਈ ਵੀ ਜਵਾਬ ਨਾ ਦੇ ਕੇ। ਇਹਨਾਂ ਸਵਾਲਾਂ ਦੇ ਜਵਾਬਾਂ ਦਾ ਸਾਹਮਣਾ ਕਰਨੋਂ ਅਜੇ ਉਹ ਤ੍ਰਹਿੰਦੀ ਸੀ, ਲੁਕਦੀ ਸੀ ਤੇ ਇਉਂ ਮੁਨਕਰ ਹੁੰਦੀ ਸੀ ਜਿਵੇਂ ਉਹ ਊਸ਼ਾ ਹੀ ਨਾ ਹੋਵੇ। ਡਿਨਰ ਵੇਲੇ ਦਾ ਹੱਲਾ ਗੁੱਲਾ, ਰਸਮੀ ਗੱਪਸ਼ਪ ਤੇ ਇੱਕਾ ਦੁੱਕਾ ਫਿਲਮੀ ਤਰਜ਼ਾਂ ਦੇ ਫਿਜ਼ਾ ਵਿੱਚ ਲਹਿਰਾ ਕੇ ਗੁੰਮ ਹੋ ਜਾਣ ਮਗਰੋਂ, ਖਾਸ ਕਰ 11 ਵਜੇ ਸਭ ਬੱਤੀਆਂ ਬੁੱਝ ਜਾਣ ਮਗਰੋਂ, ਹੋਸਟਲ 'ਚ ਬੜੀ ਚੁੱਪ ਚਾਂ ਹੋ ਗਈ ਸੀ। ਆਲੇ ਦੁਆਲੇ ਦਿਆਂ ਕਮਰਿਆਂ ਵਿੱਚ ਸੁੱਤੀਆਂ ਕੁੜੀਆਂ ਤੇ ਉਹਨਾਂ ਦੇ ਜਵਾਨ ਸੁਪਨੇ ਅੱਜ ਵੀ ਹੋਸਟਲ ਨੂੰ ਕੋਈ ਪਰੀ ਮਹਿਲ ਬਣਾ ਰਹੇ ਸਨ। ਪਰ ਊਸ਼ਾ ਚੁੱਪ-ਚਾਪ ਪਈ ਬਿਠ-ਬਿਠ ਹਨੇਰੇ ਵੱਲ ਝਾਕ ਰਹੀ ਸੀ। ਚਿੱਠੀਆਂ ਦੀ ਜਿਹੜੀ ਗੱਲ ਉਹ ਟਾਲ ਗਈ ਸੀ, ਹੁਣ ਉਹਨੂੰ ਘੇਰ ਖੜੋਤੀ ਸੀ। ਦਿੱਲੀ ਆ ਕੇ ਜਿਸ ਹਕੀਕਤ ਨੂੰ ਉਹਨੇ ਪੜ੍ਹਾਈ ਵਿੱਚ ਖੋ ਕੇ ਵਿਸਾਰ ਦਿੱਤਾ ਸੀ, ਉਹ ਹਥੌੜੇ ਵਾਂਗ ਉਹਦੇ ਮੱਥੇ 'ਚ ਆ ਵੱਜੀ ਸੀ। ਲੋਕ ਤਾਂ ਬਹੁਤ ਹੋਰ ਤਰ੍ਹਾਂ ਜਿਉਂਦੇ ਨੇ, ਦੁੱਖ ਸੁੱਖ ਦੇ ਸਾਂਝੀ, ਹਾਲ ਬੇਹਾਲ ਦੇ ਭਾਈਵਾਲ ਤੇ ਇੱਕ ਦੂਜੇ ਦੀ ਹੋਂਦ ਦੀ ਛਾਵੇਂ ਊਸ਼ਾ ਨੂੰ ਕਈ ਪੜ੍ਹੀਆਂ ਸੁਣੀਆਂ ਗੱਲਾਂ ਯਾਦ ਆਈਆਂ।
ਪਰ ਭਗੀਰਥ ਉਹਦੇ ਨਾਲ ਕਿਉਂ ਔਖਾ ਸੀ? ਉਹਨੇ ਤਾਂ ਆਪਣੀ ਹੋਂਦ ਮਿੱਟੀ ਕਰ ਲਈ ਸੀ, ਫਿਰ ਵੀ ਉਹ ਉਹਨੂੰ ਨਹੀਂ ਸੀ ਜਰਦਾ। ਉਹ ਕੀ ਚਾਹੁੰਦਾ ਸੀ? ਉਹ ਕੌਣ ਹੈ? ਮੇਰੇ ਨਾਲ ਇਉਂ ਵਰਤਨ ਦਾ ਉਹਨੂੰ ਕਿਹਨੇ ਅਧਿਕਾਰ ਦਿੱਤਾ ਹੈ? ਜੇ ਉਹ ਪਤੀ ਪਰਮੇਸ਼ਰ ਹੈ ਤੇ ਮੈਂ ਕੌਣ ਹਾਂ? ਉਹ ਕਿਉਂ ਆਖਦਾ ਊਸ਼ਾ ਨੂੰ ਭੇਜ ਦਿਓ? ਕਿਉਂ ਨਹੀਂ ਸਮਝਦਾ ਊਸ਼ਾ ਕਦੋਂ ਦੀ ਮਰ ਮੁੱਕ ਚੁੱਕੀ ਹੈ, ਜਿਹਨੂੰ ਉਹਨੇ ਘਰੋਂ ਕੱਢਿਆ ਸੀ? ਮੈਂ ਕੋਈ ਹੋਰ ਊਸ਼ਾ? ਉਹਨੂੰ ਪਿਆਰ ਵੀ ਕਰਾਂ, ਉਹਦੀ ਸੇਵਾ ਵੀ ਕਰਾਂ, ਉਹਦੇ ਲਈ ਵਫਾਦਾਰ ਵੀ ਰਹਾਂ, ਕਾਹਦੇ ਬਦਲੇ? ਇਸ ਲਈ ਕਿ ਉਹ ਪਤੀ ਪਰਮੇਸ਼ਰ ਹੈ। ਕੀ ਮੈਂ ਕਦੀ ਭੁੱਲ ਸਕਾਂਗੀ ਕਿ ਇਹ ਉਹੀ ਭਾਗੀਰਥ ਹੈ ਜਿਹਨੇ ਕਿ ਮੈਂ ਇਹ ਸਭ ਕੁਝ ਤਾਂ ਮੇਰੀ ਮੜੀ ਵੀ ਨਹੀਂ ਭੁੱਲ ਸਕੇਗੀ। ਉਹ ਵੀ 2 ਘੜੀ ਤਪਦੀ ਰਹੇਗੀ। ਪਾਪਾ ਆਖਦਾ ਘਰਾਂ 'ਚ ਗੁੱਸਾ ਗਿਲਾ ਹੋ ਹੀ ਜਾਂਦਾ ਹੈ, ਔਖਾਂ ਸੌਖਾਂ ਵੀ ਹੁੰਦੀਆਂ ਨੇ। ਪਰ ਪਾਪਾ ਜੀ, ਭਾਗੀਰਥ ਇਹੀ ਨਹੀਂ ਪਛਾਣ ਸਕਿਆ, ਮੈਂ ਲੋਹਾ ਹਾਂ ਕਿ ਸੋਨਾ, ਮੈਂ ਪਾਣੀ ਹਾਂ ਕਿ ਪੱਥਰ, ਮੈਂ ਬੂਟਾ ਕਣਕ ਦਾ ਵਾਂ ਕਿ ਕਾਂਗਿਆਰੀ ਦਾ, ਫਿਰ ਉਹਦੇ ਨਾਲ ਜਿਉਣਾ ਵੀ ਕੀ ਜਿਉਣਾ? ਤੇ ਨਾਲੇ ਜਿਹੜਾ ਮੈਂ ਉਹਦੇ ਨਾਲ ਜਿਉਈ, ਕੀ ਉਹ ਮੈਂ ਜੀ ਰਹੀ ਸੀ? ਪਾਪਾ ਕਿਵੇਂ ਦੱਸਾਂ? ਤੇਰੀ ਧੀ ਸ਼ਾਇਦ ਇੱਕ ਸਿਤਾਰ ਸੀ, ਸ਼ਾਇਦ ਇੱਕ ਹਿਰਨੀ ਸੀ, ਸ਼ਾਇਦ ਇੱਕ ਫੁੱਲ ਸੀ, ਤੇ ਸ਼ਾਇਦ ਇਹ ਸਭੋ ਕੁਝ ਤੇ ਭਾਗੀਰਥ ਭਾਰੇ ਬੂਟਾਂ ਨਾਲ ਉੱਪਰ ਦੀ ਲੰਘ ਗਿਆ। ਤੂੰ ਆਖਦਾ ਪਾਪਾ ਘਰਾਂ 'ਚ ਔਖਾਂ ਸੌਖਾਂ ਹੁੰਦੀਆਂ ਹੀ ਨੇ, ਮੈਂ ਜਿਉਣਾ ਹੀ ਕਾਹਦੇ ਲਈ ਹੈ ਫਿਰ? ਉਸ ਆਦਮੀ ਤੋਂ ਗਾਲਾਂ ਖਾਂਦਿਆਂ ਤੇ ਉਹਦੇ ਭਾਂਡੇ ਮਾਂਜਦਿਆਂ। ਪਤਾ ਨਹੀਂ ਉਹ ਕੌਣ ਹੈ। ਹਰੀਸ਼ ਆਖਦਾ ਹੈ ਅਜੇ ਸਾਡੇ ਸਮਾਜ ਵਿੱਚ ਔਰਤ ਇਕੱਲੀ ਰਹਿ ਨਹੀਂ ਸਕਦੀ। ਰੱਬ ਨਾ ਕਰੇ ਹਰੀਸ਼ ਬਹੁਤ ਬਿਮਾਰ ਹੋ ਜਾਏ। ਕੀ ਉਹ ਮਰਨ ਲੱਗਿਆਂ ਜਗਜੀਤ ਭਾਬੀ ਨੂੰ ਆਖ ਕੇ ਜਾਏਗਾ ਕਿ ਸਾਡੇ ਸਮਾਜ ਵਿੱਚ ਅਜੇ ਔਰਤ ਇਕੱਲੀ ਨਹੀਂ ਰਹਿ ਸਕਦੀ, ਇਸ ਲਈ ਹੋਰ ਵਿਆਹ ਕਰਵਾ ਲਈ? ਜਾਣਦੀਆਂ ਬਹੁਤ ਮਾੜੀਆਂ ਸੋਚਾਂ ਸੋਚ ਰਹੀਆਂ, ਪਰ ਜਿਸ ਸਮਾਜ ਵਿੱਚ ਇਕੱਲੀ ਔਰਤ ਰਹਿ ਨਹੀਂ ਸਕਦੀ, ਉਹਨੇ ਰਹਿ ਕੇ ਹੀ ਕੀ ਕਰਨਾ ਹੈ? ਅਜਿਹੀਆਂ ਸਭ ਔਰਤਾਂ ਨੂੰ ਆਤਮਘਾਤ ਕਰ ਲੈਣਾ ਚਾਹੀਦਾ ਹੈ। ਆਦਮੀ ਦੀ ਨਸਲ ਵਧਾਉਣੋਂ ਇਨਕਾਰ ਕਰ ਦੇਣਾ ਚਾਹੀਦਾ ਹੈ। 20-50 ਹਜ਼ਾਰ ਔਰਤਾਂ ਇਉਂ ਮਰ ਵੀ ਜਾਣ ਤਾਂ ਕੀ ਹੈ? ਸਭ ਆਖਣਗੇ ਮੇਰਾ ਦਿਮਾਗ ਖਰਾਬ ਹੋ ਗਿਆ। ਹਾਂ, ਹੋ ਗਿਆ। ਉਹ ਸਭ ਔਰਤਾਂ ਵੀ ਇਹੀ ਆਖਣਗੀਆਂ ਜਿਹੜੀਆਂ ਸਦੀਆਂ ਤੋਂ ਉਹੀ ਕੁਝ ਸੋਚਦੀਆਂ ਆ ਰਹੀਆਂ ਨੇ ਜੋ ਕੁਝ ਆਦਮੀ ਨੇ ਉਹਨਾਂ ਨੂੰ ਸੋਚਣ ਲਈ ਆਖਿਆ। ਥੂ, ਕੁੱਤੀਆਂ ਸੂਰੀਆਂ। ਹਰ ਆਦਮੀ ਚਾਹੁੰਦਾ ਔਰਤ ਕੁੱਤੀ ਸੂਰੀ ਤੋਂ ਵੱਧ ਕੁਝ ਨਾ ਹੋਵੇ, ਪਰ ਉਹ ਕਿਉਂ ਭੁੱਲ ਜਾਂਦਾ ਹੈ ਕਿ ਉਹ ਫਿਰ ਕੁੱਤੇ ਤੇ ਸੂਰ ਹੀ ਜੰਮਣਗੀਆਂ। ਇਸੇ ਲਈ ਅੱਜ ਦੁਨੀਆ ਕੁੱਤਿਆਂ ਤੇ ਸੂਰਾਂ ਨਾਲ ਭਰੀ ਪਈ ਹੈ। ਬੰਦਾ ਤਾਂ ਕੋਈ ਟਾਵਾਂ ਟਾਵਾਂ ਹੀ ਦਿਸਦਾ ਹੈ। ਉਹਨੂੰ ਬੜੀ ਤ੍ਰੇਹ ਲੱਗੀ, ਪਤਾ ਨਹੀਂ ਕਿਹਦਾ ਗੁੱਸਾ ਕਿਹਦੇ ਤੇ ਕੱਢ ਰਹੀ ਸੀ। ਉਹ ਪਾਣੀ ਪੀਣ ਲੱਗੀ। ਨਾਲ ਦੇ ਕਮਰੇ ਵਿੱਚੋਂ ਬੜੀ ਧੀਮੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ। ਬੂਹਾ ਖੋਲ੍ਹ ਕੇ ਉਸ ਕਮਰੇ ਦੇ ਬੂਹੇ ਨੂੰ ਨੌਕ ਕੀਤਾ। ਲਵਲੀ ਨੇ ਲੜਖੜਾਉਂਦੇ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਤੇ ਝਾਟੀ ਮੰਜੇ 'ਤੇ ਜਾ ਡਿੱਗੀ। ਕੀ ਗੱਲ ਲਵਲੀ? ਉਹਨੇ ਉਹਦੇ ਮੰਜੇ ਦੀ ਬਾਹੀ 'ਤੇ ਬੈਠਦਿਆਂ ਉਹਦੀਆਂ ਪੀੜ ਨਾਲ ਕਰਾਉਂਦੀਆਂ ਅੱਖਾਂ ਵੱਲ ਤੱਕ ਕੇ ਪੁੱਛਿਆ। ਇੰਜੈਕਸ਼ਨ ਲਵਾਇਆ ਸੀ, ਬਹੁਤ ਦਰਦ ਹੋ ਰਿਹਾ ਹੈ। ਲਵਲੀ ਨੇ ਜਿਵੇਂ ਬੌਖਲਾ ਕੇ ਆਖ ਦਿੱਤਾ। ਕਾਹਦਾ ਇੰਜੈਕਸ਼ਨ? ਦੁਖਦਾ ਕੀ ਹੈ? ਊਸ਼ਾ ਨੇ ਫਿਕਰਮੰਦ ਹੋ ਕੇ ਪੁੱਛਿਆ। ਸਾਲੇ ਨੇ ਗੋਲੀਆਂ ਸ਼ਾਇਦ ਆਊਟਡੇਟ ਲਿਆ ਦਿੱਤੀਆਂ। ਸੋਚਦਾ ਹੋਏਗਾ ਇਉਂ ਹੀ ਫਸਾ ਕੇ ਵਿਆਹ ਕਰ ਲਾਂਗਾ। ਕੋਈ ਖਤਰੇ ਵਾਲੀ ਗੱਲ ਤਾਂ ਨਹੀਂ? ਊਸ਼ਾ ਨੇ ਉਹਨੂੰ ਘਬਰਾ ਕੇ ਪੁੱਛਿਆ। ਵਾਰਡਨ ਨੂੰ ਜਗਾਵਾਂ? ਡਾਕਟਰ ਸੱਦੀਏ? ਨਾ ਨਾ, ਅਲਮਾਰੀ 'ਚੋਂ ਥੋੜ੍ਹੀ ਵਿਸਕੀ ਹੋਰ ਪਾ ਕੇ ਦੇ ਦੇ। ਇਹ ਡਾਕਟਰ ਸਾਲਾ ਪਿੱਛੋਂ ਬੜਾ ਖੁਆਰ ਕਰਦਾ ਹੈ ਬਈ, ਨਹੀਂ ਤਾਂ ਗੱਲ ਐਕਸਪੋਜ਼ ਕਰ ਦੂੰ। ਕੰਬਦੇ ਹੱਥਾਂ ਨਾਲ ਗਿਲਾਸ 'ਚ ਵਿਸਕੀ ਤੇ ਪਾਣੀ ਪਾ ਕੇ ਊਸ਼ਾ ਨੇ ਜਦੋਂ ਲਵਲੀ ਨੂੰ ਫੜਾਇਆ, ਉਹ ਬੋਲੀ, ਵਿਸਕੀ ਹੋਰ ਪਾ ਦੇ ਥੋੜ੍ਹੀ। ਊਸ਼ਾ ਨੇ ਪਾ ਦਿੱਤੀ ਤੇ ਉਹ ਬਿਨਾਂ ਨੱਕ ਮੂੰਹ ਚਾੜੇ ਗਟਾਗਟ ਪੀ ਗਈ। ਕੋਈ ਖਤਰਾ ਤਾਂ ਨਹੀਂ? ਊਸ਼ਾ ਨੇ ਫਿਰ ਪੁੱਛਿਆ। ਨਹੀਂ, ਅੱਗੇ ਵੀ ਇੱਕ ਵਾਰੀ ਇਉਂ ਹੀ ਹੋ ਗਿਆ ਸੀ, ਪਰ ਉਦੋਂ ਗਲਤੀ ਮੇਰੀ ਸੀ। ਅੱਛਾ ਤੂੰ ਸੌਂ ਜਾ। ਥੈਂਕ ਯੂ ਪਲੀਜ਼, ਪਰ ਕਿਸੇ ਨੂੰ ਆਖੀ ਨਾ ਕੱਲ੍ਹ ਕਿ ਮੈਂ ਡਿਪਾਰਟਮੈਂਟ ਕਿਉਂ ਨਹੀਂ ਆਈ। ਮੁਖਰਜੀ ਸਰ ਨੂੰ ਵੀ ਨਾ। ਜਿਹੜੀ ਕੁੜੀ ਪੀਰੀਅਡ ਨਾ ਲਾਵੇ ਸਾਲਾ ਉਹਦੇ ਬਾਰੇ ਪੁੱਛਦਾ ਫਿਰੂ ਵੀ ਤੈਂ ਕੀ ਲੈਣਾ, ਤੂੰ ਕਿਸੇ ਦਾ ਚਾਚਾ ਲੱਗਦਾ। ਅੱਛਾ, ਗੁੱਡ ਨਾਈਟ। ਊਸ਼ਾ ਹੋਰ ਵੀ ਘਬਰਾਈ ਜੇ ਆਪਣੇ ਕਮਰੇ 'ਚ ਆ ਗਈ। ਮੁੜ ਕੇ ਫਿਰ ਪਾਣੀ ਪੀਤਾ। ਔਰਤ ਕੌਣ ਹੁੰਦੀ ਹੈ? ਆਦਮੀ ਕੌਣ ਹੁੰਦਾ ਹੈ? ਮੌਤ ਕੀ ਹੁੰਦੀ ਹੈ? ਬੱਚੇ ਕੀ ਹੁੰਦੇ ਨੇ? ਪਤਾ ਨਹੀਂ ਉਹ ਕੀ ਊਟ ਪਟਾਂਗ ਸੋਚਣ 'ਚ ਉਲਝ ਗਈ ਸੀ। ਇੱਕਾ ਇੱਕ ਉਹਦਾ ਮਨ ਕੀਤਾ ਵਾਪਸ ਆਪਣੇ ਪਿੰਡ ਚਲੀ ਜਾਏ।
ਉੱਥੇ ਖੇਤ ਨੇ, ਫਸਲਾਂ ਨੇ, ਰੁੱਖ ਨੇ, ਪੰਛੀ ਨੇ, ਲੋਕ ਨੇ, ਘਰ ਨੇ, ਘਰਾਂ 'ਚ ਹਾਰਿਆਂ 'ਚ ਦਾਲਾਂ ਰਿੱਝਦੀਆਂ ਨੇ, ਦਧੌੜੀਆਂ 'ਚ ਦੁੱਧ ਤੱਤੇ ਹੁੰਦੇ ਨੇ, ਸਵਾਣੀਆਂ ਰੋਟੀਆਂ ਲਾਉਂਦੀਆਂ ਨੇ, ਆਦਮੀ ਖੇਤਾਂ 'ਚ ਕੰਮ ਕਰਦੇ ਨੇ ਅਤੇ ਉਹਦੇ ਪਾਪਾ ਦੇ ਸਕੂਲ ਵਿੱਚ ਨਿੱਕੇ ਨਿੱਕੇ ਬੱਚੇ ਪੜ੍ਹਨ ਆਉਂਦੇ ਨੇ। ਅਸਮਾਨ ਉੱਤੇ ਬੜਾ ਨੀਵਾਂ ਧਰਤੀ ਦੇ ਨੇੜੇ ਹੀ ਦਿਸਦਾ। ਊਸ਼ਾ ਬਹੁਤ ਸੋਹਣੀ ਨਹੀਂ ਸੀ, ਬਸ ਠੀਕ ਠਾਕ ਹੀ ਸੀ। ਉਹ ਫੈਸ਼ਨ ਨਹੀਂ ਸੀ ਕਰਦੀ, ਉਹ ਮੇਕਅਪ ਨਹੀਂ ਸੀ ਕਰਦੀ, ਉਹ ਵਾਲ ਸੈੱਟ ਕਰਵਾਉਣ ਨਹੀਂ ਸੀ ਜਾਂਦੀ, ਉਹ ਤਰ੍ਹਾਂ ਤਰ੍ਹਾਂ ਦੇ ਸੈਂਟ ਨਹੀਂ ਸੀ ਲਗਾਉਂਦੀ। ਫਿਰ ਵੀ ਪਤਾ ਨਹੀਂ ਕਿਉਂ ਲੋਕਾਂ ਨੂੰ ਉਹ ਬਹੁਤ ਚੰਗੀ ਲੱਗ ਜਾਂਦੀ ਸੀ। ਨਾਲ ਵਾਲੀਆਂ ਕੁੜੀਆਂ ਨੂੰ ਹੈਰਾਨੀ ਵੀ ਹੁੰਦੀ ਅਤੇ ਕਈ ਵਾਰੀ ਈਰਖਾ ਵੀ। ਊਸ਼ਾ ਦੇ ਵਾਲ ਬੜੇ ਲੰਮੇ ਨੇ। ਕੋਈ ਲੜਕਾ ਸਹਿਜ ਸੁਭਾਅ ਆਖ ਦਿੰਦਾ ਤਾਂ ਲਵਲੀ ਦਾ ਜੀਅ ਕਰਦਾ ਕੈਂਚੀ ਲੈ ਕੇ ਉਹਦੀ ਗੁੱਤ ਕੱਟ ਦੇਵੇ। ਊਸ਼ਾ ਦੀਆਂ ਅੱਖਾਂ 'ਚ ਇੱਕ ਅਜੀਬ ਕਿਸਮ ਦੀ ਚਮਕ ਹੈ। ਪੀਟਰ ਨੇ ਜਦੋਂ ਆਖਿਆ, ਲਵਲੀ ਵਿੱਚ ਵਿਸ ਘੋਲ ਗਈ। ਪੀਟਰ ਉਹਦਾ ਬॉयਫ੍ਰੈਂਡ ਸੀ। ਉਸ ਦਿਨ ਆਥਣੇ ਵੀ ਲਵਲੀ ਨੇ ਊਸ਼ਾ ਨੂੰ ਉਹਨਾਂ ਦੇ ਨਾਲ ਸਿਨੇਮਾ ਚੱਲਣ ਲਈ ਆਖਿਆ। ਬਹੁਤ ਜ਼ੋਰ ਲਗਾਇਆ। ਊਸ਼ਾ ਵੀ ਜਿਵੇਂ ਬੋਰ ਹੋਈ ਪਈ ਸੀ, ਮੰਨ ਗਈ। ਰਮਾ ਤੇ ਰੀਟਾ ਵੀ ਨਾਲ ਜਾ ਰਹੀਆਂ ਸਨ। ਰਮਾ ਤੇ ਰੀਟਾ ਨੂੰ ਘਰੋਂ ਲੈ ਕੇ ਪੀਟਰ ਉਹਨਾਂ ਨੂੰ ਲੈਣ ਆ ਗਿਆ। ਚਾਰਾਂ ਨੂੰ ਕੀ ਡਰ ਹੈ, ਊਸ਼ਾ ਨੇ ਸ਼ਾਇਦ ਸੋਚਿਆ। ਸੋਫੀਆ ਲੋਰਨ ਦੀ ਫਿਲਮ ਸੀ ਦੋ ਔਰਤਾਂ। ਊਸ਼ਾ ਨੂੰ ਉਸ ਫਿਲਮ ਨੇ ਸ਼ਾਇਦ ਕਿਧਰੇ ਧੁਰ ਅੰਦਰ ਡਿਸਟਰਬ ਕਰ ਦਿੱਤਾ ਸੀ। ਪਰਤਣ ਵੇਲੇ ਉਹ ਕਾਰ ਵਿੱਚ ਬੜੀ ਖੋਈ ਬੈਠੀ ਸੀ। ਰਮਾ ਤੇ ਰੀਟਾ ਨੂੰ ਰਾਹ 'ਚ ਉਹਨਾਂ ਦੇ ਘਰੀਂ ਉਤਾਰ ਕੇ ਥੋੜ੍ਹਾ ਅੱਗੇ ਜਾ ਕੇ ਪੀਟਰ ਨੇ ਆਖਿਆ, ਮੋਤੀ ਮਹਿਲ 'ਚੋਂ ਚਿਕਨ ਖਾ ਕੇ ਚੱਲਦੇ ਹਾਂ, ਇੱਥੋਂ ਦੀ ਸਪੈਸ਼ਲਿਟੀ ਹੈ। ਇਸ ਤੋਂ ਪਹਿਲਾਂ ਕਿ ਉਹ ਊਸ਼ਾ ਨਾ ਨੁੱਕਰ ਕਰਦੀ, ਕਾਰ ਮੋਤੀ ਮਹਿਲ ਦੇ ਮੂਹਰੇ ਆ ਰੁਕੀ। ਅਣਮੰਨੇ ਜੇ ਮਨ ਨਾਲ ਊਸ਼ਾ ਵੀ ਲਵਲੀ ਤੇ ਪੀਟਰ ਦੇ ਨਾਲ ਹੋਟਲ ਦੇ ਅੰਦਰ ਆ ਗਈ। ਕੋਈ ਮੇਜ਼ ਖਾਲੀ ਨਹੀਂ। ਉੱਪਰ ਚੱਲਦਿਆਂ ਆਖ ਪੀਟਰ ਪੌੜੀਆਂ ਚੜ੍ਹਨ ਲੱਗ ਪਿਆ। ਸ਼ਾਇਦ ਉਹਦਾ ਇਸ਼ਾਰਾ ਸਮਝ ਕੇ ਕਾਹਲੀ ਨਾਲ ਇੱਕ ਬਹਿਰਾ ਉਹਦੇ ਮਗਰ ਹੀ ਆ ਗਿਆ ਸੀ। ਉੱਪਰ ਆ ਕੇ ਉਹਨੇ ਇੱਕ ਕਮਰਾ ਖੋਲ੍ਹ ਦਿੱਤਾ। ਸਾਫ਼ ਸੁਥਰੀਆਂ ਕੁਰਸੀਆਂ, ਮੇਜ਼ ਮੁੜ ਝਾੜੇ ਤੇ ਆਰਡਰ ਲੈਣ ਲਈ ਖਲੋ ਗਿਆ। ਚੱਲ ਮੈਂ ਹੇਠਾਂ ਆ ਕੇ ਦੱਸਦਾ, ਆਖ ਬਹਿਰੇ ਨੂੰ ਤੋਰ ਉਹਨੇ ਇੱਕ ਪਾਸੇ ਪਏ ਰਿਕਾਰਡ ਪਲੇਅਰ ਉੱਪਰ ਇੰਗਲਿਸ਼ ਮਿਊਜ਼ਿਕ ਦਾ ਰਿਕਾਰਡ ਲਗਾ ਦਿੱਤਾ। ਦੇਰ ਹੋ ਜਾਏਗੀ, ਊਸ਼ਾ ਨੇ ਜਦੋਂ ਆਖਿਆ ਤਾਂ ਪੀਟਰ ਕਾਹਲੀ ਨਾਲ ਹੇਠਾਂ ਉਤਰ ਗਿਆ। ਜਦੋਂ ਪਰਤਿਆ ਤੇ 2 ਗਲਾਸ ਵਿਸਕੀ, ਇੱਕ ਵਿੱਚ ਕੋਕਾ ਕੋਲਾ ਦੇ ਨਾਲ ਫਰਾਈਡ ਕਲੇਜੀ ਬੈਰੀ ਨੂੰ ਚੁਕਵਾ ਲਿਆਇਆ ਸੀ। ਊਸ਼ਾ ਜੀ ਲਈ ਕੋਕਾ ਕੋਲਾ ਲਿਆਂਦਾ, ਜਾਣਦਾ ਵਿਸਕੀ ਇਹ ਸਾਡੀ ਲਵਲੀ ਵਾਂਗ ਨਹੀਂ ਪੀ ਸਕਦੇ। ਪੀਟਰ ਨੇ ਜਿਵੇਂ ਮਖੌਲ ਕੀਤਾ। ਊਸ਼ਾ ਨੇ ਬੇਚੈਨ ਜੀ ਹੋ ਕੇ ਆਲੇ ਦੁਆਲੇ ਵੇਖਿਆ ਤੇ ਕੋਕਾ ਕੋਲਾ ਵਾਲਾ ਗਲਾਸ ਚੁੱਕ ਲਿਆ। ਚੀਰੀਓ, ਆਖ ਲਵਲੀ ਤੇ ਪੀਟਰ ਨੇ ਗਲਾਸ ਟਕਰਾਏ ਤੇ ਇੰਗਲਿਸ਼ ਮਿਊਜ਼ਿਕ ਉੱਪਰ ਤਾਲ ਦਿੰਦੇ ਸਿਪ ਕਰਨ ਲੱਗ ਪਏ। ਊਸ਼ਾ ਨੇ ਗਲਾਸ ਛੇਤੀ ਛੇਤੀ ਮੁਕਾ ਲਿਆ। ਸ਼ਾਇਦ ਅਚੇਤ ਹੀ ਉਹ ਜਾਣ ਦੀ ਕਾਹਲੀ ਵਿਖਾ ਰਹੀ ਸੀ। 2 ਕੁ ਪਲ ਮਗਰੋਂ ਉਹਨੂੰ ਚੱਕਰ ਜਿਹਾ ਆਇਆ ਤੇ ਉਹਨੇ ਅੱਖਾਂ ਉਘੇੜ ਕੇ ਪਾਣੀ ਮੰਗਿਆ। ਪੀਟਰ ਨੇ ਹੱਸਦਿਆਂ ਆਪਣਾ ਵਿਸਕੀ ਵਾਲਾ ਗਲਾਸ ਉਸ ਵੱਲ ਕੀਤਾ, ਪਰ ਉਹ ਤਾਂ ਕੁਰਸੀ ਵਿੱਚ ਇੱਕ ਪਾਸੇ ਨੂੰ ਲੁੜਕ ਗਈ ਸੀ। ਫਿਰ ਉਹਨੂੰ ਕੁਝ ਪਤਾ ਨਹੀਂ ਰਿਹਾ। ਸਵੇਰੇ ਲਵਲੀ ਉਹਨੂੰ ਹਲੂਣ ਕੇ ਜਗਾ ਰਹੀ ਸੀ। ਉਹਨੇ ਅੱਖਾਂ ਉਘੇੜੀਆਂ, ਸਾਰਾ ਜਿਸਮ ਟੁੱਟ ਰਿਹਾ ਸੀ। ਹਰਾਮੀ ਰਾਤੀ ਚਲਾਕੀ ਕਰ ਗਿਆ। ਪਤਾ ਨਹੀਂ ਕੋਕਾ ਕੋਲੇ 'ਚ ਕੀ ਪਾ ਲਿਆਇਆ ਸੀ। ਮੈਨੂੰ ਵੀ ਵਿਸਕੀ ਨਾਲ ਆਊਟ ਕਰ ਦਿੱਤਾ ਸੀ। ਸਵੇਰੇ ਜਦੋਂ ਜਾਗ ਆਈ ਮੈਂ ਬਹੁਤ ਗਾਲਾਂ ਕੱਢੀਆਂ, ਆਪਣੇ ਕਰਕੇ ਨਹੀਂ, ਤੇਰੇ ਕਰਕੇ। ਸਾਲਾ ਪਤਾ ਨਹੀਂ ਸਵੇਰੇ ਸਵੇਰੇ ਕਦੋਂ ਭੱਜ ਗਿਆ। ਤੇ ਊਸ਼ਾ ਨੇ ਉਸ ਵੇਲੇ ਸੋਚਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ। ਸਿਰ ਫਟਿਆ ਜਾ ਰਿਹਾ ਸੀ ਤੇ ਅੰਗ ਅੰਗ ਟੁੱਟ ਰਿਹਾ ਸੀ। ਇਹ ਤਾਂ ਤੇਰੇ ਤੇ ਬਹੁਤ ਦੇਰ ਤੋਂ ਮਰਦਾ ਸੀ, ਪਰ ਇੱਕ ਮੈਂ ਪ੍ਰੋਮਿਸ ਕਰਦੀ ਹਾਂ, ਕਿਸੇ ਕੋਲ ਗੱਲ ਨਹੀਂ ਕਰਾਂਗੀ। ਤੇਰਾ ਇਮੇਜ ਉਹੀ ਬਣਿਆ ਰਹੇਗਾ। ਤੂੰ ਇਉਂ ਫਟੀਆਂ ਨਜ਼ਰਾਂ ਨਾਲ ਕਿਉਂ ਦੇਖ ਰਹੀ ਹੈ? ਆਖਿਰ ਹੋ ਕੀ ਗਿਆ? ਚੱਲ ਪਾਪ ਪੁੰਨ ਵਾਲੇ ਪਾਸਿਓਂ ਵੀ ਸੋਚ ਲੈ। ਤੂੰ ਆਪਣੀ ਮਰਜ਼ੀ ਨਾਲ ਤਾਂ ਕੁਝ ਨਹੀਂ ਕੀਤਾ। ਪਲੀਜ਼ ਊਸ਼ਾ, ਸੌਰੀ, ਗਲਤੀ ਹੋ ਗਈ ਮੇਰੇ ਕੋਲੋਂ। ਜੇ ਉਸ ਸਾਲੇ 'ਤੇ ਇਤਬਾਰ ਕੀਤਾ, ਤੂੰ ਆਖੇ ਤਾਂ ਮੈਂ ਅੱਜ ਤੋਂ ਉਹਦੇ ਨਾਲ ਬੋਲਣਾ ਛੱਡ ਦਿਆਂ। ਊਸ਼ਾ ਨੇ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਹੌਲੀ ਹੌਲੀ ਉੱਠ ਕੇ ਗੁਸਲਖਾਨੇ 'ਚ ਗਈ। ਕਿੰਨਾ ਚਿਰ ਆਪਣੇ ਉੱਪਰ ਠੰਡਾ ਪਾਣੀ ਪਾਉਂਦੀ ਰਹੀ ਤੇ ਫਿਰ ਗਿੱਲੇ ਪਿੰਡੇ ਹੀ ਕੱਪੜੇ ਪਾ ਕੇ ਬਾਹਰ ਆ ਗਈ। ਲਵਲੀ ਨੇ ਪਰਸ ਵਿੱਚੋਂ ਕੰਘੀ ਕੱਢ ਕੇ ਆਪਣੇ ਵਾਲ ਵਾਹੇ। ਮੇਕਅਪ ਕੀਤੀ ਹੋਈ ਸੀ,
ਪਰ ਊਸ਼ਾ ਨੇ ਆਪਣੇ ਪਰਸ 'ਚ ਕੁਝ ਨਹੀਂ ਸੀ ਰੱਖਿਆ ਤੇ ਨਾ ਹੀ ਉਹਨੇ ਲਵਲੀ ਦੇ ਆਖਣ ਉੱਤੇ ਉਹਦੀ ਕੋਈ ਚੀਜ਼ ਵਰਤੀ। ਲਵਲੀ ਨੇ ਘੰਟੀ ਵਜਾ ਕੇ ਬੈਰੇ ਤੋਂ 2 ਕੱਪ ਚਾਹ ਦੇ ਮੰਗਵਾ ਲਏ। ਊਸ਼ਾ ਨੇ ਚੁੱਪਚਾਪ ਚਾਹ ਦਾ ਕੱਪ ਪੀ ਲਿਆ। ਹੋਸਟਲ ਆ ਕੇ ਉਹਨੇ ਦੇਖਿਆ ਲਵਲੀ ਆਪ ਹੀ ਰਜਿਸਟਰ ਵਿੱਚ ਉਹਦੇ ਬਾਰੇ ਵੀ ਲਿਖ ਗਈ ਸੀ ਕਿ ਅੱਜ ਮੈਂ ਬਾਹਰ ਆਪਣੇ ਰਿਸ਼ਤੇਦਾਰ ਪਾਸ ਰਹਾਂਗੀ। ਅੱਜ ਊਸ਼ਾ ਫਿਰ ਯੂਨੀਵਰਸਿਟੀ ਆਪਣੇ ਡਿਪਾਰਟਮੈਂਟ ਨਹੀਂ ਸੀ ਗਈ। ਲਵਲੀ ਨੇ ਹੱਸ ਕੇ ਲੋਕਾਂ ਨੂੰ ਦੱਸਿਆ, ਕੱਲ ਉਹਨੇ ਨਾਈਟ ਆਊਟ ਸਟੇ ਕੀਤਾ ਸੀ ਨਾ, ਅੱਜ ਹੁਣ ਸੁੱਤੀ ਪਈ ਹੈ। ਕਿਸੇ ਨੇ ਉਹਦੀ ਗੱਲ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਸਿਰਫ ਪ੍ਰੋਫੈਸਰ ਮੁਖਰਜੀ ਨੇ ਦੁਹਰਾ ਕੇ ਪੁੱਛਿਆ ਕਿ ਊਸ਼ਾ ਰੋਲ ਨੰਬਰ 1 ਦੀ ਹੀ ਗੱਲ ਕਰ ਰਹੀ ਸੀ। ਹਾਂ ਸਰ, ਊਸ਼ਾ ਰਾਣੀ ਰੋਲ ਨੰਬਰ 1 ਨੇ ਰਾਤ ਨਾਈਟ ਆਊਟ ਸਟੇ ਕੀਤੀ ਸੀ। ਉਸ ਦਿਨ ਕਮਰੇ 'ਚ ਪਿਆ ਊਸ਼ਾ ਨੂੰ ਅਜੀਬ ਖਿਆਲ ਆਉਂਦੇ ਰਹੇ। ਲੱਗਿਆ 2 ਔਰਤਾਂ ਫਿਲਮ ਵਿੱਚ ਜਿਨ੍ਹਾਂ ਔਰਤਾਂ ਦਾ ਘਰ ਘਾਟ ਯੁੱਧ 'ਚ ਤਬਾਹ ਹੋ ਗਿਆ ਸੀ, ਉਹਨਾਂ ਵਿੱਚੋਂ ਇੱਕ ਉਹ ਸੀ। ਤੇ ਜਦੋਂ ਜਾਨਵਰ ਬਣੇ ਸਿਪਾਹੀਆਂ ਨੇ ਜਿਨ੍ਹਾਂ 2 ਔਰਤਾਂ ਨਾਲ ਜ਼ਬਰਦਸਤੀ ਕੀਤੀ ਸੀ, ਉਹਨਾਂ ਵਿੱਚੋਂ ਇੱਕ ਉਹ ਸੀ। ਪਰ ਉਹ ਤਾਂ ਮਾਵਾਂ ਧੀਆਂ ਸਨ ਤੇ ਮੇਰੀ ਮਾਂ ਕਿੱਥੇ ਹੈ? ਲੱਗਿਆ ਮਾਂ ਨੂੰ ਉਹ ਕਦੇ ਮੂੰਹ ਨਹੀਂ ਵਿਖਾ ਸਕੇਗੀ। ਜਿਹੜੀ ਮਾਂ ਸਵੇਰੇ ਪੂਜਾ ਕੀਤੇ ਬਿਨਾਂ, ਇਸ਼ਨਾਨ ਕਰਕੇ ਤੁਲਸੀ ਨੂੰ ਪਾਣੀ ਪਾਏ ਬਿਨਾਂ ਮੂੰਹ ਨੂੰ ਅੰਨ ਨਹੀਂ ਸੀ ਛੁਆਉਂਦੀ, ਉਹਦੇ ਹੁਣ ਉਹ ਕਿਵੇਂ ਮੱਥੇ ਲੱਗੇਗੀ? ਲੱਗਿਆ ਹੁਣ ਉਹ ਕਿਸੇ ਦੇ ਵੀ ਮੱਥੇ ਕਿਵੇਂ ਲੱਗੇਗੀ? ਸਾਰੇ ਲੋਕੀ ਉਹਦੇ ਤੇ ਹੱਸਣਗੇ, ਪੀਟਰ ਤੇ ਲਵਲੀ ਸਭ ਨੂੰ ਦੱਸਣਗੇ ਤੇ ਉਹ ਹੋਟਲ ਵਾਲੇ ਤੋਬਾ। ਇੱਕ ਮਨ ਹੋਇਆ ਭਾਬੀ ਨੂੰ ਖਤ ਲਿਖ ਕੇ ਸਭ ਕੁਝ ਦੱਸ ਦੇਵੇ ਤੇ ਇਹ ਵੀ ਦੱਸ ਦੇਵੇ ਕਿ ਹੁਣ ਮੇਰੇ ਕੋਲੋਂ ਇੱਥੇ ਰਹਿ ਕੇ ਪੜ੍ਹਿਆ ਵੀ ਨਹੀਂ ਜਾਣਾ। ਮੈਂ ਭਾਗੀਰਥ ਦੇ ਕੋਲ ਹੀ ਚਲੀ ਜਾਂਦੀ ਹਾਂ, ਸਭ ਕੁਝ ਦੱਸ ਦਿਆਂਗੀ, ਮਾਰੇ ਕੁੱਟੇ ਜਿਵੇਂ ਮਰਜ਼ੀ ਰੱਖੇ। ਉਹਦੇ ਹੁੰਦਿਆਂ ਮਜਾਲ ਸੀ ਜੋ ਕੋਈ, ਪਰ ਭਾਬੀ ਨੂੰ ਖਤ ਲਿਖਣ ਦੀ ਵੀ ਤਾਂ ਹਿੰਮਤ ਨਹੀਂ ਸੀ। ਫਿਰ ਮਨ ਹੋਇਆ ਜਾ ਕੇ ਲਵਲੀ ਨੂੰ ਗੁੱਤ ਤੋਂ, ਨਾ ਸੱਚ ਵਾਲਾਂ ਤੋਂ ਫੜ ਲਏ। ਗੁੱਤ ਤਾਂ ਉਹਦੇ ਹੈ ਹੀ ਨਹੀਂ ਸੀ। ਵਾਲਾਂ ਤੋਂ ਫੜ ਕੇ ਸਾਰੇ ਹੋਸਟਲ 'ਚ ਘੜੀਸਦੀ ਫਿਰੇ ਹਰਾਮਜ਼ਾਦੀ ਕੁੱਤੀ ਨੂੰ। ਸਭ ਨੂੰ ਪਤਾ ਤਾਂ ਲੱਗ ਜਾਏਗਾ ਇਹ ਇੱਥੇ ਕੀ ਕਰਤੂਤਾਂ ਕਰਦੀ ਹੈ। ਪਿੰਡ ਇੱਕ ਵਾਰੀ ਅਮਰੂ ਕੇ ਪ੍ਰੀਤੂ ਨੇ ਨਾਈਆਂ ਦੀ ਕੁੜੀ ਨੂੰ ਕੋਈ ਮਾੜੀ ਗੱਲ ਆਖਦੀ ਸੀ। ਪੰਚਾਇਤ ਨੇ ਮੂੰਹ ਕਾਲਾ ਕਰਕੇ ਗਧੇ ਤੇ ਚੜ੍ਹ ਕੇ ਗਲ ਛਿੱਤਰਾਂ ਦੀ ਮਾਲਾ ਪਾ ਕੇ ਸਾਰੇ ਪਿੰਡ 'ਚ ਫੇਰਿਆ ਸੀ। ਇਸ ਕੰਜਰੀ ਦਾ ਵੀ ਮੂੰਹ ਕਾਲਾ ਕਰਕੇ ਗਧੇ ਤੇ ਚੜ੍ਹ ਕੇ ਪ੍ਰੋਫੈਸਰ ਮੁਖਰਜੀ ਨੂੰ ਸਭ ਕੁਝ ਦੱਸ ਦਿਆਂਗੀ। ਇੱਕ ਜੀ ਕੀਤਾ ਹੁਣੇ ਪ੍ਰੋਫੈਸਰ ਮੁਖਰਜੀ ਦੇ ਘਰ ਚਲੀ ਜਾਵੇ ਤੇ ਦੱਸੇ। ਸਰ, ਪਰ ਸਾਰਾ ਜਿਸਮ ਟੁੱਟ ਰਿਹਾ ਸੀ ਤੇ ਚੱਕਰ ਆ ਰਹੇ ਸਨ। ਉੱਠ ਕੇ 2 ਕੰਪੋਜ਼ ਦੀਆਂ ਗੋਲੀਆਂ ਪਾਣੀ ਨਾਲ ਲੈ ਲਈਆਂ। ਅੱਗੇ ਕਦੇ ਜਦੋਂ ਉਹਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਤਾਂ ਉਹ ਇੱਕ ਕੰਪੋਜ਼ ਦੀ ਗੋਲੀ ਲੈ ਲੈਂਦੀ ਸੀ। ਫਿਰ ਝੱਟ ਕੁ ਮਗਰੋਂ ਉਹਦੀਆਂ ਕੱਸੀਆਂ ਹੋਈਆਂ ਨਾੜਾਂ ਜਿਵੇਂ ਢਿੱਲੀਆਂ ਹੋਣ ਲੱਗਦੀਆਂ। ਫਿਰ ਸਹਿਜ 'ਚ ਪਹੁੰਚ ਪਾਣੀ ਤੇ ਹੌਲੀ ਤੁਰਦੇ ਜਹਾਜ਼ ਵਾਂਗ ਨੀਂਦ ਵੱਲ ਵਹਿ ਜਾਂਦੀ ਤੇ ਫਿਰ ਰਾਤ ਭਰ ਉਹਦਾ ਮਨ ਤੇ ਜਿਸਮ ਸੁੱਤੇ ਰਹਿੰਦੇ। ਪਰ ਅੱਜ 2 ਗੋਲੀਆਂ ਲੈ ਕੇ ਵੀ ਉਹਦੀ ਹੋਸ਼ ਜਿਵੇਂ ਕਾਇਮ ਸੀ। ਉਹਨੇ ਜ਼ੋਰ ਲਾ ਕੇ ਅੱਖਾਂ ਉਘੇੜ ਕੇ ਟਾਈਮ ਪੀਸ ਤੋਂ ਵਕਤ ਦੇਖਣ ਦੀ ਕੋਸ਼ਿਸ਼ ਕੀਤੀ। ਟਾਈਮ ਪੀਸ ਚਾਬੀ ਨਾ ਦੇਣ ਕਰਕੇ ਖੜੋ ਗਿਆ ਸੀ। ਉਸ ਉੱਪਰ ਤਾਂ 11:45 ਵੱਜ ਰਹੇ ਸਨ। ਸ਼ਾਇਦ ਕੱਲ੍ਹ ਦਾ 11:45 ਵਜੇ ਤੇ ਹੀ ਖੜੋ ਗਿਆ। ਫਿਰ ਚਾਰੋਂ ਪਾਸੇ ਹਨੇਰਾ ਹੋ ਗਿਆ। ਸ਼ਾਇਦ ਰਾਤ ਹੋ ਗਈ ਸੀ। ਉਹਨੂੰ ਸੁੱਤੀ ਨੂੰ ਪਤਾ ਨਹੀਂ ਕਿੰਨਾ ਚਿਰ ਲੰਘ ਗਿਆ। ਬੜੀ ਜ਼ੋਰ ਨਾਲ ਦਰਵਾਜ਼ੇ 'ਤੇ ਟਕ ਹੋ ਰਹੀ ਸੀ ਜਦੋਂ ਉਹਦੀ ਜਾਗ ਖੁੱਲ੍ਹੀ। ਕਮ ਇਨ, ਉਹਨੇ ਉੱਠਣ ਦੀ ਕੋਸ਼ਿਸ਼ ਕਰਦੀ ਨੇ ਆਖਿਆ। ਕੀ ਗੱਲ, ਤਬੀਅਤ ਨਹੀਂ ਠੀਕ? ਵਾਰਡਨ ਮਿਸ ਚੰਦਰਾਵਤੀ ਨੇ ਖੜੀ ਨੇ ਲਾਈਟ ਜਗਾ ਕੇ ਪੁੱਛਿਆ। ਨਹੀਂ ਮੈਡਮ, ਸੌਰੀ, ਬੈਠੋ, ਸਿਰ ਦਰਦ ਸੀ, ਜਿਸਮ ਟੁੱਟਦਾ ਹੈ, ਖਾਸ ਤੇ ਗੱਲ ਕੋਈ ਨਹੀਂ। ਉਹਨੇ ਉੱਠ ਕੇ ਕੁਰਸੀ ਉਸ ਵੱਲ ਕਰਦਿਆਂ ਆਖਿਆ। ਮਿਸ ਚੰਦਰਾਵਤੀ ਪਤਾ ਨਹੀਂ ਕਿਸ ਤਰ੍ਹਾਂ ਅੱਜ ਕੁਰਸੀ ਉੱਪਰ ਬੈਠ ਗਈ। ਮਿਸ ਚੰਦਰਾਵਤੀ ਦੀਆਂ ਬੁੱਢੀਆਂ ਅੱਖਾਂ ਨੇ ਜਿਵੇਂ ਊਸ਼ਾ ਦੇ ਮੂੰਹ ਤੋਂ ਉਹਦਾ ਮਨ ਵੀ ਪੜ੍ਹ ਲਿਆ ਤੇ ਬੜੇ ਸਹਿਜ ਨਾਲ ਬੋਲੀ, ਗਲਤੀ ਗੁਨਾਹ ਨਹੀਂ ਹੁੰਦੀ, ਗਲਤੀ ਤੋਂ ਸਬਕ ਸਿੱਖੀਦਾ। ਆਪਣੀ ਸ਼ਕਤੀ ਆਪਣੇ ਆਪ ਨਾਲ ਲੜ ਕੇ ਨਸ਼ਟ ਨਹੀਂ ਕਰੀਦੀ। ਤਕੜੇ ਬਣੋ ਕਿ ਕੋਈ ਤੁਹਾਨੂੰ ਠੁੱਡਾ ਮਾਰ ਕੇ ਨਾ ਲੰਘ ਸਕੇ। ਮਿੱਟੀ 'ਚੋਂ ਬਣੇ ਜਿਸਮ ਨੇ ਮਿੱਟੀ 'ਚ ਰਲ ਜਾਣਾ ਹੈ। ਆਪਣੇ ਅੰਦਰਲੀ ਉਹ ਥਾਂ ਨਾ ਗਵਾਓ ਜਿੱਥੇ ਔਖੇ ਸੌਖੇ ਵੇਲੇ ਸਿਮਟ ਕੇ ਲੁਕ ਸਕੋ। ਸਿਰਫ ਆਪਣੇ ਆਪ ਕੋਲੋਂ ਡਰੋ, ਦੂਜਿਆਂ ਤੋਂ ਨਾ। ਸ਼ਾਬਾਸ਼, ਗੱਲ
कल डिपार्टमेंट जाओ, पढ़ाई करो, चंगे नंबर लो, नौकरी करो ते खुद बन के जियो। पता नहीं मिस चंद्रावती ये सब गल्लां किहदे नाल करी जा रही सी ते क्यों करी जा रही सी। ਉਹਨੂੰ ਤਾਂ ਜਿਵੇਂ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਊਸ਼ਾ ਤਾਂ ਜਿਵੇਂ ਧਰਤੀ ਅਸਮਾਨ ਦੇ ਅੱਧ ਵਿਚਕਾਰ ਹੀ ਕਿਧਰੇ ਲਟਕੀ ਹੋਈ ਸੀ। ਤੇ ਫਿਰ ਵਾਰਡਨ ਮਿਸ ਚੰਦਰਾਵਤੀ ਉੱਠ ਕੇ ਚਲੀ ਗਈ। ਊਸ਼ਾ ਨੂੰ ਲੱਗਿਆ ਜਿਵੇਂ ਉਹਨੂੰ ਸੁਪਨਾ ਆਇਆ ਸੀ, ਪਰ ਕੁਝ ਚਿਰ ਮਗਰੋਂ ਮਾਈ ਟਰੇ ਵਿੱਚ ਪਵਾ ਕੇ ਉਹਦੀ ਰੋਟੀ ਲੈ ਆਈ ਸੀ। ਸ਼ਾਇਦ ਵਾਰਡਨ ਨੇ ਭੇਜੀ ਸੀ। ਪਤਾ ਨਹੀਂ ਕਦੋਂ ਸਵੇਰ ਤੇ ਫਿਰ ਦੁਪਹਿਰ ਹੋ ਗਈ ਸੀ। ਵਾਰਡਨ ਚੰਦਰਾਵਤੀ ਦੇ ਹੁਕਮ ਮੰਨਣ ਵਾਂਗ ਜਿੰਨੀ ਕੁ ਮਨ ਮੰਨਿਆ ਊਸ਼ਾ ਨੇ ਰੋਟੀ ਖਾ ਲਈ। ਬਾਹਰ ਬੰਦ ਕਰਕੇ ਉਹ ਕਮਰੇ 'ਚ ਲੱਗੀਆਂ ਤਸਵੀਰਾਂ ਵੱਲ ਝਾਕੀ। ਇੱਕ ਮੀਰਾ ਦੀ ਤਸਵੀਰ ਸੀ, ਜੋਗਣ ਵਾਲੇ ਕੱਪੜੇ ਪਾਈ ਭਜਨ ਗਾਉਂਦੀ ਮੀਰਾ ਦੀ ਤਸਵੀਰ। ਤੇਰਾ ਪਤੀ ਸੀ ਜੋ ਤੇਰਾ ਪਰਮੇਸ਼ਰ ਸੀ, ਤੂੰ ਉਹਨੂੰ ਛੱਡ ਕੇ ਮੰਦਰ ਵੱਲ ਕਿਉਂ ਤੁਰ ਪਈ ਸੀ? ਊਸ਼ਾ ਨੇ ਜਿਵੇਂ ਪੁੱਛਣਾ ਚਾਹਿਆ। ਮੇਜ਼ ਤੇ ਉਹਦੇ ਭਾਬੀ ਤੇ ਭਰਾ ਦੀ ਤਸਵੀਰ ਪਈ ਸੀ। ਭਾਬੀ, ਤੂੰ ਹਰੀਸ਼ ਨੂੰ ਛੱਡ ਕਿਉਂ ਨਹੀਂ ਦਿੰਦੀ? ਵਿਆਹ ਵੀ ਤਾਂ ਲੀਗਲ ਪ੍ਰੋਸਟੀਟਿਊਸ਼ਨ ਹੀ ਹੁੰਦਾ ਹੈ ਨਾ? ਉਹਦੀ ਥਾਂ ਜਿਵੇਂ ਉਹਦੀ ਭਾਬੀ ਨੂੰ ਲਵਲੀ ਪੁੱਛ ਰਹੀ ਸੀ। ਫਿਰ ਪਤਾ ਨਹੀਂ ਕਿਵੇਂ ਉਹਨੂੰ ਮਾਂ ਦਾ ਖਿਆਲ ਆ ਗਿਆ। ਮਾਂ, ਹੁਣ ਮੈਂ ਛੁੱਟੀਆਂ ਵਿੱਚ ਘਰ ਨਹੀਂ ਆਵਾਂਗੀ, ਮੈਂ ਕਦੇ ਵੀ ਘਰ ਨਹੀਂ ਆਵਾਂਗੀ, ਉਹ ਮਨ 'ਚ ਮਾਂ ਨੂੰ ਆਖ ਰਹੀ ਸੀ। ਉਹਨੇ ਕਿਤਾਬ ਚੁੱਕ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਪਤਾ ਨਹੀਂ ਕਦੋਂ ਕਿਤਾਬ ਉਹਦੇ ਹੱਥੋਂ ਛੁੱਟ ਗਈ ਤੇ ਉਹ ਮੰਜੇ ਤੇ ਇੱਕ ਪਾਸੇ ਲੁੜਕ ਕੇ ਸੌਂ ਗਈ। ਰੋਟੀ ਤੋਂ ਮਗਰੋਂ ਉਹਨੇ ਕੰਪੋਜ਼ ਦੀਆਂ ਫਿਰ 2 ਗੋਲੀਆਂ ਖਾ ਲਈਆਂ ਸਨ। ਅਗਲੇ ਦਿਨ ਜਦੋਂ ਯੂਨੀਵਰਸਿਟੀ ਆਪਣੇ ਡਿਪਾਰਟਮੈਂਟ ਗਈ ਤਾਂ ਲੱਗਿਆ ਸਭ ਕੁਝ ਉਂਝ ਦਾ ਉਂਝ ਹੀ ਸੀ। ਉਸੇ ਤਰ੍ਹਾਂ ਜਮਾਤਾਂ ਲੱਗ ਰਹੀਆਂ ਸਨ, ਉਸੇ ਤਰ੍ਹਾਂ ਪ੍ਰੋਫੈਸਰ ਲੈਕਚਰ ਦੇ ਰਹੇ ਸਨ, ਉਸੇ ਤਰ੍ਹਾਂ ਵਾਲੀਏ ਦੇ ਪੀਰੀਅਡ ਵਿੱਚ ਅੱਧੇ ਮੁੰਡੇ ਕੁੜੀਆਂ ਕਾਫੀ ਹਾਊਸ ਨੂੰ ਤੁਰ ਪਏ ਸਨ। ਉਸੇ ਤਰ੍ਹਾਂ ਪ੍ਰੋਫੈਸਰ ਮੁਖਰਜੀ ਲੈਕਚਰ ਦਿੰਦਾ ਘੜੀ ਮੁੜੀ ਆਪਣੀ ਐਨਕ ਕਦੇ ਲਾਉਂਦਾ ਕਦੇ ਲਾ ਲੈਂਦਾ ਸੀ। ਨਾ ਕੋਈ ਖਾਸ ਤਰ੍ਹਾਂ ਊਸ਼ਾ ਵੱਲ ਝਾਕਿਆ, ਨਾ ਕਿਸੇ ਨੇ ਕੋਈ ਖਾਸ ਉਹਨੂੰ ਰਿਮਾਰਕ ਪਾਸ ਕੀਤਾ, ਨਾ ਕਿਸੇ ਨੇ ਉਹਨੂੰ ਕੱਲ੍ਹ ਨਾ ਆਉਣ ਦਾ ਕਾਰਨ ਪੁੱਛਿਆ। ਊਸ਼ਾ ਨੂੰ ਤੇ ਲੱਗਦਾ ਸੀ ਜਿਵੇਂ ਦਿਨ ਕੁਝ ਅੱਗੇ ਵਰਗੇ ਦਿਨ ਹੀ ਨਹੀਂ ਸਨ ਰਹਿ ਗਏ। ਧਰਤੀ ਜਿਵੇਂ ਘੁੰਮਣੋਂ ਹਟ ਗਈ ਸੀ, ਅਸਮਾਨ ਜਿਵੇਂ ਹੇਠਾਂ ਢਹਿ ਪਿਆ ਸੀ, ਜਿਵੇਂ ਕੋਈ ਬਹੁਤ ਵੱਡਾ ਭੂਚਾਲ ਆਇਆ ਸੀ। ਚਾਰੋਂ ਪਾਸੇ ਮਲਬਾ ਹੀ ਮਲਬਾ ਸੀ, ਪਰ ਇੱਥੇ ਤੇ ਕੁਝ ਵੀ ਨਹੀਂ ਸੀ ਹੋਇਆ। ਉਸੇ ਤਰ੍ਹਾਂ ਦਾ ਚਿਲਕਣਾ ਜਿਹਾ ਦਿਨ ਚੜ੍ਹਿਆ ਸੀ। ਧਰਤੀ ਉਸੇ ਤਰ੍ਹਾਂ ਆਪਣੇ ਧੁਰੇ ਦੇ ਦੁਆਲੇ ਘੁੰਮ ਰਹੀ ਸੀ। ਅਸਮਾਨ ਠੀਕ ਆਪਣੀ ਥਾਂ ਉੱਪਰ ਖਲੋਤਾ ਹੋਇਆ ਸੀ। ਕਿਧਰੇ ਕੋਈ ਭੂਚਾਲ ਵੀ ਨਹੀਂ ਸੀ ਆਇਆ। ਬਸ ਉਹਨੂੰ ਅੱਜ ਕੁਝ ਤ੍ਰੇਹ ਜ਼ਿਆਦਾ ਲੱਗ ਰਹੀ ਸੀ। ਕੁਝ ਹੱਡ ਪੈਰ ਟੁੱਟਦੇ ਜੇ ਲੱਗਦੇ ਸੀ, ਜਿਵੇਂ ਬੁਖਾਰ ਚੜ੍ਹ ਕੇ ਹਟਿਆ ਹੋਵੇ। ਡਿਪਾਰਟਮੈਂਟ ਤੋਂ ਵਾਪਸ ਆ ਕੇ ਖਾਣਾ ਖਾ ਕੇ ਊਸ਼ਾ ਆਪਣੇ ਕਮਰੇ 'ਚ ਜਾਣ ਦੀ ਥਾਂ ਰੀਟਾ ਦੇ ਕਮਰੇ 'ਚ ਚਲੀ ਗਈ। ਆਓ ਤਾਸ਼ ਖੇਡੀਏ, ਊਸ਼ਾ ਨੇ ਜਦੋਂ ਆਖਿਆ। ਰੀਟਾ ਤੇ ਪੰਮੀ ਹੈਰਾਨ ਹੋ ਗਈਆਂ। ਊਸ਼ਾ ਤਾਂ ਆਖਦੀ ਹੁੰਦੀ ਸੀ, ਮੈਨੂੰ ਸਮਝ ਨਹੀਂ ਆਉਂਦੀ ਲੋਕ ਤਾਸ਼ 'ਤੇ ਇੰਨਾ ਵਕਤ ਕਿਵੇਂ ਗਵਾ ਸਕਦੇ ਨੇ। ਜੋੜੇ ਬਣਾਉਣ ਖਾਤਰ ਰੀਟਾ ਨੇ ਲਵਲੀ ਨੂੰ ਆਵਾਜ਼ ਮਾਰ ਲਈ। ਲਵਲੀ ਊਸ਼ਾ ਦੇ ਸਾਹਮਣੇ ਖਾਲੀ ਥਾਂ 'ਤੇ ਆ ਬੈਠੀ। ਹੁਣ ਉਹਦੀ ਪਾਰਟਨਰ ਸੀ। ਅੱਖਾਂ ਨਾਲ, ਹੱਥਾਂ ਨਾਲ ਤੇ ਸੈਨਤਾਂ ਨਾਲ ਕਈ ਵਾਰੀ ਲਵਲੀ ਨੇ ਊਸ਼ਾ ਨੂੰ ਖੇਡ ਦੇ ਦਾਅ ਪੇਚਾਂ ਤੋਂ ਵਾਕਫ ਕਰਕੇ ਹਰ ਹਾਰੀ ਬਾਜੀ ਜਿੱਤੀ। ਆਥਣੇ 5 ਵਜੇ ਜਦੋਂ ਉਹਨਾਂ ਖੇਡ ਖਤਮ ਕੀਤੀ ਤਾਂ ਲਵਲੀ ਤੇ ਊਸ਼ਾ ਨੇ ਰੀਟਾ ਤੇ ਪੰਮੀ ਤੋਂ 100 ਰੁਪਇਆ ਜਿੱਤ ਲਿਆ ਹੋਇਆ ਸੀ। ਪਰ ਖੇਡ ਦੇ ਅਣਕਹੇ ਅਸੂਲਾਂ ਅਨੁਸਾਰ ਜਿੱਤੇ ਹੋਏ ਪੈਸਿਆਂ ਨੂੰ ਉਸੇ ਦਿਨ ਇੰਜੋਏ ਕਰਨ ਉੱਪਰ ਖਰਚਣਾ ਹੁੰਦਾ ਹੈ। ਬਾਹਰ ਜਾ ਕੇ ਇੰਜੋਏ ਕਰਨ ਲਈ ਊਸ਼ਾ ਨਹੀਂ ਮੰਨੀ। ਆਖਦੀ ਸੀ ਤਬੀਅਤ ਬਹੁਤੀ ਠੀਕ ਨਹੀਂ। ਚਲੋ ਠੀਕ ਹੈ, ਇੱਥੇ ਇੰਜੋਏ ਕਰਾਂਗੇ, ਫੈਸਲਾ ਹੋ ਗਿਆ। ਊਸ਼ਾ ਉੱਠ ਕੇ ਨਹਾਉਣ ਚਲੀ ਗਈ। ਅੱਜ ਉਹਨੂੰ ਇੰਨਾ ਪਸੀਨਾ ਪਤਾ ਨਹੀਂ ਕਾਹਤੋਂ ਆਈ ਜਾ ਰਿਹਾ ਸੀ। ਨਹਾ ਕੇ ਉਹ ਹੇਠਾਂ ਲੌਨ ਵਿੱਚ ਘੁੰਮਣ ਚਲੀ ਗਈ। ਗੇਟ ਦੇ ਬਾਹਰ ਗਹਿਮਾ ਗਹਿਮੀ ਸੀ। ਆਈਸਕ੍ਰੀਮ ਵਾਲੇ, ਕੁਲਫੀਆਂ ਵਾਲੇ, ਪਾਣੀ ਪਤਾਸਿਆਂ ਵਾਲੇ, ਸੌਦਾ ਵੇਚਦੇ ਤਰ੍ਹਾਂ ਤਰ੍ਹਾਂ ਦੇ ਵੇਸਾਂ ਵਾਲੀਆਂ ਵੱਲ ਮੁੱਤਰ ਮੁੱਤਰ ਝਾਕ ਰਹੇ ਸਨ। ਕੋਈ ਕਾਰ ਆਉਂਦੀ, ਰੁਕਦੀ ਤੇ ਕਿਸੇ ਕੁੜੀ ਨੂੰ ਬਿਠਾ ਕੇ ਤੁਰ ਜਾਂਦੀ। ਘਰ ਦੇ ਆਏ ਹੋਣੇ ਨੇ, ਊਸ਼ਾ ਸੋਚਦੀ, ਪਰ ਕੋਈ ਦੂਜੀ ਕਿਸੇ ਦੇ ਸਕੂਟਰ ਦੇ ਮਗਰ ਬੈਠ ਕੇ ਬਾਕੀਆਂ ਨੂੰ ਬਾਏ ਬਾਏ ਕਰਦੀ ਚਲੀ ਜਾਂਦੀ। ਕੁਝ ਮੁੰਡੇ ਕੁੜੀਆਂ ਉੱਥੇ ਹੀ ਟਹਿਲਦੇ ਫਿਰ ਰਹੇ ਸਨ। ਇਹ ਤਾਂ ਜਿਵੇਂ ਦੁਨੀਆ ਹੀ ਕੋਈ ਵੱਖਰੀ ਸੀ। ਇਹਨੂੰ ਕਦੇ ਕੋਈ ਮਿਲਣ ਨਹੀਂ ਆਇਆ। ਹੌਲੀ ਦੇ ਕੇ ਕੋਲੋਂ ਲੰਘੀ ਜਾਂਦੀ ਕੁੜੀ ਨੇ ਆਪਣੇ ਜਾਣੇ ਊਸ਼ਾ ਤੋਂ ਛੁਪਾ ਕੇ ਨਾਲ ਜਾਂਦੇ ਲੜਕੇ ਨੂੰ ਊਸ਼ਾ ਬਾਰੇ ਦੱਸਿਆ। ਐਬਨੋਰਮਲ ਹੋਣੀ ਹੈ ਜਾਂ ਹੀਜੜਾ।
ਲੜਕੇ ਨੇ ਉਸੇ ਰਾਜ਼ਦਾਨ ਟੋਨ 'ਚ ਆਖਿਆ, ਹੀਜੜਾ ਨਹੀਂ ਹੀਜੜੀ। ਕੁੜੀ ਨੇ ਜਦੋਂ ਆਖਿਆ ਉਹ ਦੋਵੇਂ ਉੱਚੀ ਉੱਚੀ ਹੱਸ ਪਏ। ਊਸ਼ਾ ਨੇ ਬੇਧਿਆਨੀ ਹੀ ਲੌਨ ਵਿੱਚ ਇੱਕ ਗੁਲਾਬ ਦਾ ਫੁੱਲ ਤੋੜ ਲਿਆ। ਆਪਕੋ ਪਤਾ ਹੈ ਫੂਲ ਤੋੜਨਾ ਮਨਾ ਹੈ, ਮਾਲੀ ਨੇ ਰੁੱਬ ਨਾਲ ਆਖਿਆ। ਊਸ਼ਾ ਨੂੰ ਕੋਈ ਜਵਾਬ ਨਾ ਔੜਿਆ। 5 रुपये फाइन होगा और वार्डन साहिबा के पास पेशी भी होगी। अरे भैया, ये मेम साहब गांव से आई हैं, इनको रूल्स का नहीं पता। ये लो 2 रुपया। वार्डन साहिबा को मत बोलना। पिछू आके लवली ने माली नूं 2 रुपये दिंदियां आख्या, फूल भी दो, नहीं तो वार्डन साहिबा देख लेंगी। आखदियां माली ने हथ अगे करके ऊषा तो फुल भी वापस ले लिया। लवली, ऊषा आ जाओ उपरों, रीटा ने आवाज़ां मारियां। यार घबरा मत जाया कर, साला 2 रुपए ਲਈ ਬਕਦਾ ਸੀ। ਲਵਲੀ ਨੇ ਊਸ਼ਾ ਨੂੰ ਪੌੜੀ ਚੜ੍ਹਦਿਆਂ ਆਪਣੇ ਜਾਣੇ ਸਮਝਾਇਆ। ਲਵਲੀ ਤੇ ਊਸ਼ਾ ਦੇ ਆਪਣੇ ਕਮਰੇ 'ਚ ਆ ਜਾਣ ਮਗਰੋਂ ਰੀਟਾ ਨੇ ਬੂਹੇ ਬਾਰੀਆਂ ਅੰਦਰੋਂ ਬੰਦ ਕਰਕੇ ਅੱਗੇ ਪਰਦੇ ਤਾਣ ਦਿੱਤੇ। ਪੰਮੀ ਨੇ ਐਲਬਰਟ ਹਾਲ ਲੰਦਨ ਵਿੱਚ ਗਾਏ ਲਤਾ ਦੇ ਗਾਣਿਆਂ ਦਾ ਟੇਪ ਲਗਾ ਦਿੱਤਾ। ਫਿਰ ਰੀਟਾ ਨੇ ਮੰਜੇ ਹੇਠੋਂ ਟੋਕਰੀ ਕੱਢੀ। 50 ਰੁਪਏ ਦੀ ਬੋਤਲ, 30 ਰੁਪਏ ਦਾ ਰੋਸਟਡ ਚਿਕਨ, 10 ਰੁਪਏ ਦੇ ਨਾਨ ਤੇ 10 ਰੁਪਏ ਚੌਕੀਦਾਰ ਨੂੰ ਟਿਪ। ਰੀਟਾ ਨੇ ਲਵਲੀ ਤੇ ਊਸ਼ਾ ਨੂੰ ਜਿਵੇਂ 100 ਰੁਪਏ ਦਾ ਹਿਸਾਬ ਦੱਸ ਦਿੱਤਾ, ਕਿਉਂਕਿ ਉਹਨਾਂ ਦੇ ਜਿੱਤੇ ਹੋਏ ਪੈਸਿਆਂ ਦਾ ਹੀ ਤਾਂ ਇਹ ਕੁਝ ਮੰਗਵਾਇਆ ਗਿਆ ਸੀ। ਪਾਣੀ ਦੀ ਸੁਰਾਹੀ, ਗਿਲਾਸ, ਚਿਪਸ ਸਭ ਕੁਝ ਤਿਆਰ ਸੀ। ਊਸ਼ਾ ਨੇ ਚੌਥੇ ਗਲਾਸ 'ਚ ਵਿਸਕੀ ਪੈਂਦੀ ਵੇਖ ਨਾ ਨੁੱਕਰ ਕਰਨੀ ਚਾਹੀ। ਛੱਡ ਯਾਰ ਇਹ ਬੈਕਵਰਡ ਗੱਲਾਂ। ਜਦੋਂ ਇੰਜੋਏ ਕਰਨਾ ਹੋਵੇ ਬੰਦੇ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਐਬੰਡੈਂਟ ਕਰਕੇ ਇੰਜੋਏ ਕਰਨਾ ਚਾਹੀਦਾ ਹੈ, ਰੀਟਾ ਨੇ ਦਲੀਲ ਦਿੱਤੀ। ਊਸ਼ਾ ਵਿੱਚ ਦਲੀਲਬਾਜ਼ੀ ਕਰਨ ਦੀ ਵੀ ਅੱਜ ਹਿੰਮਤ ਨਹੀਂ ਸੀ। ਉਹ ਤਾਂ ਜਿਵੇਂ ਲੱਕੜ ਦੀ ਇੱਕ ਸ਼ਤੀਰੀ ਸੀ ਤੇ ਦਰਿਆ ਦੇ ਵਹਿਣ ਨਾਲ ਆਪਣੇ ਆਪ ਰੁੜੀ ਜਾ ਰਹੀ ਸੀ। ਉਹਨੇ ਬਾਕੀਆਂ ਨਾਲ ਵਿਸਕੀ ਵਾਲਾ ਗਿਲਾਸ ਚੁੱਕ ਲਿਆ। ਫਰਕ ਸਿਰਫ ਇੰਨਾ ਸੀ ਕਿ ਬਾਕੀ ਤਿੰਨੇ ਸਿਪ ਕਰ ਰਹੀਆਂ ਸਨ ਤੇ ਇਹਨੇ ਇੱਕੋ ਸਾਹ ਮੁਕਾ ਲਿਆ। ਬਸ ਇੱਕ ਝੂਟਾ ਜਿਹਾ ਆਇਆ ਤੇ ਇਹ ਨਸ਼ੇ ਵਿੱਚ ਦੂਜੀਆਂ ਤਿੰਨਾਂ ਵੱਲ ਝਾਕੀ। ਬੰਦ ਕਰ ਇਹ ਹਿੰਦੀ ਭਜਨਾਂ ਦਾ ਬਕਵਾਸ, ਕੋਈ ਤੇਜ਼ ਤਿੱਖਾ ਮਿਊਜ਼ਿਕ ਲਗਾ, ਲਵਲੀ ਨੇ ਰੀਟਾ ਨੂੰ ਆਖਿਆ। ਰੀਟਾ ਨੇ ਟੇਪ ਬਦਲ ਦਿੱਤਾ। ਇੱਕ ਇੱਕ ਤਕੜਾ ਪੈਗ ਹੋਰ ਪਈ। ਉਹ ਤਿੰਨੋਂ ਉੱਠ ਕੇ ਡਾਂਸ ਕਰਨ ਲੱਗ ਪਈਆਂ। ਊਸ਼ਾ ਨੂੰ ਡਾਂਸ ਕਰਨਾ ਨਹੀਂ ਸੀ ਆਉਂਦਾ ਤੇ ਨਾ ਹੀ ਉਸ 'ਚ ਉੱਠਣ ਦੀ ਹਿੰਮਤ ਸੀ। ਵਾਰੀ-ਵਾਰੀ ਉਹਨਾਂ ਨੇ ਆਪਣੇ ਗਲਾਸਾਂ 'ਚ ਹੋਰ ਵਿਸਕੀ ਪਾਈ, ਨਾਲ ਰੋਸਟਡ ਚਿਕਨ ਵੀ ਖਾਧੇ, ਸਿਗਰਟਾਂ ਵੀ ਪੀਤੀਆਂ। ਹੁਣ ਉਹ ਚੰਗੇ ਰੌਂ ਵਿੱਚ ਸਨ। ਮਿਊਜ਼ਿਕ ਹੋਰ ਤੇਜ਼ ਤੇ ਡੂੰਘਾ ਹੋ ਗਿਆ। ਲਵਲੀ ਉੱਠ ਕੇ ਫਿਰ ਡਾਂਸ ਕਰਨ ਲੱਗ ਪਈ। ਡਾਂਸ ਕਰਦੀ ਕਰਦੀ ਉਹ ਆਪਣੇ ਇੱਕ ਕਰਕੇ ਕੱਪੜੇ ਉਤਾਰਨ ਲੱਗ ਪਈ। ਫਿਰ ਉਹ ਅਲਫ ਨੰਗੀ ਡਾਂਸ ਕਰਦੀ ਜਿਵੇਂ ਹਵਾ ਵਿੱਚ ਤੈਰਦੀ ਫਿਰ ਰਹੀ ਸੀ। ਊਸ਼ਾ ਪਤਾ ਨਹੀਂ ਕਦੋਂ ਲੜਖੜਾਂਦੀ ਉੱਠ ਕੇ ਰੀਟਾ ਦੇ ਮੰਜੇ 'ਤੇ ਜਾ ਕੇ ਡਿੱਗੀ ਸੀ ਤੇ ਉੱਥੇ ਹੀ ਸੌਂ ਗਈ। ਬਾਕੀ ਤਿੰਨਾਂ ਨੇ ਸਾਰੀ ਬੋਤਲ ਮੁਕਾਈ, ਰੋਸਟਡ ਚਿਕਨਸ ਖਾਧੇ, ਸਿਗਰਟਾਂ ਦੀਆਂ 2 ਡੱਬੀਆਂ ਖਾਲੀ ਕੀਤੀਆਂ ਤੇ ਲਵਲੀ ਦੇ ਖੂਬਸੂਰਤ ਸਰੀਰ ਨੂੰ ਛੇੜਦੀਆਂ ਰਹੀਆਂ। ਕਿਤੇ ਬਾਹਰ ਚਲੀਏ, ਲਵਲੀ ਨੇ ਬਹੁਤ ਬੇਚੈਨ ਹੋ ਕੇ ਆਖਿਆ। 1 ਵੱਜ ਰਿਹਾ, ਪੰਮੀ ਨੇ ਬੇਬਸੀ ਜਿਹੀ ਨਾਲ ਕਿਹਾ। ਟਿਪ ਟਿਪ ਕਿਸੇ ਦੇ ਪੈਰਾਂ ਦੀ ਆਵਾਜ਼ ਆ ਰਹੀ ਸੀ। ਲਾਈਟ ਬੁਝਾ ਦੇ, ਸਾਲੀ ਵਾਰਡਨ ਹੋਣੀ ਹੈ। ਆਪ ਸਾਲੀ ਨੇ ਸਾਰੀ ਉਮਰ ਇੰਜੋਏ ਨਹੀਂ ਕੀਤਾ, ਇਸੇ ਲਈ ਜੈਲਸ ਫੀਲ ਕਰਦੀ ਹੈ, ਰੀਟਾ ਨੇ ਪੰਮੀ ਨੂੰ ਆਖਿਆ। ਲਾਈਟ ਬੁਝਾ ਕੇ ਉਹ ਇੱਕ ਦੂਜੀ 'ਚ ਗੁੱਛਾ ਮੁੱਛਾ ਹੋ ਕੇ ਪੈ ਗਈਆਂ ਤੇ ਫਿਰ ਪਤਾ ਨਹੀਂ ਕਦੋਂ ਸੌਂ ਗਈਆਂ। ਪਿਛਲੇ ਸਾਲ ਤਾਂ ਊਸ਼ਾ ਫਸਟ ਰਹੀ ਸੀ, ਪਰ ਇਸ ਸਾਲ ਕੀ ਹੋਏਗਾ? ਜਦੋਂ ਸੋਚਦੀ ਤਾਂ ਉਹਦਾ ਕੁਝ ਵੀ ਜਿਵੇਂ ਸੋਚਣ ਨੂੰ ਮਨ ਨਾ ਕਰਦਾ। ਭਾਬੀ ਦੀਆਂ ਕਈ ਚਿੱਠੀਆਂ ਆ ਚੁੱਕੀਆਂ ਸਨ ਕਿ ਉਹ ਰਾਜੀ ਖੁਸ਼ੀ ਦਾ ਖਤ ਕਿਉਂ ਨਹੀਂ ਲਿਖਦੀ। ਪਤਾ ਨਹੀਂ ਉਹ ਕੀ ਕਰਦੀ ਰਹਿੰਦੀ ਸੀ। ਉਹਨੂੰ ਤਾਂ ਜਿਵੇਂ ਕੁਝ ਵੀ ਕਰਨ ਦੀ ਵੇਲ ਨਹੀਂ ਸੀ ਮਿਲਦੀ, ਨਾ ਪੜ੍ਹਨ ਦੀ, ਨਾ ਸੋਚਣ ਦੀ ਤੇ ਨਾ ਹੀ ਕੁਝ ਕਰਨ ਦੀ ਵੇਲ। ਮਾਂ, ਪਾਪਾ, ਹਰੀਸ਼, ਭਾਬੀ, ਮੇਘ ਸਭ ਨੂੰ ਉਹ ਯਾਦ ਕਰਨ ਦੀ ਜੇ ਕੋਸ਼ਿਸ਼ ਵੀ ਕਰਦੀ ਤਾਂ ਉਹਨਾਂ ਸਭਨਾਂ ਨਾਲ ਉਹਨੂੰ ਜਿਵੇਂ ਆਪਣਾ ਕੋਈ ਸਰੋਕਾਰ ਹੀ ਨਾ ਲੱਗਦਾ ਤੇ ਭਾਗੀਰਥ ਨੂੰ ਜਿਵੇਂ ਉਹ ਜਾਣਦੀ ਤੱਕ ਨਹੀਂ ਸੀ। ਪ੍ਰੋਫੈਸਰ ਮੁਖਰਜੀ ਵੀ ਚੰਗਾ ਨਹੀਂ ਸੀ ਲੱਗਦਾ, ਸਿੱਧਾ ਅੱਖਾਂ 'ਚ ਝਾਕਦਾ ਜਿਵੇਂ ਉੱਥੇ ਕੁਝ ਲਿਖਿਆ ਪੜ੍ਹ ਰਿਹਾ ਹੋਵੇ। ਰੀਟਾ ਦੀ ਸਿਗਰਟਾਂ ਦੀ ਡੱਬੀ ਇੱਕ ਦਿਨ ਉਹਦੇ ਕਮਰੇ 'ਚ ਰਹਿ ਗਈ ਸੀ, ਜਾਂ ਖਬਰੇ ਉਹ ਜਾਣ ਕੇ ਹੀ ਛੱਡ ਗਈ ਸੀ। ਉਸ ਰਾਤ ਊਸ਼ਾ ਨੇ ਉਸ ਵਿੱਚੋਂ ਕਈ ਸਿਗਰਟਾਂ ਪੀਤੀਆਂ। ਪਹਿਲੇ ਹੱਥੂ ਜਿਹਾ ਆਇਆ, ਫਿਰ ਤਾਂ ਜਿਵੇਂ ਚੰਗਾ ਜਿਹਾ ਹੀ ਲੱਗਿਆ। ਅਗਲੇ ਦਿਨ ਉਹ ਆਪ ਯੂਨੀਵਰਸਿਟੀ ਤੋਂ ਆਉਂਦੀ ਕੋਆਪਰੇਟਿਵ ਸਟੋਰ ਕੋਲ ਬੱਸ ਤੋਂ ਉਤਰ ਕੇ ਇੱਕ ਪੈਕੇਟ ਆਪ ਖਰੀਦ ਲਿਆਈ ਸੀ। ਉਹ ਹੈਰਾਨ ਹੋਈ
ਕਿ ਸਿਗਰਟਾਂ ਦੇ ਪੈਕੇਟ ਖਰੀਦਣ ਉੱਪਰ ਨਾ ਸੇਲਸਮੈਨ ਨੂੰ ਕੋਈ ਹੈਰਾਨੀ ਹੋਈ ਤੇ ਨਾ ਹੀ ਉਹਨੂੰ। ਉਸ ਦਿਨ ਰਾਤ ਵੇਲੇ ਰੀਟਾ ਹੋਰਾਂ ਦੇ ਸਾਹਮਣੇ ਉਹਨੇ ਆਪ ਵੀ ਸਿਗਰਟ ਲਗਾਈ ਤੇ ਉਹਨਾਂ ਨੂੰ ਵੀ ਆਫਰ ਕੀਤੀਆਂ। ਰਾਤ ਨੂੰ ਹੁਣ ਉਹ ਹਰ ਰੋਜ਼ ਦੇ ਕੰਪੋਜ਼ ਦੀਆਂ ਗੋਲੀਆਂ ਖਾ ਕੇ ਸੌਂਦੀ ਸੀ। ਬੜੀ ਵਧੀਆ ਨੀਂਦ ਆਉਂਦੀ ਸੀ। ਰੀਟਾ, ਪੰਮੀ ਤੇ ਲਵਲੀ ਹੋਰਾਂ ਦੇ ਨਾਲ ਹੁਣ ਉਹ ਬਾਹਰ ਲੇਟ ਨਾਈਟ ਪਾਰਟੀਆਂ ਉੱਪਰ ਵੀ ਜਾਣ ਲੱਗ ਪਈ ਸੀ। ਪਰ ਉੱਥੇ ਪੇਂਡੂ ਜੀ ਬਣ ਕੇ ਨਹੀਂ ਜਾਇਆ ਜਾ ਸਕਦਾ ਸੀ। ਇਸ ਲਈ ਉਹਨਾਂ ਦੇ ਆਖਣ 'ਤੇ ਉਹਨੇ ਮੌਡ ਕੱਪੜੇ ਸਵਾਏ ਵੀ ਤੇ ਖਰੀਦੇ ਵੀ। ਤੇ ਇੱਕ ਦਿਨ ਬਹੁਤ ਜ਼ੋਰ ਦੇ ਕੇ ਪੰਮੀ ਨੇ ਉਹਦੇ ਵਾਲ ਵੀ ਕਟਵਾ ਦਿੱਤੇ। ਭਾਵੇਂ ਆਪਣੇ ਲੰਮੇ ਲੰਮੇ ਕੱਟੇ ਹੋਏ ਵਾਲ ਉਹਨੇ ਸੰਭਾਲ ਕੇ ਡੱਬੀ 'ਚ ਪਾ ਕੇ ਰੱਖ ਲਏ ਹੋਏ ਸੀ। ਹੁਣ ਜੇ ਘਰੋਂ ਕੋਈ ਆਉਂਦਾ ਤਾਂ ਉਹਨੂੰ ਪਹਿਚਾਣ ਕਿਹੜਾ ਸਕਣਾ ਸੀ। ਭਾਬੀ ਤੋਂ ਕਈ ਵਾਰੀ ਉਹ ਬਿਮਾਰ ਹੋਣ ਦਾ ਬਹਾਨਾ ਕਰਕੇ ਜਾਂ ਕਿਤਾਬਾਂ ਹੋਰ ਖਰੀਦਣੀਆਂ ਨੇ ਆਖ ਕੇ ਵੱਧ ਪੈਸੇ ਮੰਗਵਾ ਚੁੱਕੀ ਸੀ। ਚੌਕੀਦਾਰ ਨੂੰ ਟਿਪ ਦੇ ਕੇ ਹੁਣ ਉਹ ਵੀ ਵਿਸਕੀ ਮੰਗਵਾ ਲੈਂਦੀ ਸੀ। ਡਾਂਸ ਕਰਨਾ ਉਹਨੇ ਵੀ ਸਿੱਖ ਲਿਆ ਸੀ, ਪਰ ਕਦੇ ਕਦੇ ਉਹ ਬੜੀ ਡਰ ਜਾਂਦੀ। ਜੇ ਪਾਪਾ ਨੂੰ ਪਤਾ ਲੱਗ ਗਿਆ, ਜੇ ਹਰੀਸ਼ ਕਦੇ ਆ ਗਿਆ, ਜੇ ਮੇਘ ਨੇ ਦੇਖ ਲਿਆ। ਪਰ ਰੀਟਾ ਤੇ ਲਵਲੀ ਹੋਰਾਂ ਦੀਆਂ ਗੱਲਾਂ ਦਾ ਉਹਨੂੰ ਬੜਾ ਧਰਵਾਸ ਸੀ ਕਿ ਹਰ ਇੱਕ ਦੀ ਜ਼ਿੰਦਗੀ ਉਹਦੀ ਆਪਣੀ ਹੈ। ਉਹ ਇਹਦਾ ਜੋ ਮਰਜ਼ੀ ਕਰੇ। ਨਾਲੇ ਚੰਗਾ ਕੀ ਹੈ ਤੇ ਮਾੜਾ ਕੀ ਹੈ, ਇਹ ਵੀ ਸਭ ਘੜੀਆਂ ਹੋਈਆਂ ਗੱਲਾਂ ਨੇ। ਰੱਬ ਨੇ ਤਾਂ ਕਿਧਰੇ ਨਹੀਂ ਲਿਖ ਕੇ ਭੇਜਿਆ ਕਿ ਇਹ ਕਰੋ ਤੇ ਇਹ ਨਾ ਕਰੋ। ਨਾਲੇ ਜੋ ਸਭ ਕੁਝ ਉਹਦੇ ਹੁਕਮ ਅੰਦਰ ਹੈ, ਫਿਰ ਇਹ ਸਭ ਹੀ ਉਹਦੇ ਹੁਕਮ ਅੰਦਰ ਹੀ ਹੋਣਾ। ਤੇ ਅਚਾਨਕ ਇੱਕ ਦਿਨ ਭਾਬੀ ਉਹਨੂੰ ਮਿਲਣ ਆ ਗਈ। ਪਲ ਦੇ ਪਲ ਲਈ ਤਾਂ ਉਹ ਘਬਰਾਈ, ਫਿਰ ਸੋਚਿਆ ਇਹ ਵੀ ਤਾਂ ਮੇਰੇ ਵਰਗੀ ਔਰਤ ਹੈ। ਮੈਂ ਇਹਦੇ ਤੋਂ ਕਿਉਂ ਡਰਾਂ? ਇਹ ਕੌਣ ਹੁੰਦੀ ਹੈ ਮੈਨੂੰ ਕੁਝ ਵੀ ਆਖਣ ਵਾਲੀ? ਥੋੜ੍ਹੇ ਜਿਹੇ ਪੈਸੇ ਭੇਜ ਕੇ ਰੋਹ ਪਾਉਂਦੀ ਹੈ। ਆਪ ਜੋ ਵਿਆਹ ਤੋਂ ਪਹਿਲਾਂ ਹਰੀਸ਼ ਨਾਲ ਭੱਜੀ ਫਿਰਦੀ ਸੀ ਤੇ ਹੋਰ ਕਿੰਨਾ ਹੀ ਕੁਝ ਉਹ ਭਾਬੀ ਬਾਰੇ ਸੋਚ ਗਈ। ਊਸ਼ਾ ਦੀਦੀ, ਅਸੀਂ ਤੇਰਾ ਫਿਕਰ ਕਰਦੇ ਹਾਂ। ਭਾਬੀ ਨੇ ਗੱਲ ਤੋਰਨੀ ਚਾਹੀ। ਐਵੇਂ ਨਾ ਵਾਧੂ ਮੇਰੇ ਬਾਰੇ ਫਿਕਰ ਕਰਿਆ ਕਰੋ, ਊਸ਼ਾ ਨੇ ਰੁੱਖਾ ਜਿਹਾ ਜਵਾਬ ਦਿੱਤਾ। ਤੁਹਾਨੂੰ ਕੀ ਹੋ ਗਿਆ? ਮੈਂ ਹੀ ਜ਼ਿੱਦ ਕਰਕੇ ਤੁਹਾਡੇ ਭਾਈ ਸਾਹਿਬ ਨੂੰ ਆਖਿਆ ਸੀ ਊਸ਼ਾ ਦੀਦੀ ਨੂੰ ਦਿੱਲੀ ਪੜ੍ਹਨ ਭੇਜ ਦਿਓ। ਨਹੀਂ, ਐਵੇਂ ਤਾਂ ਚੰਡੀਗੜ੍ਹ ਵੀ ਸੀ ਤੇ ਘਰੋਂ ਰੋਟੀ ਖਾ ਕੇ ਇੱਥੇ ਦਿੱਲੀ ਪੜ੍ਹਨ ਭੇਜ ਕੇ ਸਾਲ ਭਰ ਖਰਚ ਦੇ ਕੇ ਤੁਸੀਂ ਸਮਝਦੇ ਹੋ ਮੈਨੂੰ ਮੁੱਲ ਖਰੀਦ ਲਿਆ? ਨੌਕਰੀ ਕਰਕੇ ਮੈਂ ਵਾਪਸ ਕਰ ਦਿਆਂਗੀ ਇਹ ਸਾਰੇ ਪੈਸੇ ਜੇ ਤੁਸੀਂ ਖਰਚੇ ਨੇ। ਊਸ਼ਾ ਜਗਜੀਤ ਦੀ ਗੱਲ ਵਿੱਚੋਂ ਹੀ ਟੋਕ ਕੇ ਬੋਲੀ। ਪਲ ਦੇ ਪਲ ਹੀ ਜਗਜੀਤ ਨੂੰ ਕੋਈ ਗੱਲ ਨਾ ਔੜੀ। ਫਿਰ ਉਹ ਸਹਿਜ ਭਾਅ ਨਾਲ ਆਖਣ ਲੱਗੀ, ਅਸੀਂ ਤੁਹਾਡੇ ਦੁਸ਼ਮਣ ਤਾਂ ਨਹੀਂ? ਛੁੱਟੀਆਂ 'ਚ ਤੁਸੀਂ ਆਖਿਆ ਸਾਰੀ ਕਲਾਸ ਟੂਰ 'ਤੇ ਜਾ ਰਹੀ ਹੈ ਤੇ ਰਹੇ ਤੁਸੀਂ ਇੱਥੇ ਹੀ ਹੋਸਟਲ ਵਿੱਚ। ਝੂਠ ਆਖਣ ਦੀ ਕੀ ਲੋੜ ਸੀ? ਦੇਖੋ ਨਾ ਸਿਹਤ ਦਾ ਕੀ ਹਾਲ ਬਣਾਇਆ ਹੋਇਆ। ਘਰ ਆਉਂਦੇ ਮੇਰਾ ਮਨ ਨਹੀਂ ਕੀਤਾ ਘਰ ਆਉਣ ਨੂੰ। ਨਾਲੇ ਉਹ ਮੇਰਾ ਘਰ ਕਿੱਥੇ ਹੈ? ਤੇਰਾ ਤੇ ਹਰੀਸ਼ ਦਾ ਹੈ। ਘਰ ਜਾਂਦੀ ਤੁਸੀਂ ਆਖਣਾ ਸੀ ਭਗੀਰਥ ਨਾਲ ਫੈਸਲਾ ਕਰ ਲੈ। ਮੈਨੂੰ ਪਤਾ ਹਰੀਸ਼ ਚਾਹੁੰਦਾ ਸਾਨੂੰ ਖਰਚਾ ਨਾ ਦੇਣਾ ਪਵੇ। ਨਹੀਂ ਊਸ਼ਾ ਦੀਦੀ, ਪਰਮਾਤਮਾ ਗਵਾਹ ਹੈ, ਅਸੀਂ ਤੇਰਾ ਸੁੱਖ ਚਾਹੁੰਦੇ ਹਾਂ। ਮਾਂ ਤੇ ਪਾਪਾ ਜੀ ਨਹੀਂ, ਸਾਰਾ ਟੱਬਰ ਹੀ। ਤੁਸੀਂ ਸਮਝ ਲਓ ਊਸ਼ਾ ਮਰ ਗਈ। ਜਗਜੀਤ ਬਹੁਤ ਪਰੇਸ਼ਾਨ ਹੋ ਕੇ ਦਿੱਲੀ ਤੋਂ ਪਰਤੀ, ਪਰ ਉਹਨੇ ਘਰ ਆ ਕੇ ਕਿਸੇ ਨੂੰ ਕੁਝ ਨਾ ਦੱਸਿਆ। ਉਸੇ ਤਰ੍ਹਾਂ ਊਸ਼ਾ ਨੂੰ ਖਰਚ ਭੇਜਦੀ ਰਹੀ, ਉਸੇ ਤਰ੍ਹਾਂ ਚੰਗੇ ਖੱਤ ਲਿਖਦੀ ਰਹੀ। ਪਰ ਇਮਤਿਹਾਨ ਤੋਂ ਮਹੀਨਾ ਕੁ ਅੱਗੋਂ ਊਸ਼ਾ ਦਾ ਇੱਕ ਛੋਟਾ ਜਿਹਾ ਖੱਤ ਆਇਆ ਕਿ ਹੁਣ ਅੱਗੋਂ ਤੋਂ ਮੈਨੂੰ ਪੈਸੇ ਨਾ ਭੇਜਣਾ, ਮੈਂ ਇੱਕ ਹੋਟਲ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਕਰ ਲਈ ਹੈ। ਜਗਜੀਤ ਸਮਝ ਗਈ ਊਸ਼ਾ ਨੇ ਫਾਈਨਲ ਦਾ ਇਮਤਿਹਾਨ ਨਹੀਂ ਦੇਣਾ ਹੋਣਾ। ਇਹ ਵੀ ਜਾਣਦੀ ਸੀ ਇਮਤਿਹਾਨ ਕੋਈ ਕਦੋਂ ਛੱਡਦਾ ਹੈ। ਉਹਨੂੰ ਇਹ ਵੀ ਪਤਾ ਸੀ ਕਿਸੇ ਹੋਟਲ ਦੀ ਰਿਸੈਪਸ਼ਨਿਸਟ ਦੀ ਨੌਕਰੀ ਦਾ ਕੀ ਮਤਲਬ ਹੁੰਦਾ ਹੈ। ਇਸੇ ਲਈ ਉਹ ਬਹੁਤ ਡਰ ਰਹੀ ਸੀ, ਬਹੁਤ ਘਬਰਾ ਰਹੀ ਸੀ ਕਿ ਉਹ ਹਰੀਸ਼ ਨੂੰ ਇਸ ਚਿੱਠੀ ਬਾਰੇ ਕਿਵੇਂ ਦੱਸੇ। ਮਾਸਟਰ ਮਦਨ ਲਾਲ ਦੇ ਰਿਟਾਇਰ ਹੋਣ ਵਿੱਚ ਕੁਝ ਮਹੀਨੇ ਹੀ ਬਾਕੀ ਰਹਿੰਦੇ ਸਨ। ਉਹ ਸੋਚਦਾ ਸੀ ਇੱਥੇ ਪਿੰਡ 'ਚ ਰਹੀ ਚੱਲਾਂਗੇ। ਮਹਿੰਗੇ ਸਸਤੇ 2 ਪੱਕੇ ਕਮਰੇ ਪਾ ਲਏ ਹੋਏ ਸਨ। 2-4 ਟਿਊਸ਼ਨਾਂ ਕਰ ਲਿਆ ਕਰਾਂਗਾ ਤੇ ਇੱਕ ਪਾਸੇ ਲਵੇਰੀ ਰੱਖ ਕੇ ਤੋਰਾ ਤੋਰੀ ਚੱਲਾਂਗੇ। ਪਿੰਡ ਵਿੱਚ ਸੋਹਣੀ ਇੱਜ਼ਤ ਬਣੀ ਹੋਈ ਸੀ, ਲੋਕ ਪੁੱਛ ਕੇ ਗੱਲ ਕਰਦੇ ਸੀ। ਭਲਕੇ ਮੇਘ ਰੱਬ ਨੇ ਸੁੱਖ ਰੱਖੀ ਜਦੋਂ ਕਿਧਰੇ ਵੱਡਾ ਅਫਸਰ ਲੱਗ ਗਿਆ। 1600 ਰੁਪਈਆ ਮਹੀਨਾ ਹਰੀਸ਼ ਤੇ ਉਹਦੀ ਘਰਵਾਲੀ ਕੁੜੀ 1 ਮਹੀਨੇ ਦਾ ਕਮਾਉਂਦੇ ਨੇ। 40-50 ਰੁਪਏ ਰੋਜ਼ ਤੋਂ ਵੀ ਵੱਧ। ਪਰ ਹਰੀਸ਼ ਤਾਂ ਆਖਦਾ ਸਾਡੇ ਕੋਲ ਰਿਹੋ, ਉੱਥੇ ਫਰਿੱਜ ਹੈ, ਜਿੱਦਣ ਮਰਜ਼ੀ ਆਈਸਕ੍ਰੀਮ ਬਣਾਓ, ਠੰਡਾ ਸੋਡਾ ਕੱਢ ਕੇ ਪੀ ਲਓ, ਨਾਲੇ ਟੈਲੀਵਿਜ਼ਨ ਹੈ,
ਸਾਰੇ ਬੜੇ ਬੜੇ ਲੀਡਰਾਂ ਨੂੰ ਤੁਸੀਂ ਸਾਹਮਣੇ ਖੜੇ ਦੇਖ ਲੈਂਦੇ ਹੋ। ਇੰਦਰਾ ਗਾਂਧੀ ਤਾਂ ਆਖਦੇ ਨੇ ਕਈ ਵਾਰੀ ਟੈਲੀਵਿਜ਼ਨ 'ਚ ਆਉਂਦੀ ਹੈ। ਚਲੋ ਦੇਖੋ ਜਿੱਥੋਂ ਦਾ ਅੰਜਲ ਹੋਇਆ। ਬਸ ਊਸ਼ਾ ਦਾ ਕੁਝ ਬਣ ਜੇ, ਨਹੀਂ ਤਾਂ ਪੈਨਸ਼ਨ ਸਾਰੀ ਕਮਿਊਟ ਕਰਵਾ ਕੇ ਉਹਦੇ ਨਾਂ ਕਰਵਾ ਦੂੰ। ਖਬਰੇ ਬੜਾ ਘਰ ਸੀ, ਉਹਨਾਂ ਨੂੰ ਸਾਥੋਂ ਦਿੱਤਾ ਲਿਆ ਨਹੀਂ ਗਿਆ ਤੇ ਮਾਸਟਰ ਮਦਨ ਲਾਲ ਨੇ ਤਿੰਨਾਂ ਗਿਣਤੀਆਂ ਮਿਣਤੀਆਂ 'ਚ ਪਿਆ ਰਹਿੰਦਾ। ਮੈਂ ਕਿਹਾ ਜੀ ਤੂੰ ਜਾ ਕੇ ਕੁੜੀ ਦਾ ਪਤਾ ਹੀ ਲੈ ਆਉਂਦਾ। ਖਾਸੇ ਚਿਰ ਤੋਂ ਕੋਈ ਚਿੱਠੀ ਓ ਨਹੀਂ ਆਈ। ਚੰਦਰੀ ਰਾਜੀ ਹੋਵੇ ਸਹੀ, ਉਦੋਂ ਵਿਆਹੁਣ ਦੀ ਕਾਹਲੀ ਕੀਤੀ, ਕੰਡਿਆਂ ਤੇ ਜਾਨ ਪਾਤੀ ਜਵਾਕੜੀ ਦੀ। ਨਾਲੇ ਉਹ ਦਿੱਲੀ ਕਾਹਤੋਂ ਪੜ੍ਹਨ ਭੇਜਤੀ, ਚੰਡੀਗੜ੍ਹ ਨਹੀਂ ਸੀ ਕੋਈ ਸਕੂਲ ਚੰਗਾ। ਊਸ਼ਾ ਦੀ ਮਾਂ ਡਰਦੇ ਡਰਦੇ ਉਹਦੇ ਬਾਪ ਨਾਲ ਗੱਲ ਛੋਂਦੀ। ਭਾਗੀਰਥ ਆਇਆ ਸੀ, ਤੋਰ ਦਿੰਦੇ ਕੁੜੀ ਨੂੰ। ਆਖਰ ਨੂੰ ਤਾਂ ਤੋਰਨੀਓ ਹੀ ਹੈ। ਕੀ ਹੋ ਗਿਆ ਜੇ ਉੱਚਾ ਨੀਵਾਂ ਕਦੇ ਬੋਲ ਪਿਆ? ਫੇਰ ਵੀ ਸਿਰ ਦਾ ਸਾਈਂ ਹੈ। ਕਦੋਂ ਕੁ ਤਾਈਂ ਇਉਂ ਗੋਡੇ ਮੁੱਢ ਲਾ ਕੇ ਬੈਠੇ ਰਹੋਗੇ? ਪੜ੍ਹਨ ਤਾਂ ਲਾਈ ਸੀ ਵੀ ਲਿਜਾਂਦਾ ਨਹੀਂ ਸੀ। ਹੁਣ ਜਦੋਂ ਆਪ ਆਖਦਾ ਤੋਰ ਦੇ, ਫਿਰ ਪੜ੍ਹਾ ਕੇ ਕੀ ਕਰਨਾ? ਮਾਂ ਇਹ ਵੀ ਕਈ ਵਾਰੀ ਪੁੱਛ ਚੁੱਕੀ ਸੀ। ਹੁਣ ਕੋਈ ਗੱਲ ਕਰਕੇ ਤੋਰਾਂਗੇ, ਐਵੇਂ ਕਿਵੇਂ ਤੋਰ ਦੀਏ? ਭਲਕੇ ਉਹ ਫੇਰ ਉਵੇਂ ਕਰੂ। ਮਾਸਟਰ ਮਦਨ ਲਾਲ ਨੇ ਸਮਝਾਇਆ। ਗੱਲ ਉਹਦੇ ਨਾਲ ਕੀ ਕਰੋਗੇ? ਉਹ ਠਹਿਰੇ ਅਫਸਰ, ਆਖੋ ਬਿਠਾਈ ਰੱਖੋ ਆਪਣੇ ਘਰ। ਉਹਨੂੰ ਸਾਕਾਂ ਦਾ ਕੀ ਘੱਟ ਹੈ? ਤਾਈਂ ਤਾਂ ਸਿਆਣੇ ਆਖਦੇ ਹੁੰਦੇ ਨੇ, ਅਖੇ ਧੀ ਹਮੇਸ਼ਾ ਆਪ ਤੋਂ ਛੋਟੇ ਦੇ ਦੇਗੀ। ਮੈਂ ਜਾਊਂਗਾ ਛੁੱਟੀਆਂ 'ਚ ਹਰੀਸ਼ ਕੋਲ, ਕਰੂੰਗਾ ਗੱਲ। ਨਾਲੇ ਊਸ਼ਾ ਆਈ ਹੋ। ਮਾਸਟਰ ਮਦਨ ਲਾਲ ਖਹਿੜਾ ਛੁਡਾਉਣ ਵਾਂਗ ਆਖਦਾ। ਮੈਂ ਦੱਸ ਖੇੜੇ ਖੂਹ 'ਚ ਪੈ ਜਾ। ਆਂਡਣਾ ਗੁਆਂਢਣਾ ਨਿੱਤ ਪੁੱਛਦੀਆਂ ਨੇ, ਕੁੜੇ ਤੇਰਾ ਜਵਾਈ ਕਾਹਤੋਂ ਨਹੀਂ ਕਦੇ ਆਇਆ? ਊਸ਼ਾ ਹੁਣ ਕੀ ਕਰਦੀ ਹੈ? ਧੀ ਪੁੱਤ ਆਪਣੇ ਘਰ ਹੋਵੇ, ਔਖਾ ਹੋਵੇ ਸੌਖਾ ਹੋਵੇ, ਕੋਈ ਕੁਛ ਆਖੂ ਤਾਂ ਨਹੀਂ। ਮਾਂ ਘਿਣਾ ਪਾਉਂਦੀ। ਮੈਂ ਤੇਰਾ ਪਾਉਂਦਾ ਸੁਖਾਲਾ ਫਿਰਦਾ? ਐਡਾ ਘਰ ਟੋਲ ਕੇ ਮੈਂ ਤਾਂ ਆਪਣੇ ਜਾਣੇ ਰੱਬ ਨੂੰ ਹੱਥ ਲਾ ਆਇਆ ਸੀ। ਅੱਗੇ ਧੀ ਦੇ ਕਰਮ ਨੇ। ਨਾਲੇ ਐਵੇਂ ਨਾ ਸਾਰਾ ਦਿਨ ਟੈਂ ਕਰੀ ਜਾਇਆ ਕਰ। ਮਾਸਟਰ ਮਦਨ ਲਾਲ ਖਿੱਚ ਕੇ ਪੈਂਦਾ। ਮੈਂ ਤਾਂ ਕਹਿੰਦੀ ਹਾਂ ਬਹੂ ਕੋਲ ਕਾਹਨੂੰ ਛੱਡਣੀ ਸੀ? ਉਹਨੇ ਨਹੀਂ ਕੋਈ ਚੰਗੀ ਮੱਤ ਦੇਣੀ। ਜਿਹੜੀ ਆਪ ਮਾਪਿਆਂ ਤੋਂ ਪਰਵਾਰੀ ਹੋ ਕੇ ਵਿਆਹ ਕਰਵਾਉਣ ਤੁਰ ਪਈ, ਉਹ ਹੋਰ ਕਿਸੇ ਨੂੰ ਕੀ ਚੰਗੀ ਸਿੱਖਤ ਦਊ? ਕਿਸੇ ਨੂੰ ਕੀ ਦੋਸ਼ ਹੈ? ਸਭ ਕਰਮਾਂ ਦੀਆਂ ਗੱਲਾਂ ਨੇ। ਊਸ਼ਾ ਦੇ ਹਾਣਦੀਆਂ ਦੇ ਤਾਂ ਸੁੱਖ ਨਾਲ 2-2 3-3 ਜਵਾਕ ਨੇ। ਆਪਣੇ ਘਰੀ ਚੰਗੀ ਵਸਦੀਆਂ ਨੇ। ਇਹ ਨਹੀਂ ਖਬਰ ਨਹੀਂ ਕੀ ਭੰਨ ਕੇ ਬੀਜਿਆ। ਮੈਂ ਤਾਂ ਪਹਿਲਾਂ ਹੀ ਆਖਦੀ ਹੁੰਦੀ ਸੀ, ਧੀਆਂ ਨੂੰ ਐਡਾ ਲਾਡ ਕੀ ਆਖ। ਬਹੁਤੀਆਂ ਲਾਡਲਿਆਈਆਂ ਗਾਹਾਂ ਜਾ ਕੇ ਦੁੱਖ ਹੀ ਪਾਉਂਦੀਆਂ ਨੇ। ਧੀ ਪੁੱਤ ਨੂੰ ਸ਼ੁਰੂ ਤੋਂ ਹੀ ਚੰਡ ਕੇ ਰੱਖਣਾ ਚਾਹੀਦਾ। ਮਾਂ ਬੋਲਣੋਂ ਨਹੀਂ ਸੀ ਹਟਦੀ। ਤੇ ਤੂੰ ਕਿਹੜੇ ਗਰਾਂ ਗਈ ਹੋਈ ਸੀ, ਚੰਡ ਕੇ ਰੱਖ ਲੈਂਦੀ? ਮਾਸਟਰ ਮਦਨ ਲਾਲ ਖਿੱਚ ਕੇ ਬੋਲਿਆ। ਮੇਰੀ ਕਦੇ ਕਿਸੇ ਨੇ ਸੁਣੀ ਵੀ ਹੈ ਇਸ ਘਰ 'ਚ? ਮੈਂ ਤਾਂ ਬਸ ਗੋਲਾ ਧੰਦਾ ਕਰਨ ਜੋਗੀ ਹੋਈ ਹਾਂ। ਮੁੰਡੇ ਨੇ ਤਾਂ ਆਪਣੀ ਮਰਜ਼ੀ ਦੀ ਧੀ ਲਿਆਂਦੀ, ਅਗਲਿਆਂ ਨੇ ਵੱਛੀ ਵਰਗੀ ਤੋਰਤੀ। ਬਈ ਮੁੰਡਾ ਆਪਣੇ ਹੱਥ 'ਚ ਹੈ, ਬਾਕੀ ਪੈਣ ਚੁੱਲ੍ਹੇ 'ਚ। ਕੁੜੀ ਵਿਆਹੀ ਤਾਂ ਔਤ ਜਾਣਿਆ ਫਿੱਟਿਆ ਹੋਇਆਂ ਨੇ ਕਿਹੜੀ ਨੌਬਤ ਨੂੰ ਪਹੁੰਚਾਤੇ। ਬਸ ਮੁੰਡਾ ਹੀ ਮੁੰਡਾ ਹੈ। ਦੇਖ ਲਿਆ ਨਾ ਟੇਵਾ ਮਲਾਇਆ, ਨਾ ਮਹੂਰਤ ਕਢਾਇਆ, ਨਾ ਅੱਗੇ ਨਾ ਪਿੱਛੇ, ਨਾ ਕੋਈ ਪਤਾ ਕੀਤਾ। ਕਿਸੇ ਖਾਨਦਾਨ ਦਾ ਹੁੰਦਾ ਤਾਂ ਕੁੜੀ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਤੇ ਘਰ ਦੀ ਇੱਜ਼ਤ ਸਮਝ ਕੇ ਉਹਦਾ ਖਿਆਲ ਰੱਖਦਾ। ਬਹੁਤਾ ਭੌਂਕੀ ਨਾ ਜਾ। ਉਸ ਵੇਲੇ ਏਦੂ ਚੰਗਾ ਲੱਭ ਲੈਂਦੀ ਜਾਂ ਭਾਈਆਂ ਨੂੰ ਆਖਦੀ ਲੱਭ ਦਿੰਦੇ। ਨਾ ਮੈਂ ਆਖਦੀ ਹਾਂ ਕਬੂਤਰ ਵਾਂਗੂ ਅੱਖਾਂ ਮੀਟ ਕੇ ਸਰਜੂ। ਕੁੜੀ ਦਾ ਕੁਝ ਕਰਨਾ ਨਹੀਂ। 2 ਸਿਆਣੇ ਬੰਦੇ ਨਾਲ ਲਿਜਾ ਕੇ ਉਸ ਭਲੇ ਮਾਨਸ ਨੂੰ ਪੁੱਛੋ ਵੀ ਦੱਸ ਕੀ ਆਖਦਾ। ਆਖਦਾ ਕੀ ਹੈ? ਉਹ ਤਾਂ ਕਹਿੰਦਾ ਤੋਰ ਦੋ ਕੁੜੀ ਉਹਦੇ ਨਾਲ। ਤੋਰ ਦੇ ਕਿਉਂ ਨਹੀਂ? ਹੋਰ ਕੁੜੀ ਦਾ ਘਰ ਰੱਖ ਕੇ ਅਚਾਰ ਪਾਉਣਾ ਹੈ? ਮਾਂ ਬਹੁਤ ਗੁੱਸੇ 'ਚ ਬੋਲ ਰਹੀ ਸੀ। ਸਿਰਫ ਅੱਜ ਦੀ ਗੱਲ ਨਹੀਂ, ਮਾਂ ਤੇ ਮਾਸਟਰ ਮਦਨ ਲਾਲ ਨਾਲ ਲੜਨਾ ਦੂਜੇ ਚੌਥੇ ਦਿਨ ਦੀ ਕਹਾਣੀ ਹੋ ਗਿਆ ਸੀ। ਮਾਸਟਰ ਮਦਨ ਲਾਲ ਹਰੀਸ਼ ਨੂੰ ਖਤ ਪਾ ਚੁੱਕਿਆ ਸੀ, ਪਰ ਉਹ ਅੱਗੋਂ ਆਖਦਾ ਸੀ ਊਸ਼ਾ MA ਕਰ ਲਵੇ। ਪਰ ਅੱਜ ਅਚਾਨਕ ਭਾਗੀਰਥ ਕਾਰ ਲੈ ਕੇ ਸਕੂਲ ਹੀ ਆ ਪਹੁੰਚਿਆ। ਇੱਕ ਮਾਸਟਰ ਮਦਨ ਲਾਲ ਦਾ ਜੀ ਕੀਤਾ ਸਾਰੇ ਮਾਸਟਰਾਂ ਨੂੰ ਸੱਦ ਕੇ ਦੱਸੇ ਕਾਰ ਤੇ ਮੇਰਾ ਜਵਾਈ ਆਇਆ। ਜਮਾਤ ਨੂੰ ਲੇਖ ਲਿਖਣ ਲਾ। ਮਾਸਟਰ ਮਦਨ ਲਾਲ ਕਾਹਲੀ ਆਪਣੇ ਦਫ਼ਤਰ ਆਇਆ। ਚਪੜਾਸੀ ਨੂੰ ਘਰ ਚਾਹ ਬਣਵਾ ਕੇ ਲਿਆਉਣ ਲਈ ਭੇਜਿਆ ਤੇ ਨਾਲ ਜੇਬ ਵਿੱਚੋਂ ਬਟੂਏ ਵਿੱਚੋਂ ਕੱਢ ਕੇ 2 ਰੁਪਈਏ ਦਿੱਤੇ, ਨਾਲ ਬਿਸਕੁਟ ਲੈ ਆਵੇ। ਅਫਸਰ ਨਾਲ ਜਾਣ ਪਹਿਚਾਣ ਹੋਈ ਜਾਊ। ਸੋਚ 1-2 ਮਾਸਟਰ ਜਿਨ੍ਹਾਂ ਦੇ ਪੀਰੀਅਡ ਫ੍ਰੀ ਸਨ, ਹੈਡ ਮਾਸਟਰ ਸਾਹਿਬ ਦੇ ਕਮਰੇ 'ਚ ਆ ਕੇ ਭਾਗੀਰਥ ਨੂੰ ਫਤਿਹ ਬੁਲਾ ਕੇ ਇੱਕ ਪਾਸੇ ਨੂੰ ਹੋ ਕੇ ਬੈਠ ਗਏ।
ਮਾਸਟਰ ਮਦਨ ਲਾਲ ਨੇ ਸੋਚਿਆ ਭਾਗੀਰਥ ਇਸ ਵਾਰੀ ਊਸ਼ਾ ਨੂੰ ਭੇਜਣ ਲਈ ਜ਼ੋਰ ਦੇਗਾ। ਆਖ ਦਿਆਂਗਾ ਬਸ ਮਹੀਨਾ ਕੁ ਰਹਿੰਦਾ ਇਮਤਿਹਾਨ 'ਚ, ਦੇ ਲੈਣ ਦਿਓ, ਸਾਰਾ ਸਾਲ ਇੰਨੀ ਮਿਹਨਤ ਕੀਤੀ ਹੈ। ਜੇ ਤੁਸੀਂ ਆਪਣੀ ਕੁੜੀ ਤੋਂ ਇਹੀ ਕੰਮ ਕਰਵਾਉਣੇ ਸੀ ਫਿਰ ਵਿਆਹ ਕਾਹਨੂੰ ਕਰਨਾ ਸੀ, ਕੁਆਰੀਓ ਰੱਖਦੇ। ਭਾਗੀਰਥ ਨੇ ਲਾਲ ਪੀਲਾ ਹੁੰਦਿਆਂ ਜਦੋਂ ਆਖਿਆ, ਮਾਸਟਰ ਮਦਨ ਲਾਲ ਨੂੰ ਗੱਲ ਦੀ ਜਿਵੇਂ ਸਮਝ ਨਾ ਲੱਗੀ। ਕੋਲ ਬੈਠੇ ਮਾਸਟਰਾਂ ਵੱਲ ਬੇਚੈਨ ਜਿਹਾ ਹੋ ਕੇ ਝਾਕਿਆ ਤੇ ਫਿਰ ਬੋਲਿਆ, ਗਾਹਾਂ ਪੜ੍ਹਨਾ ਤਾਂ ਜੀ ਕੋਈ ਮਾੜੀ ਗੱਲ ਨਹੀਂ। ਮੇਰੇ ਕੋਲ ਤਾਂ ਤੁਸੀਂ ਇਹੀ ਆਖਦੇ ਰਹੇ ਕਿ ਪੜ੍ਹਦੀ ਹੈ, ਅਸਲ 'ਚ ਉਹਦੀ ਕਮਾਈ ਖਾਂਦੇ ਰਹੇ। ਰਾਮ ਰਾਮ ਜੀ, ਕੀ ਆਖਦੇ ਹੋ? ਸਾਨੂੰ ਤਾਂ ਗਊ ਦੀ ਗੱਤ ਬਰਾਬਰ ਹੈ, ਕਦੇ ਇੱਕ ਪੈਸਾ ਵੀ ਉੱਥੋਂ ਲੈਣਾ। ਨਾਲੇ ਉਹ ਤਾਂ ਅਜੇ ਇਸ ਸਾਲ MA ਪਾਸ ਕਰੂ, ਫੇਰ ਕਿਤੇ ਜਾ ਕੇ। ਬਹੁਤੀਆਂ ਚਤਰਾਈਆਂ ਕਰਨ ਦੀ ਲੋੜ ਨਹੀਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਤੁਸੀਂ ਮੇਰੇ ਨਾਲ ਫੈਸਲਾ ਕਰੋ ਜਾਂ ਕਿ ਅਦਾਲਤ ਵਿੱਚ ਹੀ ਕਰਨਾ ਚਾਹੋਗੇ। ਭਾਗੀਰਥ ਬਹੁਤ ਗੁੱਸੇ ਨਾਲ ਬੋਲਿਆ, ਤੁਸੀਂ ਜੀ ਵਾਧੂ ਝੂਠੇ ਅਜੂਨੇ ਨਾ ਲਾਓ। ਤੁਸੀਂ ਵੀ ਧੀਆਂ ਭੈਣਾਂ ਵਾਲੇ ਹੋ। ਤੁਸੀਂ ਤਾਂ ਘਰੋਂ ਧੱਕਤੀ ਸੀ, ਹੁਣ ਅਸੀਂ ਵੀ ਕੱਢ ਦਈਏ। ਤੁਹਾਨੂੰ ਕੀ ਮਾੜਾ ਕਮਾਈ ਦਾ ਜ਼ਰੀਆ ਹੋ ਗਿਆ। ਨਾਲੇ ਇੱਥੇ ਪਿੰਡ 'ਚ ਕਿਹਨੂੰ ਪਤਾ ਲੱਗਣਾ? ਮੇਰੇ ਕੋਲ ਵੀ ਲੁਕੋ ਰੱਖਿਆ। ਬਾਲੇ ਹੁਸ਼ਿਆਰ ਬਣਦੇ ਨੇ ਕੰਜਰ ਕਿਸੇ ਥਾਂ ਦੇ। ਮੂੰਹ ਸੰਭਾਲ ਕੇ ਬੋਲ ਬਾਊ, ਤੂੰ ਅਫਸਰ ਹੋਏਗਾ, ਆਪਣੇ ਘਰ ਹੋਏਗਾ। ਤੂੰ ਸਿਆਣੇ ਬਿਆਣੇ ਬੰਦੇ ਦੀ ਖਾਮਖਾ ਲਾਪਾ ਕਰੀ ਜਾਂਦਾ। ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ? ਕਾਮਰੇਡ ਬੂਟਾ ਸਿੰਘ ਮਾਸਟਰ ਆਕੜ ਕੇ ਬੋਲਿਆ। ਤੂੰ ਕੌਣ ਹੁੰਨਾ ਹੈ ਸਾਡੀ ਗੱਲ 'ਚ ਦਖਲ ਦੇਣ ਵਾਲਾ? ਵੱਡਾ ਨਾਡੂ ਖਾਂ, ਤੈਨੂੰ ਵੀ ਮੈਂ ਦੇਖ ਲੂੰ। ਭਾਗੀਰਥ ਨੇ ਮੇਜ਼ ਤੇ ਮੁੱਕਾ ਮਾਰ ਦੇ ਕਿਹਾ, ਪਿੰਡ ਦੀ ਧੀ ਭੈਣ ਸਭ ਦੀ ਧੀ ਭੈਣ ਹੁੰਦੀ ਹੈ। ਮੈਂ ਤਾਂ ਬੋਲਦਾ, ਇੱਕ ਤਾਂ ਤੂੰ ਕੁੜੀ ਨੂੰ ਛੱਡ ਰੱਖਿਆ, ਉਤੋਂ ਰੋਬ ਦਿੰਦਾ। ਹੈ ਨਹੀਂ ਨਾ ਕੋਈ ਡਾਂਗਾ ਲਾਉਣ ਵਾਲਾ। ਮੈਂ ਸਾਲਿਆਂ ਨੂੰ ਅੰਦਰ ਕਰਾ ਦੂੰ। ਵਾਧੂ ਬਕਵਾਸ ਨਾ ਕਰੋ। ਆਪਣੀ ਧੀ ਭੈਣ ਦੀਆਂ ਕਰਤੂਤਾਂ ਦੇਖ ਲਓ ਜਾ ਕੇ। ਦਿੱਲੀ ਹੋਟਲਾਂ 'ਚ ਸ਼ਰਾਬਾਂ ਪੀ ਕੇ ਨੱਚਦੀ ਹੈ, ਪੇਸ਼ਾ ਕਰਦੀ ਹੈ। ਨਹੀਂ ਇਤਬਾਰ ਤਾਂ ਨਾਲ ਚੱਲੋ। ਭਾਗੀਰਥ ਨੇ ਜਦੋਂ ਆਖਿਆ, ਕਿਸੇ ਨੂੰ ਵੀ ਜਿਵੇਂ ਕੋਈ ਗੱਲ ਨਾ ਔੜੀ। ਪਰ ਕਾਮਰੇਡ ਬੂਟਾ ਸਿੰਘ ਸੰਭਲ ਕੇ ਬੋਲਿਆ, ਝੂਠੀ ਤੁਹਮਤਾਂ ਨਹੀਂ ਲਾਈ ਦੀਆਂ। ਅਸੀਂ ਗੱਲ ਦੇ ਸਿਰੇ ਤਾਈਂ ਜਾਵਾਂਗੇ, ਨਹੀਂ ਤਾਂ ਮੂੰਹ 'ਚੋਂ ਕੱਢੇ ਇਹਨਾਂ ਲਫ਼ਜ਼ਾਂ ਦਾ ਮੁੱਲ ਤਾਰਨਾ ਪਊ ਬਾਊ। ਓਏ ਡੱਬ ਮਰੋ, ਤੁਸੀਂ ਸ਼ਰਮ ਨਾਲ ਬੋਲਣ ਨੂੰ ਮਰਦੇ ਹੋ। ਆਹ ਤਸਵੀਰ ਦੇਖ ਲਓ, ਉਸੇ ਦੀ ਹੈ ਨਾ? ਜੇਬ 'ਚੋਂ ਤਸਵੀਰ ਕੱਢ ਕੇ ਮਾਸਟਰ ਮਦਨ ਲਾਲ ਦੇ ਅੱਗੇ ਸੁੱਟਦਿਆਂ ਭਾਗੀਰਥ ਫੂੰ ਫੂੰ ਕਰਦਾ ਕਮਰੇ 'ਚੋਂ ਬਾਹਰ ਨਿਕਲ ਗਿਆ। ਅੱਗੋਂ ਚਪੜਾਸੀ ਚਾਹ ਤੇ ਬਿਸਕਿਟ ਲਈ ਆ ਰਿਹਾ ਸੀ। ਉਹਦੇ ਕੋਲ ਦੀ ਲੰਘ ਕੇ ਭਾਗੀਰਥ ਆਪਣੀ ਕਾਰ 'ਚ ਜਾ ਬੈਠਾ। ਫਟਾਕ ਦੇ ਕੇ ਜ਼ੋਰ ਨਾਲ ਤਾਕੀ ਬੰਦ ਕੀਤੀ ਤੇ ਕਾਰ ਤੁਰ ਪਈ। ਚਾਹ ਤੇ ਬਿਸਕਿਟ ਲਈ ਚਪੜਾਸੀ ਹੈਰਾਨ ਜਿਹਾ ਖੜਾ ਜਾਂਦੀ ਕਾਰ ਨੂੰ ਦੇਖਦਾ ਰਿਹਾ। ਤਸਵੀਰ ਊਸ਼ਾ ਦੀ ਸੀ, ਕਿਸੇ ਦੀਆਂ ਬਾਹਾਂ 'ਚ ਬਾਹਾਂ ਪਾਈ ਨੱਚ ਰਹੀ ਸੀ। ਮਾਸਟਰ ਮਦਨ ਲਾਲ ਜਿਵੇਂ ਜ਼ਮੀਨ 'ਚ ਗੱਡਿਆ ਗਿਆ। ਹੈਡਮਾਸਟਰ ਸਾਹਿਬ, ਇਹਨਾਂ ਤਸਵੀਰਾਂ 'ਚ ਵੀ ਬੜੀਆਂ ਹੇਰਾ ਫੇਰੀਆਂ ਹੋ ਜਾਂਦੀਆਂ ਨੇ ਵੀ ਧੜ ਕਿਸੇ ਦਾ, ਸਿਰ ਕਿਸੇ ਦਾ ਤੇ ਧੜ ਕਿਸੇ ਦਾ। ਕਾਮਰੇਡ ਬੂਟਾ ਸਿੰਘ ਮਾਸਟਰ ਨੇ ਮਾਸਟਰ ਮਦਨ ਲਾਲ ਨੂੰ ਬੌਂਦਲਿਆਂ ਵੇਖ ਉਸ ਤੋਂ ਤਸਵੀਰ ਵੱਲ ਫੜ ਟੁਕੜੇ ਪਰਾਂ ਵਗਾਉਂਦਿਆਂ ਆਖਿਆ। ਪਰ ਮਾਸਟਰ ਮਦਨ ਲਾਲ ਨੂੰ ਜਿਵੇਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਸ ਦਿਨ ਉਹ ਮਸਾਂ ਤੁਰ ਕੇ ਜਿਵੇਂ ਘਰ ਪਹੁੰਚਿਆ, ਆਉਂਦਿਆਂ ਸਰ ਮੰਜੇ ਤੇ ਡਿੱਗ ਪਿਆ। ਉਸ ਦਿਨ ਉਹਨੇ ਅੰਨ ਜਲ ਵੀ ਮੂੰਹ ਨੂੰ ਨਾ ਲਾਇਆ। ਊਸ਼ਾ ਦੀ ਮਾਂ ਨੇ ਬਥੇਰਾ ਪੁੱਛਿਆ ਕੀ ਹੋਇਆ, ਪਰ ਅੱਗੋਂ ਉਹਨੇ ਕੋਈ ਉੱਤਰ ਨਾ ਦਿੱਤਾ। 2 ਦਿਨ ਜਦੋਂ ਉਸੇ ਤਰ੍ਹਾਂ ਗੁੰਮ-ਸੁੰਮ ਪਿਆ ਰਿਹਾ, ਪਿੰਡ ਦੇ ਸਿਆਣੇ ਠੀਕ ਗੱਲ ਪੁੱਛਣ ਆਏ। ਸ਼ਹਿਰੋਂ ਡਾਕਟਰ ਲਿਆਉਣ ਲਈ ਵੀ ਪੁੱਛਿਆ। ਕਦੇ ਬਸ ਉਹ ਪਾਣੀ ਦੇ 2-4 ਚਮਚੇ ਲੈਂਦਾ ਸੀ। ਹੋਰ ਜੋ ਕੁਝ ਵੀ ਜਿਵੇਂ ਉਹ ਊਸ਼ਾ ਦੀ ਮਾਂ ਬਣਾ ਕੇ ਲਿਜਾਂਦੀ ਉਸੇ ਤਰ੍ਹਾਂ ਮੋੜ ਲਿਆਉਂਦੀ। ਆਖਦਾ ਸੀ, ਲੈ ਜਾ, ਮੈਨੂੰ ਤੰਗ ਨਾ ਕਰੋ। 5ਵੇਂ-6ਵੇਂ ਦਿਨ ਹਰੀਸ਼ ਕੋਲ ਬੰਦਾ ਭੇਜਿਆ ਗਿਆ। ਜਦੋਂ ਆਇਆ ਤਾਂ ਪੰਡਤ ਹਰੀ ਚੰਦ ਉਹਦੇ ਪਾਪਾ ਮਾਸਟਰ ਮਦਨ ਲਾਲ ਦੇ ਕੋਲ ਬੈਠਾ ਉੱਚੀ ਗੀਤਾ ਦਾ ਪਾਠ ਕਰ ਰਿਹਾ ਸੀ। ਡਾਕਟਰ ਲਿਆਂਦਾ ਗਿਆ। ਉਹਨੂੰ ਕੁਝ ਸਮਝ ਨਹੀਂ ਸੀ ਲੱਗੀ ਕਿ ਮਾਸਟਰ ਮਦਨ ਲਾਲ ਏਡੀ ਛੇਤੀ ਕਿਉਂ ਘਟਦਾ ਜਾ ਰਿਹਾ ਸੀ। ਹਰੀਸ਼ ਸ਼ਹਿਰ ਵੱਡੇ ਹਸਪਤਾਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਹ ਨਹੀਂ ਮੰਨਿਆ। ਮਾਂ ਨੇ ਆਖ ਕੇ ਮੇਘ ਤੇ ਊਸ਼ਾ ਨੂੰ ਵੀ ਤਾਰਾਂ ਪਵਾ ਦਿੱਤੀਆਂ। ਮੇਘ ਜਿਸ ਦਿਨ ਪਹੁੰਚਿਆ ਉਸ ਦਿਨ ਮਾਸਟਰ ਮਦਨ ਲਾਲ ਵਿੱਚ ਕੋਈ ਸਾਹ ਵਗਦਾ ਸੀ ਤੇ ਸਵੇਰ ਤੱਕ ਉਹਨੇ ਪ੍ਰਾਣ ਤਿਆਗ ਦਿੱਤੇ। ਹਮਾ ਤੁਮਾ ਨੇ ਆਖਿਆ, ਲੈ ਕੁੜੇ, ਧੀ ਨਹੀਂ ਪਹੁੰਚੀ। ਅਖੀਰ ਵੇਲੇ ਵੀ ਨਹੀਂ ਮੂੰਹ ਦੇਖਿਆ। ਊਸ਼ਾ ਤਾਂ ਉਹਦੇ ਬਾਹਰੇ ਸਤਾਰੇ ਉੱਪਰ ਵੀ ਨਹੀਂ ਸੀ ਪਹੁੰਚੀ। ਸੱਸ ਨੂੰ ਜਗਜੀਤ ਨੇ ਇਹੀ ਦੱਸਿਆ, ਊਸ਼ਾ ਦੀਦੀ ਬਿਮਾਰ ਹੈ,
ਤਾਪ ਚੜ੍ਹਦਾ ਇਸ ਲਈ ਨਹੀਂ ਆ ਸਕੀ। ਕਿਰਿਆ ਬਾਹਰੇ ਤੋਂ ਵਿਹਲੇ ਹੋ ਕੇ ਮੱਝ ਦੀ ਦੇਖਭਾਲ ਕਰਨ ਲਈ ਕਿਸੇ ਮਾਸਟਰ ਨੂੰ ਆਖ ਮਾਂ ਆਪ ਜਗਜੀਤ ਦੇ ਨਾਲ ਦਿੱਲੀ ਆਈ। ਸਿਆਣੀ ਔਰਤ ਸੀ, ਇੰਨਾ ਜ਼ਮਾਨਾ ਦੇਖਿਆ ਹੋਇਆ ਸੀ। ਤਾੜ ਗਈ, ਹੋਵੇ ਨਾ ਹੋਵੇ ਵਿੱਚੋਂ ਕੋਈ ਗੱਲ ਹੈ। ਚੱਲ ਜੇ ਬਿਮਾਰ ਵੀ ਹੈ ਤਾਂ ਵੀ ਖਬਰ ਤਾਂ ਲੈ ਆਉਂ, ਨਾਲੇ ਏਡੀ ਵੀ ਕੀ ਹੈ ਬਿਮਾਰ ਵੀ ਬਾਪ ਦਾ ਮੂੰਹ ਵੀ ਨਾ ਦੇਖਣ ਆਈ। ਜਿਸ ਪਤੇ ਉੱਤੇ ਜਗਜੀਤ ਉਹਨੂੰ ਖੱਤ ਪਾਉਂਦੀ ਸੀ ਉਸ ਪਤੇ ਤੇ ਪੁੱਛਦੀਆਂ ਪੁੱਛਾਉਂਦੀਆਂ ਸੱਸ ਨੂੰ ਉੱਥੇ ਅੱਪੜ ਗਈਆਂ। ਉਹਨੇ ਇੱਕ ਕੋਠੀ ਦੇ ਉੱਪਰ 2 ਕਮਰਿਆਂ ਦਾ ਫਲੈਟ ਲਿਆ ਹੋਇਆ ਸੀ। ਡਿਊਟੀ ਤੇ ਗਈ ਹੋਈ ਹੈ, ਲੇਟ ਆਏਗੀ, ਮਾਲਕ ਮਕਾਨ ਨੇ ਦੱਸਿਆ। ਆਪਾਂ ਸੀਸਗੰਜ ਗੁਰਦੁਆਰੇ ਜਾ ਬੈਠਦੇ ਹਾਂ। ਸੱਸ ਨੇ ਜਦੋਂ ਆਖਿਆ ਤਾਂ ਮਾਲਕ ਮਕਾਨ ਨੇ ਸੰਵਰ ਕੇ ਉਹਨਾਂ ਵੱਲ ਝਾਕਿਆ। ਤੁਸੀਂ ਬਾਹਰੋਂ ਆਏ ਹੋ? ਹਾਂ, ਚੰਡੀਗੜ੍ਹ ਤੋਂ। ਇਹ ਊਸ਼ਾ ਦੀਦੀ ਤੇ ਮਾਤਾ ਜੀ ਨੇ? ਜਗਜੀਤ ਨੇ ਸੱਸ ਵੱਲ ਹੱਥ ਕਰਕੇ ਕਿਹਾ। ਮੇਰੇ ਕੋਲ ਡੁਪਲੀਕੇਟ ਚਾਬੀ ਹੈ, ਤੁਸੀਂ ਠਹਿਰੋ, ਮੈਂ ਲਿਆ ਦਿੰਦਾ। ਆਪ ਮਾਲਕ ਮਕਾਨ ਅੰਦਰ ਚਲਾ ਗਿਆ। ਕੁਝ ਚਿਰ ਮਗਰੋਂ ਇੱਕ ਔਰਤ ਆਈ, ਉਹਨਾਂ ਵੱਲ ਘੋਕ ਘੋਕ ਕੇ ਦੇਖ ਕੇ ਚਲੀ ਗਈ। ਸ਼ਾਇਦ ਜਾਣਨਾ ਚਾਹੁੰਦੀ ਹੋਵੇ ਕਿ ਇਹ ਔਰਤਾਂ ਸੱਚ ਬੋਲਦੀਆਂ ਨੇ। ਸੱਚਮੁੱਚ ਹੀ ਊਸ਼ਾ ਦੀ ਮਾਂ ਦੀ ਊਸ਼ਾ ਨਾਲ ਕਿਧਰੇ ਨਾ ਕਿਧਰੇ ਸ਼ਕਲ ਰਲਦੀ ਸੀ, ਜਿਸ ਕਰਕੇ ਉਸ ਔਰਤ ਨੇ ਅੰਦਰ ਜਾ ਕੇ ਮਾਲਕ ਮਕਾਨ ਨੂੰ ਡੁਪਲੀਕੇਟ ਚਾਬੀ ਨਾਲ ਦਰਵਾਜ਼ਾ ਖੋਲ੍ਹ ਦੇਣ ਲਈ ਆਖ ਦਿੱਤਾ, ਪਰ ਨਾਲ ਹੀ ਹੇਠਾਂ ਤੋਂ ਪੌੜੀਆਂ ਦਾ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਜੇ ਇਹ ਔਰਤਾਂ ਕੋਈ ਹੋਰ ਵੀ ਹੋਣ ਤਾਂ ਚੀਜ਼ਾਂ ਚੁੱਕ ਕੇ ਜਾਣ ਲੱਗਣ ਦਾ ਪਤਾ ਲੱਗ ਜਾਏ। ਇਹ ਊਸ਼ਾ ਦਾ 2 ਕਮਰਿਆਂ ਦਾ ਫਲੈਟ ਸੀ। ਇੱਕ ਉਹਨੇ ਡਰਾਇੰਗ ਰੂਮ ਬਣਾਇਆ ਹੋਇਆ ਸੀ, ਜਿਸ ਵਿੱਚ ਫਰਨੀਚਰ, ਕਾਰਪੈਟ, ਪਰਦੇ, ਪੇਂਟਿੰਗ, ਸ਼ੈਂਡਲੀਅਰ, ਫੁੱਲਦਾਨ, ਹਰ ਚੀਜ਼ ਹੀ ਬਹੁਤ ਖੂਬਸੂਰਤ ਤੇ ਬਹੁਤ ਮਹਿੰਗੀ ਸੀ। ਇੱਕ ਪਾਸੇ ਟੈਲੀਵਿਜ਼ਨ ਪਿਆ ਸੀ ਤੇ ਕੋਲ ਹੀ ਰਿਕਾਰਡ ਪਲੇਅਰ ਦੇ ਕੋਲ ਢੇਰ ਰਿਕਾਰਡਾਂ ਦਾ। ਸ਼ਾਇਦ ਊਸ਼ਾ ਦੀਦੀ ਨੂੰ ਬਹੁਤ ਤਨਖਾਹ ਮਿਲਦੀ ਏ, ਜਗਜੀਤ ਨੇ ਮਨ 'ਚ ਸੋਚਿਆ। ਬਹੂ ਪਾਣੀ ਦਾ ਗਲਾਸ ਤਾਂ ਦੇ, ਮਰ ਗਏ ਤੇ ਹਾਏ। ਸੱਸ ਨੇ ਜਦੋਂ ਆਖਿਆ, ਜਗਜੀਤ ਉੱਠ ਕੇ ਰਸੋਈ 'ਚ ਗਈ। ਠੰਡੇ ਪਾਣੀ ਲਈ ਫਰਿੱਜ ਖੋਲ੍ਹਿਆ। ਹੇ ਰਾਮ, ਬਾਕੀ ਨਿੱਕ ਸੁੱਕ ਦੇ ਨਾਲ ਵਿਸਕੀ ਦੀਆਂ 2 ਬੋਤਲਾਂ, ਇੱਕ ਭਰੀ ਹੋਈ ਤੇ ਇੱਕ ਥੋੜ੍ਹੀ ਜਿਹੀ ਹੋਣੀ। ਜਗਜੀਤ ਨੇ ਬਰਫ਼ ਕੱਢ ਕੇ ਛੇਤੀ ਨਾਲ ਫਰਿੱਜ ਬੰਦ ਕਰ ਦਿੱਤਾ, ਜਿਵੇਂ ਊਸ਼ਾ ਦੀਦੀ ਦੀ ਉਹ ਕੋਈ ਚੋਰੀ ਕਰ ਰਹੀ ਹੋਵੇ। ਸੱਸ ਨੂੰ ਪਾਣੀ ਦੇ ਕੇ ਉਹ ਆਪ ਤਾਂ ਜਿਵੇਂ ਪਾਣੀ ਪੀਣਾ ਹੀ ਭੁੱਲ ਗਈ। ਨਾਲ ਦੇ ਕਮਰੇ 'ਚ ਮੰਜਾ ਹੋਊ, ਚੱਲ ਜ਼ਰਾ ਲੱਕ ਸਿੱਧਾ ਕਰ ਲਾਂ। ਤੂੰ ਕੁਝ ਖਾਣਾ ਹੈ? ਰਸੋਈ 'ਚ ਕੁਝ ਦੇਖ ਦੁੱਖ ਕੇ ਬਣਾ। ਮੇਰੇ ਜੋਗਾ ਕੁਛ ਨਾ ਬਣਾਈ, ਮੈਨੂੰ ਤਾਂ ਬੱਸ ਦੀ ਘੇਰ ਜੀ ਪੈਣੋਂ ਹੀ ਨਹੀਂ ਹਟੀ। ਸੱਸ ਨੂੰ ਉਹ ਬੈੱਡਰੂਮ 'ਚ ਲੈ ਗਈ। ਰੇਸ਼ਮੀ ਜਾਲੀ ਦੇ ਪਰਦੇ, ਰੇਸ਼ਮੀ ਬੈੱਡ ਕਵਰ, ਡਨਲਪ ਦੇ ਗੱਦੇ, ਕੱਚ ਦਾ ਟੇਬਲ ਲੈਂਪ, ਅਲਮਾਰੀ ਵਿੱਚ ਕਿਤਾਬਾਂ ਦੇ ਸੈੱਟ, ਡਰੈਸਿੰਗ ਟੇਬਲ ਉੱਪਰ ਢੇਰ ਸਾਰੀਆਂ ਪਾਊਡਰ, ਕਰੀਮਾਂ, ਸੈਂਟ, ਲਿਪਸਟਿਕਾਂ ਤੇ ਹੋਰ ਲਟਰਮ ਪਟਰਮ। ਝਕਦੀ ਮਾਂ ਮੰਜੇ ਤੇ ਟੇਢੀ ਹੋ ਗਈ। ਉਹਨਾਂ ਨੂੰ ਲੱਗਿਆ ਜਿਵੇਂ ਉਹ ਕਿਸੇ ਹੋਰ ਦੇ ਹੀ ਘਰ ਆ ਗਈਆਂ ਹੋਣ। ਜਗਜੀਤ ਨੇ ਗੈਸ ਉੱਪਰ ਚਾਹ ਦਾ 1 ਕੱਪ ਕਰਕੇ ਸੱਸ ਨੂੰ ਦੇ ਦਿੱਤਾ। 1 ਕੱਪ ਪੀ ਲਿਆ। ਰੋਟੀ ਦੀ ਤਾਂ ਉਹਨਾਂ ਨੂੰ ਭੁੱਖ ਨਹੀਂ ਸੀ। ਰਾਤ ਬੀਤਣ ਲੱਗੀ। 8, 9, 10, 11 ਪਰ ਊਸ਼ਾ ਅਜੇ ਤੱਕ ਨਹੀਂ ਸੀ ਆਈ। ਦੋਵੇਂ ਸੱਸ ਨੂੰ ਜਾਗ ਰਹੀਆਂ ਸਨ। ਦੋਵਾਂ ਕੋਲ ਹੀ ਜਿਵੇਂ ਕਰਨ ਜੋਗੀ ਕੋਈ ਗੱਲ ਨਹੀਂ ਸੀ। 11:30 ਵਜੇ ਇੱਕ ਕਾਰ ਉਸ ਬਿਲਡਿੰਗ ਦੇ ਅੱਗੇ ਆ ਕੇ ਰੁਕੀ। ਜਗਜੀਤ ਨੇ ਬਾਰੀ ਵਿੱਚੋਂ ਦੇਖਿਆ, ਊਸ਼ਾ ਸੀ, ਪਰ ਨਾਲ ਕੋਈ ਬੰਦਾ ਸੀ। ਝੱਪ ਕਰਦੀ ਉਹ ਪੌੜੀਆਂ ਚੜ੍ਹ ਆਈ। ਅੱਗੇ ਲਾਈਟ ਬਲਦੀ ਦੇਖ ਊਸ਼ਾ ਹੈਰਾਨ ਹੋ ਗਈ। ਭਾਬੀ ਤੇ ਮਾਂ ਨੂੰ ਅੱਗੇ ਬੈਠੀਆਂ ਦੇਖ ਉਹ ਪਲ ਦੇ ਪਲ ਲਈ ਝੀਂਪ ਗਈ। ਫਿਰ ਨਾਲ ਆਏ ਬੰਦੇ ਨੂੰ ਆਖਣ ਲੱਗੀ, ਸੌਰੀ, ਮੇਰੇ ਗੈਸਟ ਆਏ ਹੋਏ ਨੇ, ਆਪਾਂ ਡਰਾਇੰਗ ਰੂਮ 'ਚ ਬੈਠ ਜਾਂਦੇ ਹਾਂ। ਉਸਨੇ ਆਏ ਨੇ ਆਖਿਆ, ਨਹੀਂ, ਇਹ ਸਟੂਪਿਡ ਔਰਤਾਂ ਮੇਰੀ ਮਾਂ ਤੇ ਇੱਕ ਭਾਬੀ ਹੈ। ਸੌਰੀ, ਅੱਜ ਤੁਹਾਨੂੰ ਇਸੇ ਵੇਲੇ ਜਾਣਾ ਪਏਗਾ। ਊਸ਼ਾ ਨੇ ਆਪਣੇ ਜਾਣੇ ਬਹੁਤ ਹੌਲੀ ਆਖਿਆ, ਪਰ ਜਗਜੀਤ ਨੂੰ ਸੁਣ ਗਿਆ। ਇਸ ਤੋਂ ਪਿੱਛੋਂ ਊਸ਼ਾ ਅੰਦਰ ਆਈ। ਸਭ ਤੋਂ ਪਹਿਲਾਂ ਗੁਸਲਖਾਨੇ 'ਚ ਗਈ। ਪੈਂਟ ਕਮੀਜ਼ ਲਾਹ ਕੇ ਨਾਈਟੀ ਪਾ ਲਈ। ਫਰਿੱਜ ਵਿੱਚੋਂ ਪਾਣੀ ਦਾ ਗਲਾਸ ਪੀਤਾ। ਫਿਰ ਕੁਰਸੀ ਖਿੱਚ ਕੇ ਮਾਂ ਤੇ ਭਾਬੀ ਦੇ ਸਾਹਮਣੇ ਆ ਕੇ ਬੈਠ ਗਈ। ਕਿਵੇਂ ਆਏ? ਉਹਨੇ ਰੁਖਾਈ ਨਾਲ ਪੁੱਛਿਆ। ਊਸ਼ਾ ਦੀਦੀ, ਪਾਪਾ ਗੁਜ਼ਰ ਗਏ ਨੇ। ਜਗਜੀਤ ਨੇ ਗੱਲ ਤੋਰੀ। ਮੈਨੂੰ ਪਤਾ ਹੈ, ਬੁੜੇ ਹੋ ਕੇ ਮਰਨਾ ਹੀ ਹੁੰਦਾ। ਉਸਨੇ ਅਣਭੇਜ ਆਵਾਜ਼ ਵਿੱਚ ਆਖਿਆ। ਤੁਸੀਂ ਪਹੁੰਚੇ ਨਹੀਂ, ਲੋਕ ਗੱਲਾਂ ਕਰਦੇ ਸੀ, ਜਗਜੀਤ ਨੇ ਦੱਸਿਆ। ਸਾਰੀ ਉਮਰ ਸਿਰਫ ਇਹੀ ਤਾਂ ਨਹੀਂ ਸੋਚਣਾ ਹੁੰਦਾ ਕਿ ਲੋਕ ਤੁਹਾਡੇ ਬਾਰੇ ਕੀ ਆਖਦੇ ਨੇ। ਫਿਰ ਤੂੰ ਆਈ ਕਾਹਤੋਂ ਨਾ? ਜਦ ਤਾਰ ਪਾਈ ਸੀ, ਮਾਂ ਨੇ ਕਰਾਰੀ ਆਵਾਜ਼ 'ਚ ਪੁੱਛਿਆ। ਮੇਰੀ ਮਰਜ਼ੀ, ਊਸ਼ਾ ਨੇ ਤਿਉੜੀਆਂ ਪਾ ਕੇ ਆਖਿਆ। ਨਹੀਂ ਖਸਮ ਪਿੱਟੀਏ, ਤੈਨੂੰ ਇਸ ਖਾਤਰ ਪੜ੍ਹਾਇਆ ਸੀ ਕੱਲ ਜੋਗਣੇ ਵੀ ਪਿਓ ਦਾਦੇ ਦਾ ਨਾਂ ਤਾਜ਼ਾ ਕਰੀ। ਮੈਂ ਵੀ ਕਹਾਂ, ਇਹ ਅੰਨ ਪਾਣੀ ਕਾਹਤੋਂ ਤਿਆਗ ਕੇ ਪੈ ਗਿਆ? ਲੱਗ ਗਿਆ ਹੋਊ ਪਤਾ ਕਰਤੂਤਾਂ ਦਾ। ਮਾਂ
ਊਸ਼ਾ ਦੇ ਗਲ ਪੈ ਗਈ। ਜਿਵੇਂ ਤੁਹਾਡਾ ਜੀ ਕੀਤਾ ਤੁਸੀਂ ਜਿਉਂ ਲਿਆ, ਜਿਵੇਂ ਮੇਰਾ ਕਰੂ ਮੈਂ ਜਿਉਂ ਲੂੰ। ਕਿਸੇ ਨੂੰ ਕੀ, ਮੈਂ ਕਿਸੇ ਦਾ ਦਿੱਤਾ ਖਾਨੀ ਆ। ਮੈਂ ਆਖਦੀ ਹਾਂ ਤੁਸੀਂ ਆਈਆਂ ਕਾਹਤੋਂ? ਪੁੱਛ ਕੇ ਕਿਹਦੇ ਤੋਂ ਆਈਆਂ ਹੋ ਘਰ 'ਚ? ਕੀੜੇ ਪੈ ਕੇ ਮਰੇਂਗੀ ਜੇ ਨਾ ਕੀੜੇ ਪੈ ਕੇ ਮਰੀ ਹਰਾਮਜ਼ਾਦੀਏ। ਮੈਂ ਕਿਵੇਂ ਵੀ ਮਰਾਂ, ਤੈਨੂੰ ਕੀ? ਆਖ ਊਸ਼ਾ ਉੱਠ ਕੇ ਰਸੋਈ 'ਚ ਗਈ। ਭਰ ਕੇ ਗਲਾਸ ਵਿਸਕੀ ਤੇ ਪਾਣੀ ਮਿਲਾ ਕੇ ਪੀਤਾ। ਫਿਰ ਸਿਗਰਟ ਸੁਲਗਾ ਕੇ ਕਸ਼ ਲਾਉਂਦੀ ਮੁੜ ਉਸੇ ਕੁਰਸੀ ਤੇ ਆ ਬੈਠੀ। ਇਹ ਕਸਰ ਰਹਿ ਗਈ ਸੀ ਕੰਜਰੀਏ। ਲਿਆ ਨਹੀਂ ਫੜਾ ਇੱਥੋਂ ਵੇਲਣਾ, ਸਿਰ ਪਾੜਾ ਇਸ ਕਲ ਮੂੰਹ ਦਾ। ਹੈ ਨਹੀਂ ਤੈਨੂੰ ਪੈ ਜੇ ਲੋੜਾ, ਹੁਣ ਤੂੰ ਇਹ ਕੰਮ ਕਰਨ ਲੱਗੀ। ਖਸਮ ਨੇ ਵੀ ਤਾਈਓ ਕੱਢੀ ਹੋਏਗੀ ਕੁੱਤੀਏ। ਮਾਂ ਚੰਡੀ ਬਣਦੀ ਜਾ ਰਹੀ ਸੀ। ਉਹੋ ਜਿਹੇ ਖਸਮ ਭਾਵੇਂ ਆਥਣ ਨੂੰ 20 ਇਕੱਠੇ ਕਰ ਲਾਂ, ਉਹ ਹੈ ਕੀ ਚੀਜ਼? ਕੁੱਤਾ ਕਿਸੇ ਥਾਂ ਦਾ। ਮੈਂ ਤਾਂ ਬੇਵਕੂਫ ਸੀ ਇੰਨੇ ਵਰੇ ਉਹਦੀ ਖਾਤਰ ਗਾਲੇ। ਚੀਜ਼ ਕੀ ਹੈ ਉਹ? ਸਮਝਦਾ ਕੀ ਹੈ ਆਪਣੇ ਆਪ ਨੂੰ? ਹਰਾਮੀ। ਉਹਨੂੰ ਤਾਂ ਆਸ਼ਾ ਚਾਹੀਦੀ ਸੀ, ਆਸ਼ਾ। ਮੈਨੂੰ ਤਾਂ ਉਹ ਸਿਰਫ ਨੌਕਰਾਣੀ ਸਮਝਦਾ ਸੀ। ਵੱਡੀ ਆਈ ਹੈ ਖਸਮ ਦੀ ਹਮਦਰਦਣ। ਉਹ ਚਿੱਥ ਕੇ ਗੱਲਾਂ ਕਰ ਰਹੀ ਸੀ। ਨੀ ਭਰਾਵਾਂ ਕੰਨੀ ਤਾਂ ਦੇਖਦੀ, ਕੱਲ ਮੂੰਹੇ ਤੇਰੇ ਤੇ ਮਰ ਜਾਨ ਦਿੰਦੇ ਨੇ। ਉਹਨਾਂ ਦੀ ਇੱਜ਼ਤ ਤਾਂ ਨਾ ਰੋਲਦੀ। ਇਹ ਵੀ ਤਾਂ ਕੁੜੀ ਹੈ ਤੇਰੇ ਵਰਗੀ, ਕਦੇ ਅੱਖ 'ਚ ਪਾਈ ਨਹੀਂ ਰੜਕੀ। ਮਾਂ ਨੇ ਘਬਰਾਈ ਬੈਠੀ ਜਗਜੀਤ ਵੱਲ ਹੱਥ ਕਰਕੇ ਆਖਿਆ, ਭਰਾ ਸਮਝ ਲੈਣ ਉਹ ਮੇਰੇ ਲਈ ਮਰ ਗਏ ਤੇ ਮੈਂ ਉਹਨਾਂ ਕੰਨੀਓ ਮਰ ਗਈ। ਮੁੜ ਕੇ ਕੋਈ ਇੱਥੇ ਮੇਰੇ ਕੋਲ ਨਾ ਆਵੇ, ਨਾ ਕਦੀ ਮੈਨੂੰ ਕੋਈ ਚਿੱਠੀ ਪਾਵੇ। ਊਸ਼ਾ ਬੋਲੀ। ਨੀ ਭਰਾਵਾਂ ਨੂੰ ਕਾਹਨੂੰ ਮਾਰਦੀ ਐ ਕੱਲ ਜੋਗਣੇ? ਤੂੰ ਹੀ ਕਿਉਂ ਨਾ ਮਰ ਜੇ, ਨਾਲੇ ਸਾਰੇ ਪਰਦੇ ਢਕੇ ਜਾਣ। ਤੁਹਾਡੇ ਲੋਕਾਂ ਲਈ ਸੋਚਾਂ, ਤੁਹਾਡੇ ਲੋਕਾਂ ਲਈ ਜੀਆਂ, ਜਿਹੜੇ ਚਾਹੁੰਦੇ ਨੇ ਮੈਂ ਮਰ ਜਾਂ ਤੇ ਉਹਨਾਂ ਦੇ ਪਰਦੇ ਢਕੇ ਜਾਣ। ਮੇਰਾ ਕੋਈ ਕੁਝ ਨਹੀਂ ਲੱਗਦਾ। ਮੈਂ ਤਾਂ ਆਖਦੀ ਹਾਂ ਤੁਸੀਂ ਸੱਦੀਆਂ ਕਿਹਨੇ ਹੋ? ਊਸ਼ਾ ਜਿਵੇਂ ਉਹ ਊਸ਼ਾ ਹੀ ਨਹੀਂ ਸੀ। ਜਗਜੀਤ ਦੇਖ ਹੈਰਾਨ ਹੋ ਰਹੀ ਸੀ। ਨਹੀਂ ਕੋਈ ਧਰ ਕਰਮ ਵੀ ਹੁੰਦਾ ਹੈ, ਕੋਈ ਦੁਨੀਆ ਦੀ ਲੱਜ ਸ਼ਰਮ ਵੀ ਹੁੰਦੀ ਹੈ, ਕੋਈ ਰੱਬ ਦਾ ਭੈ ਵੀ ਹੁੰਦਾ ਹੈ, ਕੋਈ ਅੱਗੇ ਪਿੱਛੇ ਦੀ ਸੋਚ ਵੀ ਹੁੰਦੀ ਹੈ। ਤੈਂ ਤਾਂ ਪੜ੍ਹ ਲਿਖ ਕੇ ਖੂਹ 'ਚ ਪਾਤਾ। ਮੈਨੂੰ ਪਤਾ ਹੁੰਦਾ ਜੰਮਦੀ ਦਾ ਨਾ ਗਲਾ ਘੋਟ ਦਿੰਦੀ। ਕਾਹਨੂੰ ਰੱਖਦੀ ਇਹੋ ਜਿਹੀ ਕਲਮੂਈ ਸੱਪਣੀ ਨੂੰ? ਮਾਂ ਝਈਆਂ ਲੈ ਪੈ ਰਹੀ ਸੀ। ਮਾਂ ਜੀ ਆਪਾਂ ਊਸ਼ਾ ਦੀਦੀ ਨਾਲ ਲੜਨ ਤਾਂ ਨਹੀਂ ਆਏ, ਸ਼ਾਂਤੀ ਨਾਲ ਕੋਈ ਗੱਲ ਕਰੋ। ਜਗਜੀਤ ਰੋਣ ਹਾਕੀ ਹੋ ਕੇ ਬੋਲੀ। ਬਸ ਕਰਨੀ ਤੈਂ ਪੱਟੀ ਐ ਖਰਚ ਦੇ ਕੇ। ਜੇ ਉਦੋਂ ਹੀ ਨਾ ਸਿਰ ਚੜਾਉਂਦੀ। ਇਹ ਦਿਨ ਤਾਂ ਨਾ ਦੇਖਣੇ ਪੈਂਦੇ, ਉਦੋਂ ਹੀ ਪਿਛਲੇ ਪੈਰੀ ਮੋੜਦੇ ਵੀ ਔਖੀ ਰਹਿ ਸੌਖੀ ਰਹਿ, ਆਪਦੇ ਘਰ ਰਹਿ। ਉਦੋਂ ਤਾਂ ਸਾਰੇ ਉਸੇ ਨੂੰ ਹੀ ਨਿੰਦਣ ਬੈਠ ਗਏ ਵੀ ਆਦਮੀ 'ਚ 100 ਐਬ ਵੈਲ ਹੁੰਦਾ ਹੈ, ਤੀਵੀਆਂ ਛੱਡ ਕੇ ਤਾਂ ਨਹੀਂ ਤੁਰ ਪੈਂਦੀਆਂ। 2900 ਜੂਠ ਦੀ ਜੁੱਤੀ ਹੇਠ ਰਹਿਣ ਨਾਲੋਂ ਇੱਕ ਦੀਆਂ ਜੁੱਤੀਆਂ ਝੱਲੋ। ਆਪਣੇ ਘਰ ਇੱਜ਼ਤ ਨਾਲ ਰਹੋ। ਹੁਣ ਵੀ ਇਹਨੂੰ ਆਖ ਸਵੇਰੇ ਆਪਣਾ ਬਿਸਤਰਾ ਬੰਨੇ ਤੇ ਘਰ ਚੱਲੇ। ਪ੍ਰਾਹੁਣਾ ਆਪ ਆ ਕੇ ਗਿਆ, ਆਰਾਮ ਨਾਲ ਆਪਣੇ ਘਰ ਰਹੇ। ਸਾਨੂੰ ਤਾਂ ਨਾ ਦੁਨੀਆ 'ਚ ਰਸੂਆ ਕਰੇ। ਪਿਓ ਨੂੰ ਤਾਂ ਖਾ ਲਿਆ, ਬਾਕੀਆਂ ਨੂੰ ਤਾਂ ਜਿਉਣ ਦੇਵੇ। ਮਾਂ ਸਭ ਕੁਝ ਊਸ਼ਾ ਨੂੰ ਸੁਣਾ ਕੇ ਜਗਜੀਤ ਨੂੰ ਆਖ ਰਹੀ ਸੀ। ਇਹਨੂੰ ਕਹਿ ਦੇ ਭਾਬੀ, ਮੇਰਾ ਉਹ ਹੁਣ ਕੁਝ ਨਹੀਂ ਲੱਗਦਾ। ਉਸ ਵਰਗੇ 1500 ਮੇਰੀਆਂ ਜੁੱਤੀਆਂ ਚੱਟਦੇ ਫਿਰਦੇ ਨੇ। ਬਾਕੀ ਮੈਂ ਆਪਣਾ ਕਮਾਉਂਦੀ ਹਾਂ, ਖਾਂਦੀ ਹਾਂ। ਨਾ ਮੈਂ ਕਿਸੇ ਦੀ ਜ਼ਿੰਦਗੀ 'ਚ ਦਖਲ ਦਿੰਦੀ ਹਾਂ, ਨਾ ਕੋਈ ਮੇਰੀ 'ਚ ਦੇਵੇ। ਪਰ ਊਸ਼ਾ ਭੈਣ ਜੀ ਸਾਰੀ ਜ਼ਿੰਦਗੀ ਇਉਂ ਕਿਵੇਂ ਲੰਘੂਗੀ? ਜਗਜੀਤ ਨੇ ਉਦਾਸ ਹੋ ਕੇ ਆਖਿਆ। ਜਿੰਨੀ ਲੰਘੂਗੀ ਉਨੀ ਸਹੀ। ਤੂੰ ਤਾਂ ਇੰਟੈਲੀਜੈਂਟ ਹੈ ਭਾਬੀ, ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ? ਮੈਂ ਹੁਣ ਸਿਰਫ ਇਉਂ ਹੀ ਜੀ ਸਕਦੀ ਹਾਂ, ਹੋਰ ਕਿਸੇ ਤਰ੍ਹਾਂ ਨਹੀਂ। ਊਸ਼ਾ ਨੇ ਡੂੰਘਾ ਸਾਹ ਭਰਦਿਆਂ ਆਖਿਆ। ਊਸ਼ਾ ਬੇਟੀ, ਜਿਹੜੇ ਪੈਰ ਅਗਾਂਹ ਜਾ ਸਕਦੇ ਨੇ ਉਹ ਪਿਛਾਂਹ ਵੀ ਤਾਂ ਪਰਤ ਸਕਦੇ ਨੇ। ਨਹੀਂ ਭਾਬੀ, ਮੈਂ ਪੈਰ ਪਿਛਾਂਹ ਨਹੀਂ ਪਰਤਾਉਣਾ ਚਾਹੁੰਦੀ। ਕਿਹਦੀ ਖਾਤਰ? ਮੈਂ ਸਾਰੀ ਦੁਨੀਆ ਨੂੰ ਨਫ਼ਰਤ ਕਰਦੀ ਹਾਂ, ਤੁਹਾਨੂੰ ਸਭ ਨੂੰ ਵੀ, ਆਪਣੇ ਆਪ ਨੂੰ ਵੀ। ਨੀ ਕਾਹਨੂੰ ਜੰਮੀ ਸੀ ਤੂੰ ਮੇਰੇ ਇਹੋ ਜਿਹੀ? ਕਾਹਨੂੰ ਤੂੰ ਮੇਰੇ ਦੁੱਧ ਨੂੰ ਲਾਜ ਲਾਉਣੀ ਹੈ? ਇਦੋਂ ਤਾਂ ਰੱਬਾ ਮੈਨੂੰ ਚੱਕ ਲੈ। ਮਾਂ ਗਾਲਾਂ ਵੀ ਦੇ ਰਹੀ ਸੀ ਤੇ ਰੋ ਵੀ ਰਹੀ ਸੀ। ਊਸ਼ਾ ਉੱਠੀ, ਰਸੋਈ 'ਚ ਗਈ, ਪੈਗ ਵਿਸਕੀ ਦਾ ਗਲਾਸ 'ਚ ਪਾਇਆ, ਪਾਣੀ ਪਾ ਕੇ ਪੀ ਗਈ। ਫਿਰ ਉਖੜੇ ਜੇ ਕਦਮਾਂ ਨਾਲ ਡਰਾਇੰਗ ਰੂਮ 'ਚ ਆ ਗਈ। ਫਟਾਕ ਕਰਕੇ ਵਿਚਕਾਰਲਾ ਦਰਵਾਜ਼ਾ ਬੰਦ ਕਰ ਲਿਆ ਤੇ ਫਿਰ ਸੋਫੇ 'ਤੇ ਢੇਰੀ ਹੋ ਗਈ ਤੇ ਉੱਥੇ ਹੀ ਸੌਂ ਗਈ। ਅਗਲੇ ਦਿਨ ਵਾਪਸ ਪਰਤਦਿਆਂ ਮਾਂ ਜਗਜੀਤ ਨੂੰ ਆਖ ਰਹੀ ਸੀ, ਹਾਏ ਮੇਰੀ ਧੀ, ਮੁੰਡਿਆਂ ਕੋਲ ਗੱਲ ਨਾ ਕਰੀ, ਖਬਰੇ ਕੀ ਕਰ ਬੈਠਣ। ਹੋਰ ਕਿਸੇ ਕੋਲ ਵੀ ਨਾ ਭਾਫ ਕੱਢੀ। ਘਰ ਦੀ ਇੱਜ਼ਤ ਹੈ। ਆਪ ਲੰਘ ਗਿਆ ਸੁਖਾਲਾ, ਮੈਂ ਰਹਿ ਗਈ ਇਹ ਦਿਨ ਦੇਖਣ ਨੂੰ। ਹੇ ਰੱਬਾ, ਹੁਣ ਤਾਂ ਮੇਰੇ ਮੂੰਹ 'ਤੇ ਪਰਦਾ ਪਾ ਲੈ। ਜਗਜੀਤ ਤੋਂ ਜਿਵੇਂ ਕੁਝ ਵੀ ਸੋਚਿਆ ਨਹੀਂ ਜਾ ਰਿਹਾ ਸੀ।
ਕਈ ਮਹੀਨਿਆਂ ਮਗਰੋਂ ਇੱਕ ਸ਼ਾਮ ਊਸ਼ਾ ਨੇ ਆਪਣੀ ਭਾਬੀ ਨੂੰ ਖੱਤ ਲਿਖਿਆ। ਭਾਬੀ, ਨਹੀਂ ਜਾਣਦੀ ਇਹ ਖੱਤ ਮੈਂ ਤੈਨੂੰ ਕਿਉਂ ਲਿਖ ਰਹੀ ਹਾਂ। ਗਲਤ ਨਾ ਸਮਝੀ, ਮੈਂ ਕੁਝ ਵੀ ਕਿਸੇ ਕਿਸਮ ਦੀ ਵੀ ਸਫਾਈ ਦੇਣ ਲਈ ਨਹੀਂ ਲਿਖ ਰਹੀ। ਸਫਾਈ ਦੇਣ ਦੀ ਕੋਈ ਲੋੜ ਨਹੀਂ। ਤੂੰ ਭਾਵੇਂ ਨਹੀਂ ਜਾਣ ਸਕੇਂਗੀ, ਕੋਈ ਵੀ ਨਹੀਂ ਜਾਣ ਸਕੇਗਾ, ਪਰ ਮੈਂ ਜਾਣਦੀ ਹਾਂ ਕਿ ਮੇਰੀ ਰੂਹ ਦਾ ਮੇਰੇ ਜਿਸਮ ਨਾਲ ਜਿਵੇਂ ਕੋਈ ਵਾਸਤਾ ਨਹੀਂ। ਕੋਈ ਦੱਸਦਾ ਸੀ ਹਰੀਸ਼ ਤੈਨੂੰ ਮਾਰਦਾ ਵੀ ਹੈ। ਤੂੰ ਕਾਹਤੋਂ ਮਾਰ ਖਾਂਦੀ ਹੈ ਭਾਬੀ? ਤੂੰ ਇੱਕ ਸਮਝਦਾਰ, ਸਾਊ ਤੇ ਆਪ ਕਮਾ ਸਕਣ ਵਾਲੀ ਔਰਤ ਹੋ ਕੇ ਵੀ ਮਾਰ ਖਾ ਲੈਂਦੀ ਹੈ। ਇਹ ਤੇਰੀ ਕੋਈ ਮਜਬੂਰੀ ਹੋਣੀ ਹੈ। ਇਸੇ ਤਰ੍ਹਾਂ ਭਾਬੀ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ, ਕੁਝ ਵੀ ਕਰਨ ਤੇ ਕੁਝ ਵੀ ਨਾ ਕਰਨ ਦੀਆਂ ਮਜਬੂਰੀਆਂ। ਸਾਰੇ ਪਿੰਡ ਦੀ ਛਾਂ ਵਿੱਚ ਰਹਿਣ ਵਾਲੀ ਊਸ਼ਾ ਸ਼ਹਿਰ ਦੀ ਧੁੱਪ ਵਿੱਚ ਆਪਣੇ ਆਪ ਨੂੰ ਪਿਘਲਣ ਤੋਂ ਬਚਾ ਨਾ ਸਕੀ। ਨਹੀਂ ਤਾਂ ਕੌਣ ਆਪਣੇ ਆਪ ਨੂੰ ਤੀਲਾ ਤੀਲਾ ਬਿਖਰਨ ਦਿੰਦਾ ਹੈ, ਤੇ ਤੀਲੇ ਹਵਾ ਪਾਣੀ 'ਚ ਪਤਾ ਨਹੀਂ ਕਿੱਧਰ ਉਡਾ ਕੇ ਲੈ ਜਾਂਦੀ ਹੈ। ਹਵਾ ਹੀ ਨਹੀਂ, ਮਾਰੂਥਲਾਂ ਵਿੱਚ ਤਾਂ ਬੜੀਆਂ ਹਨੇਰੀਆਂ ਵੀ ਵਗਦੀਆਂ ਨੇ। ਹੁਣ ਤੇ ਸੋਚੀਦਾ ਹੈ, ਇਹਨਾਂ ਰੁੜੇ ਜਾਂਦੇ ਤੀਲਿਆਂ ਦਾ ਤਮਾਸ਼ਾ ਦੇਖੋ। ਕਿੱਡੀ ਵੱਡੀ ਪ੍ਰਾਪਤੀ ਹੈ ਆਪਣੇ ਆਪ ਤੋਂ ਪਰਾਂ ਖਲੋ ਕੇ ਆਪਣੇ ਆਪ ਦਾ ਤਮਾਸ਼ਾ ਦੇਖਣਾ। ਤੂੰ ਪਾਪ ਪੁੰਨ ਦੀਆਂ ਗੱਲਾਂ ਸੋਚਦੀ ਹੋਏਂਗੀ, ਪਰ ਇਹ ਤਾਂ ਕਿਸੇ ਇੱਕ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਭਾਬੀ। ਜੇ ਬੰਦਾ ਮਰ ਕੇ ਸਾਰੇ ਸਮਿਆਂ 'ਚ ਰਲ ਸਕੇ, ਮਰ ਕੇ ਦਾ ਮਤਲਬ ਸਮਝਦੀ ਹੈ ਨਾ, ਫਿਰ ਇਹ ਪੁੰਨ ਪਾਪ ਕਈ ਰੰਗ ਬਦਲ ਕੇ ਬਦਰੰਗ ਹੋ ਜਾਂਦੇ ਨੇ। ਮਾਂ ਦਾ ਗੁੱਸਾ ਠੀਕ ਹੈ, ਉਹ ਸਿਰਫ ਇੱਕ ਸਮੇਂ ਵਿੱਚ ਸਥਿਤ ਹੈ। ਪਾਪਾ ਦਾ ਅੰਨ ਜਲ ਤਿਆਗ ਦੇਣਾ ਸਮਝ ਆਉਂਦਾ ਹੈ। ਹਾਂ, ਜੇ ਉਹ ਅੰਨ ਜਲ ਨਾ ਤਿਆਗਦਾ ਫਿਰ ਨਹੀਂ ਸੀ ਸਮਝ ਆਉਣਾ। ਪਰ ਊਸ਼ਾ ਕਿਸੇ ਲਈ ਵੀ ਕੁਝ ਕਿਉਂ ਕਰੇ? ਨਾ ਉਹਦੀ ਕੋਈ ਮਾਂ ਹੈ, ਨਾ ਪਿਓ, ਨਾ ਭੈਣ, ਨਾ ਭਾਈ। ਊਸ਼ਾ ਤਾਂ ਸਿਰਫ ਇੱਕ ਨਾਮ ਹੈ। ਇਹ ਨਾਮ ਕੋਈ ਵੀ ਹੋ ਸਕਦਾ ਸੀ। ਊਸ਼ਾ, ਨਿਸ਼ਾ। ਜਿਹੜੀ ਔਰਤ ਕਿਸੇ ਦੇ ਆਖਣ ਉੱਪਰ ਆਪਣੇ ਅੰਦਰਲਾ ਬੱਚਾ ਮਾਰ ਸਕਦੀ ਹੈ, ਉਹ ਕੁਝ ਵੀ ਹੋਰ ਕਰ ਸਕਦੀ ਹੈ। ਭਾਗੀਰਥ ਸਾਹਿਬ ਆਪਣੇ ਜਾਣੇ, ਪਰ ਇਉਂ ਕਰਕੇ ਮੈਂ ਆਪਣੇ ਆਪ ਦੇ ਕਿਸੇ ਰੂਪ ਨੂੰ ਹੀ ਨਹੀਂ ਸੀ ਮਾਰਿਆ, ਭਾਗੀਰਥ ਦੇ ਕਿਸੇ ਰੂਪ ਨੂੰ ਵੀ ਮਾਰਿਆ ਸੀ। ਖਬਰੇ ਭਾਗੀਰਥ ਤੋਂ ਬਦਲਾ ਲੈਣ ਦਾ ਮੇਰੇ ਕੋਲ ਬਸ ਇਹੀ ਤਰੀਕਾ ਸੀ, ਉਹਦਾ ਆਖਾ ਮੰਨ ਲੈਣਾ। ਭਾਬੀ, ਮੈਂ ਭਾਗੀਰਥ ਦੀ ਗੱਲ ਕਿਉਂ ਛੋਹ ਲਈ? ਉਹ ਕੌਣ ਹੈ? ਸੰਸਾਰ ਦੇ ਲੱਖਾਂ ਕਰੋੜਾਂ ਜੀਆਂ ਵਿੱਚੋਂ ਇੱਕ। ਕਦੇ ਹੈ, ਕਦੇ ਨਹੀਂ ਹੋਏਗਾ। 4 ਲਾਵਾਂ ਲੈ ਕੇ ਮੇਰਾ ਪਰਮੇਸ਼ਰ ਬਣ ਬੈਠਾ। ਖੜ 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 ਇੰਨਾ ਰੌਲਾ ਸੀ, ਕੁਝ ਸੋਚਿਆ ਹੀ ਨਹੀਂ ਸੀ ਜਾਂਦਾ। ਮਨ, ਬਚਨ, ਕਰਮ ਦੀ ਵਫਾ ਚਾਹੀਦੀ ਹੈ ਉਹਨੂੰ, ਪਰ ਕਾਹਦੇ ਬਦਲੇ? ਬਦਲਾ ਤਾਂ ਕੀ, ਜਦੋਂ ਉਹਦਾ ਮਨ ਕਰਦਾ ਲਤਾੜਦਾ ਲੰਘ ਜਾਂਦਾ। ਜੇ ਕੋਈ ਸੀ ਕਰੇ, ਆਖਦਾ ਜੀਭ ਕੱਟ ਦਿਓ। ਕੱਟੀਆਂ ਜੀਭਾਂ ਵਾਲੀਆਂ ਇਹ ਔਰਤਾਂ। ਕਿੱਡੇ ਇਤਫਾਕ ਦੀ ਗੱਲ ਹੈ, ਤੂੰ ਮੇਰੀ ਭਾਬੀ ਹੈ। ਤੂੰ ਸਮਝਦਾਰ ਔਰਤ ਤਾਂ ਹੈ, ਪਰ ਤੂੰ ਧਰਤੀ 'ਚ ਬੀਜੀ ਹੋਈ ਔਰਤ ਹੈ। ਤੇਰੀਆਂ ਜੜ੍ਹਾਂ ਨੇ, ਟਾਹਣੀਆਂ ਨੇ, ਪੱਤੇ ਨੇ। ਤੂੰ ਹਵਾ ਨਾਲ ਝੁਕ ਸਕਦੀ ਹੈ, ਟੁੱਟ ਸਕਦੀ ਹੈ, ਪਰ ਕਦੀ ਵੀ ਆਪਣੀ ਥਾਂ ਨਹੀਂ ਬਦਲ ਸਕਦੀ। ਪਰ ਗਮਲਿਆਂ 'ਚ ਬੀਜੀਆਂ ਔਰਤਾਂ ਨੂੰ ਤਾਂ ਜਿੱਥੇ ਮਰਜ਼ੀ ਰੱਖ ਦਿਓ, ਤੇ ਕੁਝ ਵੇਲਾਂ ਟੁੱਟੇ ਹੋਏ ਗਮਲਿਆਂ ਵਿੱਚ ਲਾਈਆਂ ਹੁੰਦੀਆਂ ਨੇ। ਠਹਿਰ ਜ਼ਰਾ, ਇੱਕ ਗਲਾਸ ਬੀਅਰ ਦਾ ਪੀ ਲਵਾਂ, ਬੜੀ ਤ੍ਰੇਹ ਲੱਗੀ ਹੈ। ਬੀਅਰ ਦੀ ਤ੍ਰੇਹ ਮੈਂ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕਦੀ ਹਾਂ, ਪਰ ਤੂੰ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੀ। ਇੱਕ ਦਿਨ ਤੂੰ ਵੀ ਮਰ ਜਾਏਂਗੀ ਤੇ ਮੈਂ ਵੀ। ਤੇਰੀ ਵੀ ਮਿੱਟੀ ਮਿੱਟੀ 'ਚ ਰਲ ਜਾਏਗੀ। ਫਿਰ ਕੌਣ ਜਾਣੇਗਾ ਕਿਹੜੀ ਮਿੱਟੀ ਤੇਰੀ ਸੀ ਤੇ ਕਿਹੜੀ ਮੇਰੀ। ਉਦਾਸ ਹੋਣ ਲਈ ਵੀ ਕਿੱਥੇ ਵਕਤ ਹੈ। ਤੂੰ ਮੇਰੇ ਬਾਰੇ ਕਿਉਂ ਸੋਚੇ? ਕੋਈ ਵੀ ਕਿਸੇ ਬਾਰੇ ਕਿਉਂ ਸੋਚੇ? ਜੇ ਮੈਂ ਆਪਣੇ ਆਪ ਨੂੰ ਉਲੰਘ ਸਕਦੀ ਤਾਂ ਕੋਈ ਮੇਰੇ ਲਈ ਕੀ ਅਰਥ ਰੱਖਦਾ ਹੈ? ਮੈਂ ਸਭ ਨੂੰ ਨਫ਼ਰਤ ਕਰਦੀ ਹਾਂ। ਜੇ ਮੇਰੇ ਕੋਲ ਇਸ ਵੇਲੇ ਪਿਸਤੌਲ ਹੋਵੇ, ਮੈਂ ਕਈਆਂ ਨੂੰ ਮਾਰ ਵੀ ਦਿਆਂ। ਹੌਲੀ ਹੌਲੀ ਕਰਕੇ ਰੇਤ ਮੁੱਠੀ ਵਿੱਚੋਂ ਕਿਰਦਾ ਜਾ ਰਿਹਾ ਹੈ। ਮੈਂ ਸੋਚਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਨਹੀਂ, ਮੈਂ ਹੁਣ ਕੁਝ ਵੀ ਨਹੀਂ ਸੋਚਦੀ। ਕੁਝ ਵੀ ਸੋਚਣ ਦਾ ਵਕਤ ਕਿੱਥੇ ਹੈ? ਕੁਝ ਵੀ ਸੋਚਣ ਦਾ ਫਾਇਦਾ ਕੀ ਹੈ? ਪਹਿਲੇ ਕੁਝ ਵਰ੍ਹੇ ਮੇਰੀ ਜ਼ਿੰਦਗੀ ਵਿੱਚੋਂ ਮੰਨਫੀ ਹੋਏ, ਹੁਣ ਮੈਂ ਬਾਕੀ ਦੇ ਸਾਰੇ ਵਰ੍ਹੇ ਮੰਨਫੀ ਕਰ ਦਿੱਤੇ ਨੇ। ਉਂਝ ਤੇ ਤੇਰੇ ਵਾਂਗ ਐਮਏ ਪਾਸ ਕਰਕੇ ਮੈਂ ਵੀ ਕੋਈ ਇੱਜ਼ਤਦਾਰ ਨੌਕਰੀ ਕਰ ਸਕਦੀ ਸੀ, ਘਰ ਵਸਾ ਸਕਦੀ ਸੀ, ਹੋਰਨਾਂ ਨੂੰ ਮੱਤਾਂ ਦੇ ਸਕਦੀ ਸੀ, ਪਰ ਫਿਰ ਕੀ ਹੋ ਜਾਣਾ ਸੀ? ਸੁਖੀ ਰਹਿੰਦੀ। ਤੂੰ ਸੁਖੀ ਹੈ ਭਾਬੀ? ਤੈਨੂੰ ਪਤਾ ਹੈ ਸੁੱਖ ਕੀ ਹੁੰਦਾ ਹੈ? ਕੀ ਕਿਸੇ ਵੀ ਔਰਤ ਨੂੰ ਪਤਾ ਹੈ? ਤੂੰ ਆਖੇਂਗੀ ਮੈਂ ਚਾਹੁੰਦੀ ਕੀ ਹਾਂ? ਸੱਚ ਪੁੱਛੇ ਤਾਂ ਮੈਂ ਕੁਝ ਵੀ ਨਹੀਂ ਚਾਹੁੰਦੀ।
ਤੇ ਅੱਗੇ ਮਨ ਹੀ ਊਸ਼ਾ ਬੜਾ ਹੋਰ ਕੀ ਕੁਝ ਲਿਖਦੀ ਗਈ, ਪਰ ਕਾਗਜ਼ ਉੱਪਰ ਕੁਝ ਨਾ ਲਿਖਿਆ। ਉਹ ਤਾਂ ਜਿਵੇਂ ਬੜੀ ਥੱਕ ਗਈ ਸੀ। ਤੇ ਫਿਰ ਇਹ ਖਤ ਵੀ ਉਹਨੇ ਨਾ ਲਿਫਾਫੇ 'ਚ ਪਾਇਆ ਤੇ ਨਾ ਪੋਸਟ ਕੀਤਾ, ਸਗੋਂ ਫਾੜ ਕੇ ਕੂੜੇ ਵਾਲੀ ਟੋਕਰੀ 'ਚ ਸੁੱਟ ਦਿੱਤਾ। ਇਹਦੀ ਵੀ ਕੀ ਲੋੜ ਹੈ, ਸ਼ਾਇਦ ਉਹਨੇ ਸੋਚ ਲਿਆ ਸੀ। ਕਈ ਸਾਲ ਮਗਰੋਂ ਕਾਮਰੇਡ ਮਾਸਟਰ ਬੂਟਾ ਸਿੰਘ ਕਿਸੇ ਨੂੰ ਦੱਸ ਰਿਹਾ ਸੀ, ਮਾਂ ਮਰਨ ਤੋਂ ਕੁਝ ਚਿਰ ਪਹਿਲਾਂ ਪਾਗਲ ਹੋ ਗਈ ਸੀ। ਮੇਘ ਕੰਪੀਟੀਸ਼ਨ ਦੇਣਾ ਵਿੱਚੇ ਛੱਡ ਫੌਜ 'ਚ ਭਰਤੀ ਹੋ ਗਿਆ ਹੈ। ਹੁਣ ਦੂਰ ਕਿਧਰੇ ਨਾਗਾਲੈਂਡ 'ਚ ਬਾਰਡਰ ਉੱਤੇ ਪੋਸਟਡ ਹੈ। ਜਦੋਂ ਦਾ ਉਹ ਫੌਜ 'ਚ ਭਰਤੀ ਹੋਇਆ, ਨਾ ਉਹ ਘਰ ਛੁੱਟੀ ਆਇਆ ਤੇ ਨਾ ਹੀ ਕਿਸੇ ਦੇ ਖਤ ਪੱਤਰ ਦਾ ਜਵਾਬ ਦਿੰਦਾ ਹੈ। ਹਰੀਸ਼ ਬੜੀ ਸ਼ਰਾਬ ਪੀਣ ਲੱਗ ਪਿਆ ਹੈ ਤੇ ਸ਼ਰਾਬ ਪੀ ਕੇ ਜਗਜੀਤ ਨੂੰ ਕਈ ਵਾਰੀ ਮਾਰਦਾ ਵੀ ਹੈ। ਜਗਜੀਤ ਦੇ ਦੋਨੋਂ ਵਾਰੀ ਅਬੋਰਸ਼ਨਸ ਹੋ ਗਏ ਨੇ। ਭਾਗੀਰਥ ਨੇ ਹੋਰ ਵਿਆਹ ਤਾਂ ਕਰਵਾ ਲਿਆ ਹੋਇਆ ਹੈ, ਅਜੇ ਵੀ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੋਇਆ। ਤੇ ਊਸ਼ਾ ਦੀ ਨਾ ਕਦੇ ਕੋਈ ਗੱਲ ਕਰਦਾ ਸੀ ਤੇ ਨਾ ਹੀ ਕਿਸੇ ਨੂੰ ਉਸ ਬਾਰੇ ਕੁਝ ਪਤਾ ਸੀ। ਕਿਸੇ ਨੂੰ ਇੱਥੋਂ ਤੱਕ ਵੀ ਪਤਾ ਨਹੀਂ ਸੀ ਕਿ ਉਹ ਜਿਉਂਦੀ ਵੀ ਹੈ ਕਿ ਨਹੀਂ। ਧੰਨਵਾਦ।